NDTV ਵੇਲੇ BJP ਬੋਲੀ ਸੀ, ਰਵੀਸ਼ ਕੁਮਾਰ ਵੇਲੇ BJP ਬੋਲੀ ਸੀ, ਰਾਓ ਸਾਹਿਬ ਵੇਲੇ BJP ਬੋਲੀ ਸੀ। ਔਰ ਕਿੰਨੇ ਹੀ ਇੰਟੈਲੈਕਚੁਅਲ, ਕਿੰਨੇ ਹੀ ਥਿੰਕਰ, ਰਾਈਟਰਸ ਜਦੋਂ ਜੇਲ੍ਹਾਂ ਦੇ ਵਿੱਚ ਗਏ, ਜਦੋਂ ਬਹੁਤ ਸਾਰੇ ਪ੍ਰੋਟੈਸਟ ਵੀ ਹੋਏ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ, ਕੋਈ ਕਿਉਂ ਨਹੀਂ ਬੋਲਿਆ? ਉਹ ਵੀ ਤਾਂ ਆਜ਼ਾਦੀ ਸੀ, ਉਹ ਵੀ ਬੋਲਣ ਦੀ ਆਜ਼ਾਦੀ ਸੀ, ਉਹ ਵੀ ਲਿਖਣ ਦੀ ਆਜ਼ਾਦੀ ਸੀ। ਰਵੀਸ਼ ਕੁਮਾਰ ਨੇ ਆਪਣੇ ਟਵਿੱਟਰ ਹੈਂਡਲ ਤੇ ਲਿਖਿਆ, ਸੇਠ ਸਭ ਕੁਝ ਖਰੀਦ ਸਕਤਾ ਹੈ ਲੇਕਿਨ ਰਵੀਸ਼ ਕੁਮਾਰ ਨਹੀਂ। ਜਦੋਂ NDTV ਟੇਕ ਓਵਰ ਕੀਤਾ ਤਾਂ ਰਵੀਸ਼ ਕੁਮਾਰ ਜੀ ਅੱਜ ਬੋਲ ਨਹੀਂ ਰਹੇ। ਰਵੀਸ਼ ਕੁਮਾਰ ਜੀ ਅੱਜ ਵੀ ਤਾਂ ਬੋਲ ਰਹੇ ਨਾ, ਉਹਨਾਂ ਤੇ ਕੋਈ ਬਲੋਕ ਲਾਤਾ? ਨਹੀਂ, ਅੱਜ ਵੀ ਚੱਲ ਰਹੇ ਆ, ਆਪਣੇ ਪੋਰਟਲ ਤੇ ਬੋਲ ਰਹੇ ਆ। ਬੜੇ ਲੋਕ, ਹਜ਼ਾਰਾਂ ਲੋਕ ਹੈ ਜੀ, ਲੋਕ ਹੈ ਜਿਨ੍ਹਾਂ ਦੀ ਰੋਟੀ ਬੋਲ ਰਹੇ ਆ। ਪੁੰਨਿਆ ਪ੍ਰਸੂਨ ਵਾਜਪਾਈ ਵੀ ਬੋਲ ਰਹੇ ਹੈ, ਰਵੀਸ਼ ਕੁਮਾਰ ਵੀ ਬੋਲ ਰਹੇ ਆ, ਦੀ ਗੱਲ ਕਰਦੀ ਅਭਿਸ਼ਾਰ ਵੀ ਬੋਲ ਰਹੇ ਆ, ਅਜੀਤ ਅੰਜੁਮ ਵੀ ਬੋਲ ਰਹੇ ਆ। ਪਰ ਕਿੱਥੋਂ ਬੋਲ ਰਹੇ ਆ, ਕਿਵੇਂ ਬੋਲ ਰਹੇ ਆ, ਕਿਸ ਹਾਲਾਤ 'ਚ ਬੋਲ ਰਹੇ ਆ? ਤੁਸੀਂ ਕਹਿ ਰਹੇ ਹੋ ਬੋਲ ਰਹੇ ਆ ਵੀ ਇੰਨਾ ਹੀ ਕਾਫੀ ਹੈ, ਵੀ ਸਾਹ ਆ ਰਹੇ ਆ ਨਾ ਜ਼ਿੰਦਗੀ ਜਿਉਣ ਲਈ, ਆਟਾ ਮਿਲੇ ਨਾ ਮਿਲੇ ਖਾਣ ਨੂੰ, ਇਹ ਤਾਂ ਤਾਨਾਸ਼ਾਹੀ ਹੁੰਦੀ ਹੈ। ਹੋਰ ਮਤਲਬ ਡੈਮੋਕ੍ਰੇਸੀ ਦੇ ਅੰਦਰ ਕੋਈ ਡਿਕਟੇਟਰਸ਼ਿਪ ਹੋਰ ਕੀ ਇਹਨੂੰ ਕਹਿ ਸਕਦੇ ਆ? ਤੁਸੀਂ ਸਿੱਧਾ ਹੀ ਫਟਾ ਕੀ ਗੱਲ ਕਹਿਤੀ। ਮੈਂ ਖੜਿਆਲ ਸਾਹਿਬ ਦੀ ਗੱਲ ਦੇ ਉੱਤੇ ਸਹੀ ਪਾਈ ਜਾਂ ਨਹੀਂ ਪਾਈ, ਮੈਂ ਕਿਹਾ ਕਿ ਗਲਤ ਗੱਲ ਹੈ, ਆਮ ਆਦਮੀ ਪਾਰਟੀ ਬੰਦਾ ਨਹੀਂ ਭੇਜਦੀ ਚਾਹੀਦੀ, ਸਰਕਾਰਾਂ ਨੂੰ ਬੰਦਾ ਭੇਜਣਾ ਚਾਹੀਦਾ। ਦੱਸੋ ਪਾਈ ਕਿ ਨਹੀਂ ਪਾਈ? ਹੁਣ ਜਦੋਂ ਮੈਂ ਪੁੱਛ ਰਿਹਾ ਕਿ ਇਹ ਗੱਲ ਸਹੀ ਹੈ ਜਾਂ ਗਲਤ ਹੈ, ਜੋ ਕੇਂਦਰ ਦੇ ਇੱਕ ਮੁਖਾਲਫਤ ਕਾਂਗਰਸ ਕਰਦੀ ਹੈ, ਉਹ ਸਹੀ ਹੈ ਜਾਂ ਗਲਤ ਹੈ? ਜਵਾਬ ਦਿਓ। ਪਰਸਨਲੀ ਮੇਰੇ ਨਾਲ ਤਕਰੀਬਨ ਆਲਮੋਸਟ ਬਹੁਤ ਸਾਰੀ ਪਾਰਟੀਆਂ ਨੇ ਵੱਖੋ ਵੱਖਰੇ ਇਸ਼ੂ ਦੇ ਉੱਤੇ ਗੈਸਟ ਦੇਣ ਤੋਂ ਮਨਾ ਕਰਤਾ। ਮੈਨੂੰ ਗੱਲ ਕਹਿਣ ਤੋਂ ਗੁਰੇਜ਼ ਮੈਂ ਸ਼ਰੇਆਮ ਕਹਿ ਰਿਹਾ, ਪਰ ਗੱਲ ਇਹ ਹੈ ਕਿ ਮੈਂ ਇਹ ਗੱਲ ਸਮਝਾਉਣੀ ਤੇ ਕਰਨੀ ਚਾਹ ਰਿਹਾ ਵੀ ਜਿਹੜੀ ਪਿਕ ਐਂਡ ਚੂਜ਼ ਦੀ ਪੋਲਿਟਿਕਸ ਹੈ। ਮੈਂ ਪਹਿਲਾਂ ਪੱਤਰਕਾਰਾਂ ਦੇ ਨਾਮ ਲਿੱਤੇ, ਮੈਂ ਅੱਜ ਅਦਾਰਿਆਂ ਦੇ ਨਾਮ ਲੈਣਾ। ABP ਸਾਂਝਾ ਨਾਲ ਪੰਜਾਬ 'ਚ ਕੀ ਹੋਇਆ ਸੀਗਾ? ਕਿੰਨੇ ਲੋਕ ਬੇਰੁਜ਼ਗਾਰ ਹੋਏ ਸੀਗੇ? ਕੇਬਲ ਤੋਂ ਆਉਣ ਤੋਂ ਕਿਹਨੇ ਰੋਕਿਆ ਸੀਗਾ? ਡੇ ਐਂਡ ਨਾਈਟ ਨਾਲ ਰਾਤੋਂ ਰਾਤ ਕੀ ਹੋਇਆ ਸੀਗਾ? ਕਿਹਨੇ ਬੰਦ ਕਰਤਾ ਸੀਗਾ? ਜ਼ੀ ਪੰਜਾਬ, ਹਰਿਆਣਾ, ਹਿਮਾਚਲ ਚੈਨਲ ਦੇ ਨਾਲ ਕੀ ਹੋਇਆ ਸੀ? ਕੇਬਲ ਤੋਂ ਇੱਕੋ ਦਮ ਰਾਤੋਂ ਰਾਤ ਕੀ ਉਡਾਤਾ ਸੀਗਾ? ਕੋਈ ਨਹੀਂ ਸੀ ਬੋਲਿਆ। ਮੈਨੂੰ ਪਤਾ ਲੱਗਿਆ ਕਿ ਰੋਜ਼ਾਨਾ ਸਪੋਕਸਮੈਨ ਦੀ 11 ਸਾਲ ਐਡ ਬੰਦ ਰਹੀ ਹੈ, 10 ਸਾਲ ਸ਼੍ਰੋਮਣੀ ਅਕਾਲੀ ਦਲ BJP ਦੀ ਸਰਕਾਰ ਦੇ ਵਿੱਚ ਬੰਦ ਰਹੀ ਹੈ, 1 ਸਾਲ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਬੰਦ ਰਹੀ ਹੈ। ਤੁਸੀਂ ਤਾਂ ਅੱਜ ਕੁਝ ਨਾਮ ਲਏ, ਤੁਸੀਂ ਕੁਝ ਇਨਸੀਡੈਂਟ ਗਨਾਏ ਚੈਨਲਸ ਨਾਲ ਆ ਹੋਇਆ, ਲੇਕਿਨ ਬਹੁਤ ਸਾਰੇ ਨਹੀਂ ਕਹਿੰਦੇ, ਬਹੁਤ ਸਾਰੇ ਅੱਗੇ ਨਹੀਂ ਆ ਪਾਉਂਦੇ, ਡਰ ਹੈ, ਕੁਝ ਹੋਰ ਹੈ। ਸੋ ਇਹਦੇ ਨਾਲ ਇੱਕ ਚੀਜ਼ ਤੁਸੀਂ ਇੱਥੇ ਕੰਪੈਰੀਜ਼ਨ ਡਰਾ ਕਰ ਸਕਦੇ ਹੋ ਕਿ ਇਹਦੇ ਅੱਜ ਪੰਜਾਬ 'ਚ ਹੋਰ ਬਹੁਤ ਚੈਨਲਸ ਹੈ, ਪੇਪਰਸ ਹੈ, ਨਿਊਜ਼ਪੇਪਰਸ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਹੈ, ਪਰ ਉਹ ਸਹਿ ਰਹੇ ਆ ਵਿਚਾਰੇ, ਅੱਗੇ ਨਹੀਂ ਆ ਪਾ ਰਹੇ, ਲੜ ਨਹੀਂ ਪਾ ਰਹੇ, ਕਿਉਂਕਿ ਇਹ ਧੱਕਾ ਬਹੁਤ ਜ਼ਿਆਦਾ ਕਰ ਰਿਹਾ, ਜਿਹਦੇ ਖਿਲਾਫ ਪੂਰੇ ਪੰਜਾਬ ਨੂੰ ਯੂਨਾਈਟ ਕਰਨ ਦੀ ਲੋੜ ਹੈ। ਹੁਣ ਤੁਸੀਂ ਫਰੀडम ਆਫ ਪ੍ਰੈਸ ਦੇ ਮੁੱਦੇ ਦੇ ਉੱਤੇ ਸਾਰੇ ਜਣੇ ਇਕੱਠੇ ਹੋਏ, ਇਕੱਠੇ ਕਿੱਥੇ ਹੋਏ ਸਰ? ਇਕੱਠੇ ਹੋਏ ਅਸੀਂ ਅਜੀਤ ਦੇ ਪਲੇਟਫਾਰਮ ਤੇ, ਆਡੀਟੋਰੀਅਮ ਦੇ ਵਿੱਚ। ਪ੍ਰੈਸ ਦੀ ਗੱਲ ਹੋ ਰਹੀ ਸੀ, ਪ੍ਰੈਸ ਕਲੱਬ ਤੋਂ ਨਹੀਂ ਹੋਣੀ ਚਾਹੀਦੀ ਸੀ? ਲੋਕਤੰਤਰ ਦੇ ਵਿੱਚ ਭਾਵੇਂ ਜਿੰਨਾ ਮਰਜ਼ੀ ਡੰਡਾ ਤੰਤਰ ਆ ਗਿਆ ਹੋਵੇ, ਪਰ ਅੱਜ ਵੀ ਲੋਕਾਂ ਦੀ ਸ਼ਕਤੀ ਵੱਧ ਹੈ। ਲੋਕ ਕਿਵੇਂ ਨਾ ਕਿਵੇਂ ਗਾਹੇ ਬਗਾਹੇ ਸਿੱਟ ਹੀ ਲੈਂਦੇ ਆ, ਗਦਾਫੀ ਵਰਗਿਆਂ ਨੂੰ ਵੀ ਸਿੱਟ ਲਿਆ। ਸਾਰਾ ਕੁਝ ਵਾਕਿਆ ਹੀ ਦਿਲੋਂ ਸੀ ਜਾਂ ਉੱਤੋਂ ਡਰਾਮੇਬਾਜ਼ੀ ਸੀ? ਤੇ ਜੇ ਅੱਜ ਪੰਜਾਬ 'ਚ ਧੱਕਾ ਤੁਸੀਂ ਪ੍ਰੈਸ ਨਾਲ ਕਰ ਰਹੇ ਹੋ ਜਾਂ ਲੋਕਾਂ ਨਾਲ ਕਰ ਰਹੇ ਹੋ, ਤੇ ਉਹਦੇ ਵਾਸਤੇ ਅਗਰ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਨੇ, ਇੱਕ ਸਟੇਜ ਦੇ ਉੱਤੇ ਇਕੱਠੀਆਂ ਹੋ ਕੇ ਉਹਨਾਂ ਨੇ ਇਸ ਗੱਲ ਦੀ ਆਵਾਜ਼ ਚੱਕੀ ਹੈ, ਤਾਂ ਨਹੀਂ ਤਕਲੀਫ ਕਿਉਂ? ਅੱਜ ਤੁਸੀਂ ਬੋਲਣ ਵਾਲੇ ਆਪਣੇ ਹੀ ਮੰਤਰੀ ਨੂੰ ਬਾਹਰ ਦਾ ਰਸਤਾ ਦਿਖਾ ਦਿੰਦੇ ਹੋ ਕਿਉਂਕਿ ਉਹ ਸੱਚ ਕਹਿ ਰਿਹਾ ਸੀਗਾ, ਇਸ ਕਰਕੇ। ਖੜਿਆਲ ਸਾਹਿਬ ਕਹਿੰਦੇ ਛੱਜ ਤਾਂ ਬੋਲੇ, ਛਾਨਣੀ ਵੀ ਬੋਲੇ। ਇਸ ਤਰੀਕੇ ਦਾ ਹਮਲਾ ਤੁਹਾਡੇ ਉੱਤੇ ਹੋਇਆ ਕਿ ਆਪ ਜਿਨ੍ਹਾਂ ਨੇ ਐਮਰਜੈਂਸੀ ਦੇ ਦੌਰ ਦੇ ਵਿੱਚ ਇਸ ਤਰੀਕੇ ਨਾਲ ਪ੍ਰੈਸ ਦਾ ਗਲਾ ਘੁੱਟਿਆ ਹੋਵੇ, ਤੇ ਅੱਜ ਉਹ ਪ੍ਰੈਸ ਦੀ ਆਜ਼ਾਦੀ ਦੀ ਗੱਲਾਂ ਕਰਦੇ ਆ। ਕਿ ਹਾਲ ਹੀ ਦੇ ਵਿੱਚ ਚੰਡੀਗੜ੍ਹ ਪ੍ਰੈਸ ਕਲੱਬ ਨੇ ਇਨਕਲੂਡਿੰਗ ਮੋਰ ਦੈਨ 1000 ਜਰਨਲਿਸਟ, 1000 ਤੋਂ ਜ਼ਿਆਦਾ ਜਰਨਲਿਸਟ ਨੇ ਮੈਮੋਰੈਂਡਮ ਦਿੱਤਾ ਗਵਰਨਰ ਸਾਹਿਬ ਨੂੰ ਵੀ ਪ੍ਰੈਸ ਨੂੰ ਦਬਾਇਆ ਜਾ ਰਿਹਾ ਹੈ, ਫਰੀडम ਆਫ ਪ੍ਰੈਸ ਖਤਮ ਕੀਤਾ ਜਾ ਰਿਹਾ ਹੈ। ਅੱਜ ਤੁਹਾਨੂੰ ਐਡੀ ਜ਼ਿਆਦਾ ਪ੍ਰੈਸ 1000 ਰਿਪੋਰਟਰਸ ਨੇ ਦਿੱਤਾ, ਉਹ ਖਬਰ ਕਿਤੇ ਲੱਗੀ ਨਹੀਂ ਜੀ। ਦੇ ਟਾਕ ਅਬਾਊਟ ਦ ਹੋਲ ਕੰਟਰੀ। ਅੱਜ ਗੱਲ ਕਰਦੇ ਅਸੀਂ ਨੈਸ਼ਨਲ ਪਾਰਟੀਆਂ, ਅਸੀਂ ਫਲਾਣਾ, ਜਦੋਂ ਉਹ ਵਿਚਾਰਾ ਉਹ ਜਿਹੜਾ ਕੇਰਲਾ ਦਾ ਰਿਪੋਰਟਰ ਸੀਗਾ, ਜਿਹੜਾ ਹਾਥਰਸ 'ਚ ਉਹ ਬੱਚੀ ਜਿਹੜੀ ਮਰ ਗਈ ਸੀ, ਉਹਨੂੰ ਕਵਰ ਕਰਨ ਚੱਲਾ ਸੀਗਾ, ਉਹਨੂੰ ਫੜ ਕੇ 820 ਕੱਪਨ, ਉਹਨੂੰ ਫੜ ਕੇ 800 ਦਿਨ ਲਈ ਅੰਦਰ ਦਿੱਤਾ ਸੀਗਾ। ਉਹ ਕਿੱਥੇ ਸੀ? ਉਹ ਕੀ ਸੀ ਜੀ? ਉਹ ਕੀ ਪ੍ਰੈਸ ਫਰੀडम ਸੀਗੀ? ਮੈਨੂੰ ਇਹ ਲੱਗਦਾ ਕਿ ਅੱਜ ਜਿੰਨੀ ਮਾੜੀ BJP ਨਾਲ ਹੋਈ ਹੈ, ਕਿਸੇ ਨਾਲ ਨਹੀਂ ਹੋਈ। ਜਿਹੜੀਆਂ ਤੁਹਾਨੂੰ ਬੁਲਾ ਕੇ ਭਿਉਂ ਕੇ ਮਾਰੀਆਂ ਗਈਆਂ ਨੇ, ਚਾਹੇ ਉਹ ਕਾਂਗਰਸ ਨੇ, ਚਾਹੇ ਉਹ ਕਿਸੇ ਹੋਰ ਨੇ, ਨਾਲੇ ਤਾਂ ਤੁਹਾਡਾ ਸਾਥ ਲੈ ਲਿਆ ਤੇ ਨਾਲੇ ਤੁਹਾਨੂੰ ਸੁਣਾਤੀਆਂ ਭਾਈ ਕੇਂਦਰ 'ਚ ਤੁਸੀਂ ਕਰਦੇ ਹੋ, ਸੂਬੇ 'ਚ ਇਹ ਕਰਦੇ ਆ। ਸ਼ਰਦ ਪਵਾਰ ਜੀ ਨੂੰ ਸਭ ਤੋਂ ਚੋਰ ਠੱਗ ਕਹਿਣ ਵਾਲੇ ਇਹ ਬੰਦੇ ਸੀਗੇ, ਸ਼ਿਵ ਸੈਨਾ ਨੂੰ ਚੋਰ ਠੱਗ ਕਰਨ ਵਾਲੇ ਇਹ ਬੰਦੇ ਸੀਗੇ, ਕਾਂਗਰਸ ਨੂੰ ਚੋਰ ਠੱਗ ਕਹਿਣ ਵਾਲੇ ਇਹ ਬੰਦੇ ਸੀ।
ਅੱਜ ਸਿਰਫ ਆਪਣੀ ਸਿਆਸਤ ਪਿੱਛੇ, ਕੁਰਸੀਆਂ ਦੇ ਪਿੱਛੇ ਜੱਫੀਆਂ ਪਾ ਰਿਹਾ ਹੈ। ਜੇ ਨਿੱਜਰ ਸਾਹਿਬ ਨੇ ਹਮਦਰਦ ਸਾਹਿਬ ਦੇ ਹੱਕ 'ਚ ਬਿਆਨ ਦੇਤਾ ਤੇ ਤੁਸੀਂ ਉਹਨਾਂ ਨੂੰ ਕੁਰਸੀ ਤੋਂ ਲਾਹਤਾ, ਤੁਸੀਂ ਕਹਿੰਦਾ ਨਿੱਜੀ ਕਾਰਨ ਹੈ। ਵੀ ਨਿੱਜਰ ਸਾਹਿਬ ਨੂੰ ਉਤਾਰਿਆ ਕਿਉਂ? ਉਹਦੇ ਪਿੱਛੇ ਕਾਰਨ ਕੀ ਹੈ? ਕਦੇ ਇਹ ਤਾਂ ਨਹੀਂ ਵੀ ਉਹਨਾਂ ਨੇ ਇਹ ਕਹਿਤਾ ਸੀਗਾ ਕੁਝ ਅਜੀਬ ਦੇ ਹੱਕ 'ਚ ਬੋਲਤਾ ਸੀਗਾ, ਕਦੇ ਇਹ ਚੀਜ਼ ਤਾਂ ਨਹੀਂ ਆਮ ਆਦਮੀ ਪਾਰਟੀ ਨੂੰ ਚੁੱਭ ਗਈ। ਜਿੰਦਰ ਸਿੰਘ ਧਾਮੀ ਸਾਹਿਬ ਬੈਠੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ। ਚੰਗੀ ਗੱਲ ਹੈ, ਕਿਉਂਕਿ ਸਾਡੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਹਮੇਸ਼ਾ ਮਨੁੱਖੀ ਅਧਿਕਾਰਾਂ ਦੀ ਬਾਤ ਪਾਉਂਦੀ ਹੈ। ਇਸ ਦੀ ਗੱਲ ਮੈਂ ਬਹੁਤ ਸਾਰੇ ਮੰਚਾਂ ਤੋਂ ਵੀ ਕਰਦਾ। ਜਦੋਂ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਦੀ ਗੱਲ ਹੋਈ, ਉਦੋਂ ਧਾਮੀ ਸਾਹਿਬ ਕਿਸੇ ਨੂੰ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ। ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਪ੍ਰੈਸ ਦੀ ਆਜ਼ਾਦੀ ਨੂੰ ਲੈ ਕੇ ਬਹੁਤ ਚਰਚਾਵਾਂ ਹੋ ਰਹੀਆਂ ਨੇ, ਹੋਣੀਆਂ ਵੀ ਚਾਹੀਦੀਆਂ ਨੇ, ਇਹ ਗੱਲ ਜ਼ਰੂਰੀ ਵੀ ਹੈ। ਬੋਲਣ ਲਈ ਬਹੁਤ ਕੁਝ ਹੈ, ਪਰ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਸ ਨੂੰ ਸਮਝਾਇਆ ਕਿਸ ਤਰੀਕੇ ਜਾਵੇ, ਕਿਉਂਕਿ ਅੱਜ 1 ਜੂਨ ਹੈ, 1 ਜੂਨ 2023। ਅੱਜ ਤੋਂ ਤੁਸੀਂ 4 ਦਹਾਕੇ ਪਿੱਛੇ ਚਲੇ ਜਾਓ। 1 ਜੂਨ 1984 ਨੂੰ ਜਿਹੜਾ ਕੋਈ ਸਿੱਖ ਹੋਵੇਗਾ, ਜਿਹੜਾ ਕੋਈ ਗੁਰੂ ਨਾਨਕ ਨਾਮਲੇਵਾ ਸੰਗਤ ਨਾਲ ਤਾਲੁਕ ਰੱਖਦਾ ਹੋਵੇਗਾ, ਜਿਹੜਾ ਕੋਈ ਪੰਜਾਬੀ ਹੋਵੇਗਾ ਜਿਹਦੇ ਅੰਦਰ ਪੰਜਾਬੀਅਤ, ਜਿਸ ਦੇ ਅੰਦਰ ਹਿਊਮੈਨਿਟੀ ਦੀ ਗੱਲ ਹੋਵੇਗੀ, ਜਿਹਦੇ ਅੰਦਰ ਮਨੁੱਖਤਾ ਧੜਕਦੀ ਧੁੜਕਦੀ ਹੋਵੇਗੀ, ਉਸ ਨੂੰ ਉਹ ਦਿਨ ਕਦੇ ਵੀ ਨਹੀਂ ਭੁੱਲ ਸਕਦਾ। ਦਰਬਾਰ ਸਾਹਿਬ ਦੇ ਉੱਤੇ ਕਿਸ ਤਰੀਕੇ ਦੇ ਅਟੈਕ ਹੋਏ, ਔਰ ਉਹ ਦਿਨ ਅਸੀਂ ਨਹੀਂ ਵਿਸਾਰ ਸਕਦੇ। ਤੇ ਉਸ ਦਿਨ ਦੇ ਮੌਕੇ ਦੇ ਉੱਤੇ ਆਸ ਹੋਰ ਤਰੀਕੇ ਦੀ ਕੀਤੀ ਜਾ ਰਹੀ ਸੀ। ਪੋਲੀਟੀਕਲ ਸਭਾ ਤੋਂ ਕਾਂਗਰਸ ਨੇ ਕਾਲ ਦਿੱਤੀ ਤੇ ਅਕਾਲੀ ਦਲ ਉਸ ਕਾਲ ਦੇ ਵਿੱਚ ਗਿਆ। ਗੱਲ ਸੀ ਪ੍ਰੈਸ ਦੀ ਆਜ਼ਾਦੀ ਦੀ। ਉਸ ਕਾਲ ਦੇ ਵਿੱਚ ਸਿਰਫ ਅਕਾਲੀ ਦਲ ਹੀ ਨਹੀਂ, ਬੀਜੇਪੀ ਵੀ ਗਈ। ਉਸ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਸਪਲਿੰਟਰ ਗਰੁੱਪ ਵੀ ਨਜ਼ਰ ਆਏ, ਔਰ ਹੋਰ ਬਹੁਤ ਸਾਰੇ ਛੋਟੇ-ਮੋਟੇ ਧੜੇ ਇਹਦੇ ਵਿੱਚ ਸ਼ਮੂਲੀਅਤ ਕਰਦੇ ਨਜ਼ਰ ਆਏ। ਬਿਲਕੁਲ ਸਹੀ ਗੱਲ ਹੈ ਕਿ ਪ੍ਰੈਸ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਸਾਨੂੰ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਪਰ ਬੋਲਣ ਦੀ ਆਜ਼ਾਦੀ ਦੇ ਨਾਮ ਦੇ ਉੱਤੇ ਸਿਆਸਤ ਕਿੰਨੀ ਕੁ ਵਾਜਬ ਹੈ, ਅੱਜ ਉਸ ਦੀ ਗੱਲ ਕਰਾਂਗੇ। ਸੋ ਇਹੋ ਜਿਹੀ ਡੈਮੋਕ੍ਰੇਸੀ ਪੰਜਾਬੀਆਂ ਨੇ ਦੇਖੀ ਨਹੀਂ ਸੀ, ਨਾ ਇਹਦੀ ਆਸ ਹੀ ਕੀਤੀ। ਫਰੀडम ऑफ ਪ੍ਰੈਸ ਸਾਰਿਆਂ ਨੂੰ ਇੰਪੋਰਟੈਂਟ ਪਿਲਰ। ਐਂਡ ਆਫ ਦਾ ਡੇ ਇਹ ਐਮਰਜੈਂਸੀ ਵਾਲੇ ਹਾਲਾਤ ਲੋਕਤੰਤਰ ਨੂੰ ਕਮਜ਼ੋਰ ਕਰਨਾ, ਡਿਕਟੇਟਰਸ਼ਿਪ, ਤਾਨਾਸ਼ਾਹੀ ਰਵੱਈਆ ਆਪਣਾ। ਜਿਹੜਾ ਇਹਨਾਂ ਦਾ ਯਾਰ ਸੀ 75 25 ਤੋੜੀ ਕਿ ਨਹੀਂ ਤੋੜੀ? ਸਿੱਧੂ ਨੇ ਤੋੜੀ ਕਿ ਨਹੀਂ ਤੋੜੀ? ਦੱਸੋ, ਤੋੜੀ? FIR ਦਰਜ ਹੋਈ ਕਿ ਨਹੀਂ ਹੋਈ? ਕੌਣ ਲੜਿਆ 5 ਸਾਲ ਇਹਨਾਂ ਨਾਲ? ਰੇਤਾ ਮਾਫੀਆ, ਫਲਾਨਾ ਮਾਫੀਆ, ਟਮਕਾਨਾ ਬਿਨਾਂ ਕਿਸੇ ਦੇਰੀ ਤੋਂ ਆਏ ਹੋਏ ਮਹਿਮਾਨਾਂ ਨਾਲ ਰਸਮੀ ਤਾਰੁਫ ਕਰਵਾਉਂਦਾ ਹੋਇਆ ਚਰਚਾ ਨੂੰ ਅੱਗੇ ਤੋਰੂੰਗਾ। ਅੱਜ ਸਾਡੇ ਨਾਲ ਇਸ ਚਰਚਾ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਅਹਿਬਾਬ ਗਰੇਵਾਲ ਸਾਹਿਬ ਜੁੜੇ। ਜਨਾਬ ਜੀ ਆਇਆਂ ਨੂੰ। ਅਰਸ਼ਪ੍ਰੀਤ ਖੜਿਆਲ ਸਾਹਿਬ ਕਾਂਗਰਸ ਤੋਂ ਆਪਣੀ ਗੱਲ ਰੱਖਣਗੇ, ਸਵਾਗਤ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਨਾਲ ਹਰਜੀਤ ਭੁੱਲਰ ਸਾਹਿਬ ਨੇ, ਤੁਹਾਡਾ ਸਵਾਗਤ ਹੈ ਜੀ। ਔਰ ਬੀਜੇਪੀ ਤੋਂ ਗੋਸ਼ਾ ਸਾਹਿਬ ਨੇ, ਗੁਰਦੀਪ ਸਿੰਘ ਗੋਸ਼ਾ ਜੀ, ਤੁਹਾਡਾ ਇਸ ਚਰਚਾ ਦੇ ਵਿੱਚ ਇਸਤਕਬਾਲ ਹੈ। ਧੰਨਵਾਦ ਜੀ। ਗਰੇਵਾਲ ਸਾਹਿਬ, ਮੈਂ ਇੱਕ ਗੱਲ ਇਹ ਤੁਹਾਡੇ ਤੋਂ ਜ਼ਰੂਰ ਪੁੱਛਣੀ ਚਾਹੂੰਗਾ। ਅੱਜ ਸਰਕਾਰ ਦੀ ਕਿਰਕਰੀ ਹੋ ਰਹੀ ਹੈ, तमाम ਉਹ ਵਿਰੋਧੀ ਧਿਰਾਂ ਜਿਨ੍ਹਾਂ ਦਾ ਆਪਸ ਦੇ ਵਿੱਚ ਬਹੁਤ ਵੱਡਾ ਵਿਰੋਧ ਰਿਹਾ, 36 ਦਾ ਆંકੜਾ ਰਿਹਾ, ਉਹ ਇਕੱਤਰ ਹੋਏ ਇੱਕ ਮੰਚ ਦੇ ਉੱਤੇ ਕਿ ਭਾਈ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ, ਪ੍ਰੈਸ ਦੇ ਉੱਤੇ ਹਮਲਾ ਬੋਲ ਰਹੀ ਹੈ। ਕੀ ਕਹੋਗੇ? ਜਦੋਂ ਐਮਰਜੈਂਸੀ ਲੱਗੀ ਹੈ, ਵੱਡੇ ਵੱਡੇ ਅਖਬਾਰਾਂ ਨੇ ਬਲੈਂਕ ਪੇਜ ਕੱਢੇ ਸੀ, ਉੱਤੇ ਲਿਖਿਆ ਸੀ ਸੈਂਸਰਡ। 2014 ਚ ਜਦੋਂ ਮੋਦੀ ਜੀ ਆਉਂਦੇ, ਲਟੀਅਨਸ ਮੀਡੀਆ ਬਾਰੇ ਆਪਾਂ ਸਾਰੇ ਸੁਣਦੇ ਆ, ਕੌਣ ਕਿਹਨੂੰ ਕਿਵੇਂ ਪੈਟਰਨਾਈਜ਼ ਕਰਦਾ ਸੀ। ਜਦੋਂ ਮੋਦੀ ਜੀ ਆਉਂਦੇ ਆ, ਉਦੋਂ ਐਨਡੀਏ ਵਿੱਚ ਅਕਾਲੀ ਭਾਜਪਾ ਇਕੱਠੇ ਹੁੰਦੇ ਆ, ਉਦੋਂ ਗੋਦੀ ਮੀਡੀਆ ਦਾ ਉਹਦਾ ਹਿਲਟ ਇਸਤੇਮਾਲ ਕੀਤਾ ਜਾਂਦਾ ਤਾਂ ਕੁਦਰਤੀ ਵਿਚਾਰਾ ਕਿਸਾਨ ਅੰਦੋਲਨ ਵਿੱਚ ਆ ਗਿਆ, ਅਕਾਲੀਆਂ ਨੂੰ ਪਰੇ ਹੋਣਾ ਪੈ ਗਿਆ। ਅੱਜ ਜਦੋਂ ਮੈਂ ਸਟੇਜ ਦੇਖਿਆ ਸਰ, ਮੈਨੂੰ ਐਕਚੁਅਲੀ ਜਿਹੜੀ ਬਹੁਤ ਦੇਰ ਦੀ ਆਪਣੀ ਸ਼ੰਕਾ ਸੀ ਉਹ ਕਲੀਅਰ ਹੁੰਦੀ ਨਜ਼ਰ ਆਈ। ਸਿੱਧੂ ਸਾਹਿਬ, ਮਜੀਠੀਆ ਸਾਹਿਬ, ਜਾਖੜ ਸਾਹਿਬ, ਬਾਜਵਾ ਸਾਹਿਬ, ਵੱਡੇ ਛੋਟੇ ਸ਼ਾਇਦ ਨਹੀਂ ਆਏ,
ਹੁਣ ਨਾ ਆਪੋਜੀਸ਼ਨ ਦਾ ਡਿਫਰੈਂਸ ਬਲਰ ਹੋ ਗਿਆ। ਜਦੋਂ ਤੁਹਾਡੀ ਇੱਕ ਮੰਜ਼ਲ ਤੇ ਕਾਂਗਰਸ ਦਾ ਝੰਡਾ ਹੋਵੇ ਤੇ ਦੂਜੇ ਤੇ ਬੀਜੇਪੀ ਦਾ ਹੋਵੇ ਤੇ ਕਾਂਗਰਸ ਵਾਲੇ ਬੀਜੇਪੀ 'ਚ ਹੋਣ ਤੇ ਅਕਾਲੀ ਦਲ ਤਾਂ ਵਿਚਾਰਾ ਸੰਗਲ ਤੜਾ ਹੀ ਰਿਹਾ ਕਿ 39% ਵੋਟ ਹੁੰਦਾ ਸੀ। ਸੋ ਬੇਸਿਕਲੀ ਇਹ ਪ੍ਰੈਸ ਫਰੀडम ਦੀ ਗੱਲ ਨਹੀਂ ਹੈ ਭਾਜੀ, ਇਹ ਗੱਲ ਇਹ ਹੈ ਕਿ ਪੋਲੀਟੀਕਲ ਕਨਵੀਨੀਅੰਸ ਇਹਨਾਂ ਨੂੰ ਕੀ ਹੈ। ਪੋਲੀਟੀਕਲ ਕਨਵੀਨੀਅੰਸ ਇਹਨਾਂ ਦੀ ਇਹ ਕਹਿੰਦੀ ਹੈ ਕਿ ਸਾਡੀ ਹੋਂਦ ਖਤਮ ਹੋ ਰਹੀ ਹੈ, ਉਸ ਹੋਂਦ ਨੂੰ ਖਤਮ ਕਰਨ ਲਈ ਅਸੀਂ ਆਪਣੀ ਆਈਡੀਓਲੋਜੀਕਲ ਸਾਰਾ ਕੁਝ ਛਿੱਕੇ ਤੇ ਟੰਗ ਕੇ ਅਸੀਂ ਇੱਕ ਥਾਂ ਤੇ ਇਕੱਠੇ ਹੋ ਜਾਾਂਗੇ। ਮੈਂ ਉਸ ਤੋਂ ਬਾਅਦ ਗੱਲਾਂ ਸੁਣੀਆਂ ਮਜੀਠੀਆ ਸਾਹਿਬ ਕਸਟਮਰੀ ਏਦਾਂ ਹੀ ਐਮਰਜੈਂਸੀ ਫਲਾਣਾ, ਉਹਨਾਂ ਦੀਆਂ ਗੱਲਾਂ ਮਤਲਬ ਸੀਰੀਅਸਲੀ ਥੋੜੀ ਜਿਹੀਆਂ ਬੇਤੁਕੀਆਂ ਤਾਂ ਲੱਗਦੀਆਂ ਨੇ ਬਿਕਾਜ਼ ਅਕਾਲੀਆਂ ਦਾ ਤਵਾਜ਼ਨ ਖੋ ਗਿਆ ਜੀ। ਉਹ ਥੋੜਾ ਜਿਹਾ ਵਿਚਾਰਾ ਸਮਝ ਆਉਂਦਾ। ਜਿਸ ਤਰ੍ਹਾਂ ਬਾਜਵਾ ਜੀ ਸਫੇਦ ਝੂਠ ਬੋਲ ਰਹੇ ਸੀ, ਜਿਵੇਂ ਆਪਣੀਆਂ ਸੈਂਟਰਲ ਫੋਰਸਿਸ ਈਸਟ ਇੰਡੀਆ ਕੰਪਨੀ ਦੀਆਂ ਫੋਰਸਿਸ ਸੀ, ਅੱਜ ਕਹਿ ਰਹੇ ਜੀ 750 ਕਰੋੜ ਪਤਾ ਨਹੀਂ ਫਲਾਣਾ ਕਰਤਾ। ਪ੍ਰਗਟ ਸਿੰਘ ਜੀ ਨੂੰ ਬਹੁਤ ਐਮਰਜੈਂਸੀ ਬੁਰੀ ਲੱਗਣ ਲੱਗ ਗਈ। ਫੈਕਟ ਇਹ ਹੈ ਕਿ ਪੰਜਾਬ ਦਾ ਮੀਡੀਆ ਇੰਡੀਪੈਂਡੈਂਟ ਰਿਹਾ, ਫੀਅਰਸਲੀ ਇੰਡੀਪੈਂਡੈਂਟ ਰਿਹਾ ਐਂਡ ਇਹ ਕਿਸਾਨ ਅੰਦੋਲਨ ਸਿੱਧ ਹੋਇਆ। ਜਦੋਂ ਸਾਰਾ ਗੋਦੀ ਮੀਡੀਆ ਇੱਕ ਪਾਸੇ ਸੀ, ਉਦੋਂ ਪੰਜਾਬੀ ਮੀਡੀਆ ਨੇ ਪੰਜਾਬ, ਹਰਿਆਣਾ ਤੇ ਯੂਪੀ ਦੇ ਕਿਸਾਨਾਂ ਦੀ ਗੱਲ ਅੱਗੇ ਪਹੁੰਚਾਈ। ਪਹਿਲੀ ਗੱਲ। ਦੂਜੀ ਗੱਲ, ਮੈਂ ਇਹ ਨਹੀਂ ਸਮਝ ਪਾ ਰਿਹਾ ਕਿ ਇਹ ਕਿਸ ਗੱਲ ਤੇ ਇਲਜ਼ਾਮ ਲਾ ਰਹੇ, ਕਿਹੜੀ ਗੱਲ ਤੇ ਇਲਜ਼ਾਮ ਲਾ ਰਹੇ। ਸਿੱਧੂ ਸਾਹਿਬ ਕਹਿੰਦੇ ਸੀ 75-25 ਸੀ, ਅੱਜ 75-25 ਵਾਲੇ ਵਿਚਾਲੇ ਸਿੱਧੂ ਸਾਹਿਬ ਬੈਠੇ ਸੀ। ਇਹਦਾ ਮਤਲਬ ਕਿ ਕੀ ਉਹ ਰੇਸ਼ੋ ਸੈੱਟ ਕਰ ਰਹੇ ਸੀ ਕਿ ਸਿੱਧੂ ਸਾਹਿਬ ਆਪਸ ਜਿਹੜਾ ਹਿੰਦੀ ਦਾ ਅੱਖਰ ਹੈ ਮਾਂਡਵਾਲੀ ਕਰਾ ਰਹੇ ਸੀ, ਪਤਾ ਨਹੀਂ ਕੀ ਕਰ ਰਹੇ ਸੀ। ਜਾਖੜ ਸਾਹਿਬ ਕਹਿੰਦੇ ਕਾਂਗਰਸੀ ਆਪਣੇ ਕੇਸ ਬਚਾਉਣ ਚਲੇ ਗਏ, ਦਿੱਲੀ ਚਲੇ ਗਏ, ਆਹ ਕਰ ਰਹੇ ਨੇ। ਅੱਜ ਜਾਖੜ ਸਾਹਿਬ ਫੇਰ ਨਾਲ ਬਹਿ ਗਏ। ਸੋ ਬੇਸਿਕਲੀ ਇਹ ਇੱਕ ਪੋਲੀਟੀਕਲ ਸ਼ਰੇਡ ਸੀ ਸਰ, ਉਹ ਸ਼ਰੇਡ ਕੰਪਲੀਟ ਹੋ ਗਈ। ਸਾਰਾ ਕੁਝ ਲੋਕਾਂ ਨੇ ਸ਼ਾਮ ਤੇ ਇਹਨਾਂ ਨੂੰ ਲੱਗਦਾ ਕਿ ਲੋਕ ਭੁੱਲ ਜਾਣਗੇ, ਪਰ ਲੋਕ ਇਹ ਨਹੀਂ ਭੁੱਲਣਗੇ ਕਿ ਕਿਸ ਤਰ੍ਹਾਂ ਇਹ ਰਲ ਕੇ ਲੋਕਾਂ ਦਾ ਬੇਵਕੂਫ ਬਣਾ ਰਹੇ, ਕਿਸ ਤਰ੍ਹਾਂ ਇਹਨਾਂ ਨੇ ਬਾਰੀ-ਬਾਰੀ ਕੇਂਦਰ 'ਚ ਰਹਿੰਦੇ ਹੋਏ ਪ੍ਰੈਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਹੈ ਐਂਡ ਕਿਸ ਤਰ੍ਹਾਂ ਹੁਣ ਜਦੋਂ ਇਹਨਾਂ ਦੀ ਬਾਤ ਨਹੀਂ ਚੱਲ ਰਹੀ ਤੇ ਇਹ ਆਪਣੀ ਘਟੀਆ ਪੋਲਿਟਿਕਸ ਤੇ ਉਤਰਿਆ ਨੇ। ਸੋ ਵਿਅਕਤੀਗਤ ਹਮਲੇ, ਘਟੀਆ ਗੱਲਾਂ, ਕਿਸੇ ਬਾਰੇ ਕੁਝ ਹੋਰ ਗੱਲਾਂ ਕਰਨੀ, ਇਸ ਤੋਂ ਇਲਾਵਾ ਮੈਨੂੰ ਕੋਈ ਜ਼ਿਆਦਾ ਉਮੀਦ ਨਹੀਂ ਸਰ, ਜ਼ਿਆਦਾ ਉਮੀਦ ਨਹੀਂ ਨਾ। ਠੀਕ ਹੈ, ਸਿੱਧੂ ਸਾਹਿਬ ਬਾਰੇ ਤੇ ਕਾਂਗਰਸ ਬਾਰੇ ਤਾਂ ਖੜਿਆਲ ਸਾਹਿਬ ਤੋਂ ਪੁੱਛੂੰਗਾ, ਪਰ ਉਸ ਤੋਂ ਪਹਿਲਾਂ ਭੁੱਲਰ ਸਾਹਿਬ ਗੱਲ ਇਹ ਆ ਕਿ ਮਤਲਬ ਇਹ ਸਾਰਾ ਕੁਝ ਵਾਕਿਆ ਹੀ ਦਿਲੋਂ ਸੀ ਜਾਂ ਉੱਤੋਂ ਡਰਾਮੇਬਾਜ਼ੀ ਸੀ? ਕਿਉਂਕਿ ਗੱਲ ਇਹ ਹੈ ਕਿ ਜੂਨ 1984 ਨੂੰ ਜਦੋਂ ਅਕਾਲੀ ਦਲ ਦਰਬਾਰ ਸਾਹਿਬ ਦੇ ਹਮਲੇ ਦੀ ਨਿੰਦਾ ਕਰਦਾ ਹੋਇਆ ਕਾਂਗਰਸ ਨੂੰ ਕੋਸਦਾ ਹੈ ਤੇ ਕਾਂਗਰਸ ਦੀ ਕਾਲ ਦੇ ਉੱਤੇ ਅੱਜ ਉਹ ਇਸ ਮੌਕੇ ਤੇ ਇੱਕ ਮੰਚ ਤੇ ਇਕੱਠੇ ਨਜ਼ਰ ਆਉਂਦੇ ਆ। ਦੇਖੋ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਇਹ ਕੋਈ ਕਾਂਗਰਸ ਦੀ ਕਾਲ ਨਹੀਂ ਸੀਗੀ, ਇਹ ਇੱਕ ਕਾਜ਼ ਜਿਹੜਾ ਆਪਾਂ ਚੌਥਾ ਪਿਲਰ ਕਹਿੰਦੇ ਆ, ਥੰਮ ਕਹਿੰਦੇ ਆ ਡੈਮੋਕ੍ਰੇਸੀ ਦਾ ਪ੍ਰੈਸ ਨੂੰ, ਉਹਦੇ ਉੱਤੇ ਬਾਰ-ਬਾਰ ਜਿਹੜੇ ਹਮਲੇ ਹੋ ਰਹੇ ਨੇ ਅੱਜ ਦੀ ਤਰੀਕ ਦੇ ਵਿੱਚ। ਜਿਹੜੀ ਸਾਡੀ ਪ੍ਰਦੇਸ਼ਿਕ ਸਰਕਾਰ ਹੈ, ਸਰਦਾਰ ਭਗਵੰਤ ਮਾਨ ਸਾਹਿਬ ਦੀ ਜਿਹੜੀ ਰਹਿਨੁਮਾਈ ਚੱਲ ਰਹੀ ਹੈ ਉਹਦੇ ਵੱਲੋਂ। ਔਰ ਮੈਂ ਇੱਥੇ ਗਰੇਵਾਲ ਸਾਹਿਬ ਦੀ ਗੱਲ ਸੁਣ ਰਿਹਾ ਸੀਗਾ, ਮੈਨੂੰ ਇਹ ਆ ਰਿਹਾ ਸੀ ਵੀ ਜਦੋਂ ਤੁਹਾਡੇ ਉੱਤੇ ਥੋੜ੍ਹਾ ਜਿਹਾ ਕੱਸਿਆ ਜਾਂਦਾ ਇੱਕ ਸ਼ਿਕੰਜਾ, ਤੇ ਤੁਸੀਂ ਤੇ ਉਹਨਾਂ ਲੋਕਾਂ ਕੋਲ ਵੀ ਜਿਨ੍ਹਾਂ ਨੂੰ ਤੁਸੀਂ ਕਰਪਟ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਇਹਨਾਂ ਨੂੰ ਤੁਸੀਂ ਦੇਖਣਾ ਨਹੀਂ ਚਾਹੁੰਦੇ, ਤੇ ਕੂੜਾ ਨੇ, ਕਰਕਟ ਨੇ, ਤੇ ਉਹਨਾਂ ਦੀਆਂ ਬਰੂਹਾਂ ਜਾ ਕੇ ਤੁਸੀਂ ਚੱਟਦੇ ਫਿਰਦੇ ਹੋ, ਮੱਥੇ ਟੇਕਦੇ ਫਿਰਦੇ ਹੋ, ਕਦੀ ਕਿਸੇ ਦੀ ਬਰੂ ਤੇ ਕਦੀ ਕਿਸੇ ਦੀ ਬਰੂ ਦੇ ਉੱਤੇ। ਔਰ ਪੰਜਾਬ ਦਾ ਹੈਲੀਕਾਪਟਰ, ਪੰਜਾਬ ਦਾ ਸਾਰਾ ਸਰਮਾਇਆ ਉੱਥੇ ਤੁਸੀਂ ਲਾਉਂਦੇ ਫਿਰਦੇ ਹੋ, ਜਿਹੜਾ ਟੈਕਸ ਦਾ ਪੈਸਾ ਲੋਕਾਂ ਦਾ ਉਹਨੂੰ ਬਰਬਾਦ ਕਰ ਰਹੇ ਹੋ। ਇਸ ਕਰਕੇ ਕਿ ਤੁਹਾਡਾ ਦਿੱਲੀ ਦੇ ਵਿੱਚ ਤੁਹਾਡੇ ਨਾਲ ਧੱਕਾ ਹੋ ਰਿਹਾ। ਤੇ ਜੇ ਅੱਜ ਪੰਜਾਬ 'ਚ ਧੱਕਾ ਤੁਸੀਂ ਪ੍ਰੈਸ ਨਾਲ ਕਰ ਰਹੇ ਹੋ ਜਾਂ ਲੋਕਾਂ ਨਾਲ ਕਰ ਰਹੇ ਹੋ, ਤੇ ਉਹਦੇ ਵਾਸਤੇ ਅਗਰ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਨੇ, ਇੱਕ ਸਟੇਜ ਦੇ ਉੱਤੇ ਇਕੱਠੀਆਂ ਹੋ ਕੇ ਉਹਨਾਂ ਨੇ ਇਸ ਗੱਲ ਦੀ ਆਵਾਜ਼ ਚੱਕੀ ਹੈ, ਤੇ ਨਹੀਂ ਤਕਲੀਫ ਕਿਉਂ? ਤੁਸੀਂ ਵੀ ਤੇ ਉਹਨਾਂ ਲੋਕਾਂ ਨਾਲ ਜਾ ਕੇ ਜੱਫੀਆਂ ਪਾ ਰਹੇ ਹੋ ਜਿਨ੍ਹਾਂ ਨੂੰ ਕਦੀ ਤੁਸੀਂ ਦੇਖਣਾ ਨਹੀਂ ਚਾਹੁੰਦੇ ਸੀਗੇ, ਜਿਨ੍ਹਾਂ ਦੀਆਂ ਫਾਈਲਾਂ ਕੇਜਰੀਵਾਲ ਸਾਹਿਬ ਆਪਣੀ ਕਸ਼ ਦੇ ਵਿੱਚ ਮਾਰ ਕੇ ਤੁਰੇ ਫਿਰਦੇ ਹੁੰਦੇ ਸੀਗੇ ਵੀ ਇਹ ਕਰਪਟ ਲੋਕ ਨੇ। ਅੱਜ ਉਹੀ ਕਰਪਟ ਲੋਕਾਂ ਨਾਲ ਤੁਸੀਂ ਜਾ ਕੇ ਜੱਫੀਆਂ ਪਾਉਂਦੇ ਹੋ। ਤੇ ਇਹ ਦੋ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਵੀ ਤੁਸੀਂ ਆਪਣੇ ਲਈ ਮਾਪਦੰਡ ਕੁਝ ਹੋਰ ਰੱਖੋ ਤੇ ਦੂਜਿਆਂ ਲਈ ਕੁਝ ਹੋਰ ਰੱਖੋ। ਧੱਕਾ ਤੁਸੀਂ ਕਰੋਗੇ ਤੇ ਤੁਹਾਡੇ ਖਿਲਾਫ ਵੀ ਇਕੱਠੇ ਹੋਣਗੇ ਲੋਕ, ਧੱਕਾ ਤੁਹਾਡੇ ਨਾਲ ਹੋਊਗਾ ਤੇ ਫਿਰ ਤੁਹਾਡੇ ਨਾਲ ਵੀ ਖੜੇ ਹੋਣਗੇ ਲੋਕ। ਲੇਕਿਨ ਇਹ ਨਹੀਂ ਹੋ ਸਕਦਾ ਵੀ ਤੁਸੀਂ ਤੇ ਆਪਣੇ ਨਾਲ ਖੜੇ ਕਰਨ ਦੀ ਗੱਲ ਕਰੋ ਤੇ ਜੇ ਤੁਹਾਡੇ ਖਿਲਾਫ ਖੜੇ ਹੋਣ ਤੇ ਉਹ ਜਿਹੜੀ ਬੇਈਮਾਨੀ ਹੋਵੇ, ਇਹ ਬੇਈਮਾਨੀ ਨਹੀਂ ਹੋ ਸਕਦੀ। ਦੂਜੀ ਗੱਲ ਜੀ, ਅੱਜ ਨਾ ਬੜਾ ਸ਼ਰਮਸਾਰ ਦਿਨ ਸੀ ਜਿੱਦਣ ਤੁਸੀਂ ਜਿਹੜੀ ਗੱਲ ਕਹੀ, ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ 1 ਜੂਨ ਹੈ ਔਰ ਅਕਾਲ ਤਖਤ ਸਾਹਿਬ ਦੇ ਉੱਤੇ ਢਹਿ ਢੇਰੀ ਹੋਣ ਦਾ ਕੰਮ ਸ਼ੁਰੂ ਹੋਇਆ। ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਉੱਤੇ ਅਟੈਕ ਹੋਇਆ ਜਾਂ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ, ਉਸ ਸਮੇਂ ਨੂੰ ਤੁਸੀਂ ਯਾਦ ਕਰ ਰਹੇ ਸੀ। ਅੱਜ ਉਸੇ ਦਿਨ ਦੇ ਉੱਤੇ ਅੱਜ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀਗੀਆਂ, ਕੇਕ ਕੱਟਿਆ ਜਾ ਰਿਹਾ ਸੀਗਾ। ਇੰਨਾ ਕਿਹੜਾ ਵੱਡੀ ਗੱਲ ਸੀਗੀ ਵੀ ਅੱਜ ਤੁਸੀਂ ਕੇਕ ਕੱਟਣਾ, ਅੱਜ ਹੀ ਕੱਟਣਾ ਸੀਗਾ? ਜਦੋਂ ਲੋਕਾਂ ਦੇ ਜ਼ਖਮ ਹੋਏ ਹੋਣ, ਉਹਨਾਂ ਜ਼ਖਮਾਂ ਦੇ ਉੱਤੇ ਤੁਸੀਂ ਅੱਜ ਨਮਕ ਛਿੜਕ ਰਹੇ ਸੀ, ਅੱਜ ਨਿੰਬੂ ਨਿਚੋੜ ਰਹੇ ਸੀ, ਅੱਜ ਮਿਰਚਾਂ ਲਾ ਰਹੇ ਸੀ ਉਹਨਾਂ ਜ਼ਖਮਾਂ ਤੇ, ਔਰ ਉਹ ਕੇਕ ਕੱਟ ਰਹੇ ਸੀ ਜਿਹਦੇ 'ਚ ਬਦਫੈਲੀ ਕਰਨ ਦੀ ਕਰੀਮ ਲੱਗੀ ਹੋਵੇ, ਜਿਹਦੇ 'ਚ ਕਰਪਸ਼ਨ ਦੀ ਕਰੀਮ ਲੱਗੀ ਹੋਵੇ, ਜਿਹਦੇ ਵਿੱਚ ਤੁਹਾਡੇ ਉਗਰਾਹੀ ਕਰਨ ਦੀ, ਐਕਸਟੋਰਸ਼ਨ ਕਰਨ ਦੀ ਜਿਹੜੀ ਕਰੀਮ ਲੱਗੀ ਹੋਵੇ ਤੁਹਾਡੇ ਐਮਐਲਏ ਵੱਲੋਂ। ਤੇ ਉਸ ਕਰੀਮ ਦੇ ਨਾਲ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਸੀਗੇ? ਕਿਹੜੇ 100 ਨੇ ਉਹ 'ਚ ਜਿਹ 'ਚੋਂ ਤੁਹਾਡੇ ਆਪਣੇ ਹੀ ਬੰਦੇ ਜਿਹੜੇ ਕਰਪਸ਼ਨ ਦੇ ਚਾਰਜਿਸ ਵਿੱਚ ਹੋਰ ਚਾਰਜਿਸ ਲੱਗੇ ਹੋਣ? ਬੜੀ ਸ਼ਰਮ ਕਰਨ ਵਾਲੀ ਗੱਲ ਹੈਗੀ ਹੈ ਇਹ ਚੀਜ਼। ਉਸ ਦਿਹਾੜੇ ਦੇ ਉੱਤੇ ਤੁਸੀਂ ਕਰਨ ਜਾ ਰਹੇ ਹੋ,
ਉਹ ਖੁਸ਼ੀਆਂ ਮਨਾ ਰਹੇ ਹੋ ਤੁਸੀਂ, ਢੋਲ ਢਮੱਕੇ ਕਰ ਰਹੇ ਹੋ। ਜਿੱਦਣ ਪੰਜਾਬ ਦੇ ਵਿੱਚ ਕਾਲਾ ਦੌਰ ਜਿਹੜਾ ਸੀਗਾ, ਕਾਲਾ ਦਿਨ ਜਿਹੜਾ ਸੀਗਾ ਸ਼ੁਰੂ ਹੋਇਆ ਸੀਗਾ, ਔਰ ਸ਼ਰਮ ਕਰਨ ਵਾਲੀ ਗੱਲ ਹੈ। ਔਰ ਗਰੇਵਾਲ ਸਾਹਿਬ ਜਿਹੜੀਆਂ ਗੱਲਾਂ ਕਰ ਰਹੇ ਨੇ ਆਪੋਜੀਸ਼ਨ ਤੇ ਉਂਗਲਾਂ ਚੱਕਣਗੇ, ਤੇ ਮੈਂ ਫਿਰ ਕਹੂੰਗਾ ਕਿ ਆਪਣੇ ਗਿਰਬਾਨ 'ਚ ਝਾਤ ਕੇ ਦੇਖੋ ਤੁਸੀਂ ਅੱਜ ਤੁਹਾਡਾ ਮਿਆਰ ਕਿੱਥੇ ਡਿੱਗ ਗਿਆ। ਅੱਜ ਤੁਸੀਂ ਬੋਲਣ ਵਾਲੇ ਆਪਣੇ ਹੀ ਮੰਤਰੀ ਨੂੰ ਬਾਹਰ ਦਾ ਰਸਤਾ ਦਿਖਾ ਦਿੰਦੇ ਹੋ ਕਿਉਂਕਿ ਉਹ ਸੱਚ ਕਹਿ ਰਿਹਾ ਸੀਗਾ, ਇਸ ਕਰਕੇ। ਔਰ ਉਹਦੀ ਜਗ੍ਹਾ ਤੇ ਜਿਹਨੂੰ ਮੰਤਰੀ ਬਣਾਉਂਦੇ ਹੋ ਉਹ ਬੰਦਾ ਜਿਹੜਾ ਝੂਠ ਦੇ ਪਲੰਦਾ, ਜਿਹਨੇ ਆਪਣਾ ਸਰਟੀਫਿਕੇਟ ਦੇ ਕੇ ਆਪਣੇ ਮੁੰਡੇ ਨੂੰ ਨੌਕਰੀ ਦਵਾਈ। ਮਤਲਬ ਇਹਦੇ ਝੂਠੇ ਲੋਕਾਂ ਨੂੰ ਤੁਸੀਂ ਅੱਜ ਨਵਾਜ ਰਹੇ ਹੋ। ਮਤਲਬ ਸੱਚ ਬੋਲਣ ਵਾਲਾ ਅੱਜ ਤੁਹਾਨੂੰ ਦੁਖਦਾ ਹੈ, ਲੇਕਿਨ ਝੂਠ ਬੋਲਣ ਵਾਲਾ ਅੱਜ ਤੁਹਾਡੇ ਤਖਤਾਂ ਉੱਤੇ ਬਹਿੰਦਾ। ਇਹੋ ਜਿਹੇ ਜਿਹੜਾ ਕਿਰਦਾਰ ਦੇ ਲੋਕ ਹੋਣ, ਉਹਨਾਂ ਨੂੰ ਕਿਸੇ ਵਾਸਤੇ ਗੱਲ ਕਰਨੀ ਜਿਹੜੀ ਹੈ ਬੇਈਮਾਨੀ ਹੈ, ਕੋਈ ਮਾਇਨੇ ਨਹੀਂ ਰੱਖਦੀ। ਠੀਕ ਹੈ। ਖੜਿਆਲ ਸਾਹਿਬ ਕਹਿੰਦੇ ਛੱਜ ਤਾਂ ਬੋਲੇ, ਛਾਨਣੀ ਵੀ ਬੋਲੇ। ਇਸ ਤਰੀਕੇ ਦਾ ਹਮਲਾ ਤੁਹਾਡੇ ਉੱਤੇ ਹੋਇਆ ਕਿ ਆਪ ਜਿਨ੍ਹਾਂ ਨੇ ਐਮਰਜੈਂਸੀ ਦੇ ਦੌਰ ਦੇ ਵਿੱਚ ਇਸ ਤਰੀਕੇ ਨਾਲ ਪ੍ਰੈਸ ਦਾ ਗਲਾ ਘੁੱਟਿਆ ਹੋਵੇ ਤੇ ਅੱਜ ਉਹ ਪ੍ਰੈਸ ਦੀ ਆਜ਼ਾਦੀ ਦੀ ਗੱਲਾਂ ਕਰਦੇ ਆ। ਪਹਿਲੀ ਗੱਲ ਤਾਂ ਧਾਲੀਵਾਲ ਸਾਹਿਬ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਆਦਤ ਹੈ ਕਿ ਸਾਡੀ ਗੱਲ ਤਾਂ ਕਿ ਨਾ ਹੋਵੇ, ਅਸੀਂ ਅਟੈਂਸ਼ਨ ਡਾਇਵਰਟ ਕਰ ਦਈਏ ਹੋਰ ਕੋਈ ਮੁੱਦਾ ਛੇੜ ਕੇ ਜਿਹੜਾ ਇਰਰੈਲੇਵੈਂਟ ਹੈ। ਜੇ 40 ਸਾਲ 30 ਸਾਲ ਪੁਰਾਣੀ ਗੱਲ ਕਰਕੇ ਅੱਜ ਦਾ ਮੁੱਦਾ ਰਿਜ਼ੋਲਵ ਹੋ ਜਾਂਦਾ ਹੈ, ਪ੍ਰੈਸ ਨੂੰ ਫਰੀडम ਮਿਲ ਜਾਂਦਾ ਹੈ ਤਾਂ ਕਰ ਲਓ, ਜੇ ਕੋਈ ਸਮਾਧਾਨ ਮਿਲਦਾ ਹੈ। ਜੇ ਨਹੀਂ ਮਿਲਦਾ ਤਾਂ ਲੋਕਾਂ ਦਾ ਟਾਈਮ ਬਰਬਾਦ ਕਰਨਾ ਆਮ ਆਦਮੀ ਪਾਰਟੀ ਛੱਡ ਦੇ। ਦੂਜੀ ਗੱਲ ਧਾਲੀਵਾਲ ਸਾਹਿਬ, ਆਮ ਆਦਮੀ ਪਾਰਟੀ ਦੀ ਸਰਕਾਰ ਸ਼ਾਇਦ ਭੁੱਲ ਗਈ ਹੈ ਕਿ ਹਾਲ ਹੀ ਦੇ ਵਿੱਚ ਚੰਡੀਗੜ੍ਹ ਪ੍ਰੈਸ ਕਲੱਬ ਨੇ ਇਨਕਲੂਡਿੰਗ ਮੋਰ ਦੈਨ 1000 ਜਰਨਲਿਸਟ, 1000 ਤੋਂ ਜ਼ਿਆਦਾ ਜਰਨਲਿਸਟ ਨੇ ਮੈਮੋਰੈਂਡਮ ਦਿੱਤਾ ਗਵਰਨਰ ਸਾਹਿਬ ਨੂੰ ਵੀ ਪ੍ਰੈਸ ਨੂੰ ਦਬਾਇਆ ਜਾ ਰਿਹਾ ਹੈ, ਫਰੀडम ਆਫ ਪ੍ਰੈਸ ਖਤਮ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਇਸ ਚੀਜ਼ ਲਈ ਅਕਿਊਜ਼ ਕਰਦੀ ਸੀ, ਇਲਜ਼ਾਮ ਲਾਉਂਦੀ ਹੁੰਦੀ ਸੀਗੀ ਕਿ ਭਾਰਤੀ ਜਨਤਾ ਪਾਰਟੀ ਜੀ ਇਹਨਾਂ ਨੇ BBC ਤੇ IT ਸਰਵੇ ਕਰਵਾਤਾ, ਉਹ ਤੋਂ ਪਹਿਲਾਂ NDTV ਤੇ ਹੋ ਗਿਆ ਸੀਗਾ, ਉਹ ਤੋਂ ਪਹਿਲਾਂ ਦੈਨਿਕ ਭਾਸਕਰ ਤੇ ਹੋ ਗਿਆ ਸੀਗਾ, ਉਹ ਤੋਂ ਪਹਿਲਾਂ ਆਲਟ ਨਿਊਜ਼ ਤੇ ਹੋ ਗਿਆ ਸੀਗਾ। ਸੋ ਭਾਰਤੀ ਜਨਤਾ ਪਾਰਟੀ ਨੇ ਵੇਟ ਕਿਉਂ ਕੀਤੀ ਵੀ ਜਦੋਂ ਮੋਦੀ ਸਾਹਿਬ ਤੇ ਡਾਕੂਮੈਂਟਰੀ ਆਈ, ਡਾਕੂਮੈਂਟਰੀ ਨੂੰ ਤੁਸੀਂ ਬਲੌਕ ਕਰਤਾ ਤੇ ਉਹ ਤੋਂ ਬਾਅਦ ਸਰਵੇ ਸ਼ੁਰੂ ਹੋ ਗਿਆ। ਸੋ ਟਾਈਮਿੰਗ ਤੇ ਇਹਨਾਂ ਨੇ ਸਵਾਲ ਚੱਕਣ ਦੀ ਕੋਸ਼ਿਸ਼ ਕੀਤੀ, ਪਰ ਆਮ ਆਦਮੀ ਪਾਰਟੀ ਐਤਕੀ ਨਹੀਂ ਦੱਸੂਗੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 15 ਮਹੀਨੇ ਦਾ ਕੋਈ ਐਕਸ਼ਨ ਲਿਆ ਨਹੀਂ ਅਜੀਤ ਦੇ ਖਿਲਾਫ। ਤੇ ਉਹ ਤੋਂ ਬਾਅਦ ਹਮਦਰਦ ਸਾਹਿਬ ਦੇ ਖਿਲਾਫ ਇਨਕੁਆਇਰੀ ਆਰਡਰ ਕਰਨਾ, ਉਹਨਾਂ ਨੂੰ ਸੰਮਨ ਕਰਵਾਉਣਾ, ਜਦੋਂ ਅਜੀਤ ਨੇ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਖਬਰਾਂ ਲਾਈਆਂ ਜਾਂ ਫਿਰ ਸੱਚਾਈ ਬਿਆਨ ਕੀਤੀ ਤੇ ਆਮ ਆਦਮੀ ਪਾਰਟੀ ਨੇ ਨਾਲ ਦੀ ਨਾਲ ਇਨਕੁਆਇਰੀ ਆਰਡਰ ਕਰਤੀ, ਇੱਕ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕੀਤੀ। ਧਾਲੀਵਾਲ ਸਾਹਿਬ, ਮੈਸੇਜ ਇਹ ਹੈ ਕਿ ਜੇ ਸਾਡੇ ਨਾਲ ਨਹੀਂ ਹੋ, ਸਾਡੇ ਮਤਲਬ ਦੀ ਖਬਰ ਨਹੀਂ ਲੱਗੂਗੀ ਤੇ ਫਿਰ ਤੁਹਾਨੂੰ ਐਕਸ਼ਨ ਫੇਸ ਕਰਨਾ ਪੈਣਾ ਹੈ। ਮਤਲਬ ਕੈਰਟ ਐਂਡ ਸਟਿਕ ਪਾਲਿਸੀ ਆਮ ਆਦਮੀ ਪਾਰਟੀ ਅਪਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਜਵਾਬ ਆਮ ਆਦਮੀ ਪਾਰਟੀ ਨੂੰ ਇਹ ਹੈ ਕਿ ਤੁਸੀਂ ਦੇਖੋ ਤੁਹਾਡੇ ਇਸ ਐਕਸ਼ਨ ਕਰਕੇ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਜੋ ਪਹਿਲਾਂ ਨਹੀਂ ਕਦੇ ਇਕੱਠੀਆਂ ਹੋਈਆਂ ਸੀਗੀਆਂ, ਇਕੱਠੀਆਂ ਵੀ ਹੋਈਆਂ ਇੱਕੋ ਪਲੇਟਫਾਰਮ ਤੇ ਪੂਰਾ ਪੰਜਾਬ ਇਕੱਠਾ ਹੋ ਰਿਹਾ। ਧਾਲੀਵਾਲ ਸਾਹਿਬ, ਤੇ ਮੈਂ ਨਹੀਂ ਕਹੂੰਗਾ ਵੀ ਕਾਂਗਰਸ ਪਾਰਟੀ ਦੇ ਸੱਦੇ ਤੇ ਆਏ ਹੈ ਜਾਂ ਸਾਡਾ ਕੌਜ਼ ਹੈ, ਕੌਜ਼ ਪੰਜਾਬ ਦਾ ਹੈ, ਪੰਜਾਬ ਦੇ ਲੋਕਾਂ ਦਾ ਸੱਦਾ ਹੈ ਵੀ ਆਮ ਆਦਮੀ ਸਰਕਾਰ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਲ ਤਾਂ ਕਾਂਗਰਸ ਦੀ ਸੀ ਨਾ, ਇਸ ਗੱਲ ਤੋਂ ਤਾਂ ਇਨਕਾਰੀ ਨਹੀਂ ਹੈਗੀ ਹੈ। ਹਾਂਜੀ, ਇਹ ਕਹਿੰਦੇ ਧਾਲੀਵਾਲ ਸਾਹਿਬ, ਲੇਕਿਨ ਉਹਦੇ ਪਿੱਛੇ ਸਾਡੀ ਇੰਟੈਂਸ਼ਨ ਕੀ ਹੈ, ਸਾਡੀ ਮਨਸ਼ਾ ਕੀ ਹੈ? ਪੰਜਾਬ ਦੇ ਲੋਕਾਂ ਦੀ ਆਵਾਜ਼, ਮੀਡੀਆ ਲੋਕਾਂ ਦੀ ਅੱਖ ਤੇ ਮੀਡੀਆ ਲੋਕਾਂ ਦੇ ਕੰਨ ਹੁੰਦੇ ਆ। ਸੋ ਦੇਅਰਫੋਰ ਜਦੋਂ ਮੀਡੀਆ ਨੂੰ ਦਬਾਇਆ ਜਾਊਗਾ, ਹੁਣ ਮੈਂ ਤੁਹਾਨੂੰ ਉਦਾਹਰਨ ਦੇ ਦਿੰਦਾ, PTC ਤੇ ਭੇਜਿੰਗ ਇੰਡੀਆ ਤੇ ਬੁਲਾਰਾ ਨਹੀਂ ਭੇਜਦੇ, ਇਹ ਗਲੋਬਲ ਪੰਜਾਬ ਤੇ ਬੁਲਾਰਾ ਨਹੀਂ ਭੇਜਦੇ ਤੇ ਪਰਮਾਨੈਂਟਲੀ। ਤੇ ਮੈਂ ਕਹਿੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਆਪੋਜੀਸ਼ਨ ਸੀਗੀ ਉਦੋਂ ਬੁਲਾਰਾ ਆਉਣਾ ਹੁੰਦਾ ਸੀਗਾ, ਜਦੋਂ ਸਰਕਾਰ ਬਣ ਕੇ ਹੁਣ ਬੁਲਾਰਾ ਨੂੰ ਛੱਡਤਾ ਤੁਸੀਂ। ਮਤਲਬ ਲੋਕਤੰਤਰ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ ਸਰਕਾਰ ਨੂੰ ਸਵਾਲ ਹੁੰਦੇ ਆ। ਇਹ ਲੋਕਤੰਤਰ ਹੈ, ਇਹ ਡੰਡਾ ਤੰਤਰ ਨਹੀਂ ਹੈ। ਧਾਲੀਵਾਲ ਸਾਹਿਬ, ਆਮ ਆਦਮੀ ਪਾਰਟੀ ਨੂੰ ਸਮਝਣ ਦੀ ਲੋੜ ਹੈ ਇਹ। ਤੇ ਦੂਜੀ ਗੱਲ, ਇਹ ਟੌਪਿਕ ਨਾ ਭੇਜਣਾ ਚਾਹੀਦਾ ਹੋਵੇ। ਬਿਲਕੁਲ, ਜੇ ਟੌਪਿਕ ਨਾ ਇਹਨਾਂ ਦੇ ਕੰਮ ਦਾ ਇਹਨਾਂ ਨੂੰ ਲੱਗੇ ਤੇ ਫੇਰ ਇਹ ਸਕਿਪ ਕਰ ਦਿੰਦੇ ਆ ਡਿਬੇਟ। ਮਤਲਬ ਕਿ ਮੀਡੀਆ ਇਹ ਚਾਹੁੰਦੇ ਆ ਕਿ ਇਹਨਾਂ ਦੇ ਹਿਸਾਬ ਨਾਲ ਕੰਮ ਕਰੇ, ਇਹਨਾਂ ਦੇ ਹਿਸਾਬ ਨਾਲ ਹੈਡਲਾਈਨ ਲਿਖੇ, ਇਹਨਾਂ ਦੇ ਹਿਸਾਬ ਨਾਲ ਡਿਬੇਟ ਹੋਵੇ, ਇਹਨਾਂ ਨੂੰ ਸਵਾਲ ਨਾ ਕੋਈ ਕਰੇ। ਤੇ ਮੇਰਾ ਸਵਾਲ ਗਰੇਵਾਲ ਸਾਹਿਬ ਨੂੰ ਇਹ ਹੈ, ਗਰੇਵਾਲ ਸਾਹਿਬ ਨਿੱਜਰ ਸਾਹਿਬ ਬੜੇ ਅੱਛੇ ਮਿਨਿਸਟਰ ਸੀ, ਉਹਨਾਂ ਨੇ ਹੁਣ ਇਹ ਕਹਿਣਗੇ ਵੀ ਤੁਸੀਂ ਕੋ ਸਵਾਲ ਪੁੱਛ ਰਹੇ ਹੋ, ਤੁਸੀਂ ਤਾਂ ਕਾਂਗਰਸ ਚੋਂ ਸੀਗੇ ਤਾਂ ਮਿਨਿਸਟਰ ਨਾ ਪੰਜਾਬ ਦੇ, ਸੀਗੇ ਤਾਂ ਰਿਪਰੈਜ਼ੈਂਟੇਟਿਵ, ਕੰਸਟੀਚੁਐਂਸੀ ਜਿੱਤ ਕੇ ਆਏ ਆ, ਉਹਨਾਂ ਦੀ ਕੰਸਟੀਚੁਐਂਸੀ ਦੇ ਪਿੱਛੇ ਹੈ, ਉਹ ਪੁੱਛ ਰਹੇ ਹੈ ਵੀ ਨਿੱਜਰ ਸਾਹਿਬ ਨੂੰ ਉਤਾਰਿਆ ਕਿਉਂ, ਉਹਦੇ ਪਿੱਛੇ ਕਾਰਨ ਕੀ ਹੈ? ਕਦੇ ਇਹ ਤਾਂ ਨਹੀਂ ਵੀ ਉਹਨਾਂ ਨੇ ਇਹ ਕਹਿਤਾ ਸੀਗਾ ਕੁਝ ਅਜੀਬ ਦੇ ਹੱਕ 'ਚ ਬੋਲਤਾ ਸੀਗਾ, ਕਦੇ ਇਹ ਚੀਜ਼ ਤਾਂ ਨਹੀਂ ਆਮ ਆਦਮੀ ਪਾਰਟੀ ਨੂੰ ਚੁੱਭ ਗਈ ਵੀ ਅਸੀਂ ਤਾਂ ਇਨਕੁਆਇਰੀ ਆਰਡਰ ਕਰਵਾ ਰਹੇ ਹਾਂ
ਤੇ ਸਾਡਾ ਹੀ ਮਿਨਿਸਟਰ ਸਾਡਾ ਸਾਥ ਨਹੀਂ ਦੇ ਰਿਹਾ ਕਦੇ। ਇਹ ਕਾਰਨ ਤਾਂ ਇਹ ਗੱਲ ਦਾ ਜਵਾਬ ਦਿਓ। ਤੇ ਦੂਜੀ ਚੀਜ਼ ਦਾ ਇਹਦਾ ਵੀ ਜਵਾਬ ਦਿਓ ਕਿ 15 ਮਹੀਨੇ ਤੁਸੀਂ ਕੁਝ ਕੀਤਾ ਨਹੀਂ ਗਰੇਵਾਲ ਸਾਹਿਬ, ਤੇ ਜਦੋਂ ਥੋੜਾ ਜਿਹਾ ਤੁਹਾਡੇ ਹਿਸਾਬ ਨਾਲ ਕੰਮ ਹੋਣਾ ਨਹੀਂ ਆਪਣਾ ਹੋਇਆ ਤੇ ਨਾਲ ਦੀ ਨਾਲ ਜਿਹੜੀ ਹੈ ਇਨਕੁਆਇਰੀ ਆਰਡਰ ਹੋਗੀ। ਸੋ ਕੀ ਆਮ ਆਦਮੀ ਭਾਰਤੀ ਜਨਤਾ ਪਾਰਟੀ ਦੇ ਨਕਸ਼ੇ ਕਦਮ ਨੂੰ ਫੋਲੋ ਕਰਨਾ ਸ਼ੁਰੂ ਕਰਤਾ ਤੇ ਅੱਗੇ 2 ਕਦਮ, ਕਿਉਂਕਿ ਉਹਨਾਂ ਨੇ ਤਾਂ ਫਿਰ ਡਾਕੂਮੈਂਟਰੀ ਤੋਂ ਬਾਅਦ ਕੀਤਾ। ਤੁਸੀਂ ਤਾਂ ਇਹ ਵੀ ਚਾਹੁੰਦੇ ਹੋ ਕਿ ਤੁਹਾਡੇ ਮੁਤਾਬਿਕ ਖਬਰ ਜਿਹੜੀ ਹੈ ਲਿਖੀ ਜਾਵੇ, ਤੁਹਾਡੇ ਸਿਸਟਮ ਨਾਲ, ਤੁਹਾਡੇ ਆਪਣਾ ਇੰਟਰਸਟ ਨੂੰ ਵਾਚ ਕਰਕੇ ਲਿਖੀ ਜਾਵੇ, ਜੋ ਨਹੀਂ ਪੋਸੀਬਲ ਹੈ। मीडिया ने जो सच्चाई है वो रिपोर्ट करनी है, सरकार ने जो सच्चाई है उसका जवाब देना है। जो जवाब नहीं है कि गरेवाल साहब तो कह दिया करो नहीं है, लेकिन दबाने की कोशिश करोगे तो पूरा पंजाब। एक मिनट, सवाल कई हो गए। मैं गोशा साहब तो इजाजत ले लें क्योंकि वारी गोशा साहब दी सी। गोशा साहब ਤੁਹਾਡੇ ਤੋਂ ਪਹਿਲਾਂ ਸਵਾਲ ਲਵਾਂ ਕਿ ਗਰੇਵਾਲ ਸਾਹਿਬ ਦੇ ਜਵਾਬ ਲੈ ਲਵਾਂ ਜਿਹੜੇ ਗਰੇਵਾਲ ਸਾਹਿਬ ਬੋਲ ਸਕਦੇ, ਕੋਈ ਗੱਲ ਨਹੀਂ ਕਿਉਂਕਿ ਖੜਿਆਲ ਸਾਹਿਬ ਨੇ ਜਵਾਬ ਸਵਾਲ ਪਾਤੇ ਨਾ ਉਹਨਾਂ ਨੂੰ ਕਾਫੀ ਸਾਰੇ ਨਹੀਂ ਪਾੜ ਕਰਨ ਜਵਾਬ ਦੇਣ ਕੋਈ ਨਹੀਂ। ਮੈਂ ਠੀਕ ਹੈ ਗਰੇਵਾਲ ਧਾਲੀਵਾਲ ਸਾਹਿਬ ਇੱਕ ਇਹ ਵੀ ਸਵਾਲ ਐਡ ਕਰ ਲਓ ਇੱਕ ਲਾਈਨ ਦਾ। ਇਹ ਕਰਪਸ਼ਨ ਦੀ ਗੱਲ ਕਰਨਗੇ ਹੁਣ, ਇਹਨਾਂ ਨੂੰ ਇਹ ਪੁੱਛੋ ਜੇ ਕਰਪਸ਼ਨ ਤੇ ਜ਼ੀਰੋ ਟੋਲਰੈਂਸ ਹੈ, ਕਾਂਗਰਸ ਪਾਰਟੀ ਤੇ ਕੱਲ ਇਲਜ਼ਾਮ ਲਾਇਆ ਕਰਪਸ਼ਨ ਦਾ, ਤੇ ਸਾਡੇ ਤੋਂ ਹੀ ਸਮਰਥਨ ਕਿਉਂ ਮੰਗ ਰਹੇ ਹੋ ਫਿਰ? ਜੇ ਸਾਨੂੰ ਕਰਪਟ ਕਹਿ ਰਹੇ ਹੋ ਫਿਰ ਸਾਡੇ ਤੋਂ ਸਮਰਥਨ ਮੰਗਣਾ ਇਹ ਤੋਂ ਵੱਡੇ ਦੋਹਰੇ ਮਾਪਦੰਡ ਕੀ ਹੋ ਸਕਦੇ ਹੋ? ਗਰੇਵਾਲ ਸਾਹਿਬ ਆਪਣੀ ਲੀਡਰਸ਼ਿਪ ਨੂੰ ਕੰਡੈਮ ਕਰੋ, ਨਿੰਦਾ ਕਰੋ, ਰਿਪਲੀਮੈਂਡ ਕਰੋ, ਕਹੋ ਕੇਜਰੀਵਾਲ ਸਾਹਿਬ ਨੇ ਗਲਤ ਕੀਤਾ। ਆਓ ਠੀਕ ਹੈ ਗਰੇਵਾਲ ਸਾਹਿਬ, ਨਾਲੇ ਤਾਂ ਸਵਾਲ ਲੈ ਕੇ ਸਕੰਜਵੀ ਪੀਨੇ, ਨਾਲੇ ਕਹਿੰਦੇ ਨਿੰਬੂ ਖੱਟੇ ਆ। ਚਲੋ ਨਿੱਜਰ ਸਾਹਿਬ ਦੇ ਆਪਣੇ ਵਿਅਕਤੀਗਤ ਕਾਰਨ ਨੇ ਜੀ, ਉਹ ਮੈਂ ਕਿਸੇ ਦੀ ਪਰਸਨਲ ਲਾਈਫ 'ਚ ਉਹਨਾਂ ਦੇ ਕੁਝ ਵਿਅਕਤੀਗਤ ਕਾਰਨ ਨੇ, ਉਹ ਲੈਟਸ ਨਾਟ ਗੋ ਦੇਅਰ ਕਿਉਂਕਿ ਉਹਨਾਂ ਦਾ ਪਰਸਨਲ ਰੀਜ਼ਨ ਹੈ। ਨਿੱਜਰ ਸਾਹਿਬ ਐਕਸਪਲੇਨ ਕਰਦੇ ਨੇ ਪਹਿਲੀ ਗੱਲ। ਦੂਜੀ ਗੱਲ, ਬਿਲਕੁਲ ਠੀਕ ਜੀ, ਬਿਲਕੁਲ ਠੀਕ ਹੈ ਕਹਿ ਰਹੇ ਨੇ ਕਿ ਤੁਸੀਂ ਇੱਥੇ ਨਹੀਂ ਜਾਂਦੇ ਜਿੱਥੇ ਨਹੀਂ ਜਾਂਦੇ, ਕਿਸੇ ਨੂੰ ਬੰਦ ਤਾਂ ਕੀਤਾ ਨਹੀਂ ਗਿਆ। ਜੇ ਕੋਈ ਡਿਫਿਕਲਟ ਕੁਐਸਚਨ ਕੋ ਪੁੱਛਦਾ ਉਹਦਾ ਜਵਾਬ ਨਹੀਂ ਕਦੇ। ਹਮਦਰਦ ਸਾਹਿਬ ਵੀ ਕੁਐਸਚਨੇਅਰ ਗਿਆ ਜੀ, ਉਹ ਤੋਂ ਕੁਐਸਚਨੇਅਰਸ ਤੋਂ ਇੰਨਾ ਮੈਨੂੰ ਨਹੀਂ ਲੱਗਦਾ ਬੰਦੇ ਨੂੰ ਭੱਜਣਾ ਚਾਹੀਦਾ। ਕੋਈ ਗੱਲ ਨਹੀਂ, ਡਿਫਰੈਂਸਿਸ ਹੋ ਸਕਦੇ। ਸਾਡੀ ਜੇ ਕੁਰਸੀ ਵੇਲੀ ਮੈਂ ਪਰਸਨਲੀ ਮੈਂ ਤਾਂ ਹਮਾਇਤੀ ਨਹੀਂ, ਪਰ ਜੇ ਇੱਕ ਕਲੈਕਟਿਵ ਕਾਲ ਲਈ ਗਈ ਹੈ, ਕਲੈਕਟਿਵ ਕਾਲ ਲਈ ਕਿਸੇ ਨੂੰ ਕੁਝ ਬੋਲਣ ਨੂੰ ਚੁੱਪ ਨਹੀਂ ਕਰਾਇਆ ਗਿਆ। ਸਾਨੂੰ ਕ੍ਰਿਟਿਸਾਈਜ਼ ਕਰਨ, ਜੇ ਸਾਡੇ ਨਿੰਦਾ ਕਰਦੇ ਆ ਜਾਂ ਸਾਨੂੰ ਕ੍ਰਿਟਿਸਾਈਜ਼ ਕਰਦੇ ਕਿ ਕਿਸੇ ਸੀਟ ਖਾਲੀ ਪਈ ਹੈ, ਆਈ ਸੈਲੂਟ ਦੈਟ, ਆਈ ਐਕਸੈਪਟ ਦੈਟ। ਪਹਿਲੀ ਗੱਲ। ਦੂਜੀ ਗੱਲ, ਮੈਂ 2-3 ਗੱਲਾਂ ਦੇਖ ਰਿਹਾ ਕਿ ਕਿਸ ਤਰ੍ਹਾਂ ਇਹ ਹਿਪੋਕ੍ਰੇਸੀ ਹੈ ਕਿ ਅੱਜ ਪੰਜਾਬ ਦੇ ਚੌਥੇ ਪਿਲਰ ਦੀ ਚਿੰਤਾ ਹੋ ਗਈ ਜਦੋਂ 2014 ਤੋਂ ਲੈ ਕੇ ਕਿਸਾਨ ਅੰਦੋਲਨ ਤੱਕ ਸਾਰੇ ਦੇਸ਼ ਦਾ ਮੀਡੀਆ ਗੋਦੀ ਮੀਡੀਆ ਬਣਾਇਆ ਗਿਆ ਸੀਗਾ। ਉਦੋਂ ਤਾਂ ਐਨਡੀਏ ਦੇ ਵਿੱਚ ਅਕਾਲੀ ਵੀ ਸੀਗੇ ਨਾ ਜੀ, ਬਿਲਕੁਲ ਸੀ। ਦੂਜੀ ਗੱਲ, ਕਾਂਗਰਸ ਨੂੰ ਬੜੀ ਚਿੰਤਾ ਹੋ ਰਹੀ ਹੈ ਜੀ। ਮੈਨੂੰ ਤਾਂ ਇੱਥੋਂ ਜੀ ਇੱਥੇ ਦ ਹਿਸਟਰੀ ਇਜ਼ ਰਾਈਟ, ਇਫ ਮਾਈ ਹਿਸਟਰੀ ਇਜ਼ ਰਾਈਟ, ਤੇ ਐਮਰਜੈਂਸੀ ਵੇਲੇ ਤਾਂ ਉਸ ਤੋਂ ਬਾਅਦ ਤਾਂ ਪਿਕਚਰਾਂ ਤੱਕ ਤੇ ਬੈਨ ਲੱਗ ਗਿਆ ਸੀਗਾ ਕਿ ਤੁਸੀਂ ਇਹ ਪਿਕਚਰ ਵੀ ਨਹੀਂ ਰਿਲੀਜ਼ ਕਰ ਸਕਦੇ ਕਿਉਂਕਿ ਸੰਜੇ ਜੀ ਨੂੰ ਪਸੰਦ ਨਹੀਂ ਸੀਗੀ। ਸੋ ਕਾਂਗਰਸ ਦੀ ਚਿੰਤਾ ਜਿਹੜੀ ਹੈ ਨਾ ਸਰ, ਮੈਂ ਇੱਕ ਗੱਲ ਦੇਖਦਾ, ਜਿਹੜੇ ਕ੍ਰੋਕੋਡਾਈਲ ਟੀਅਰਸ ਹੁੰਦੇ ਆ, ਅਸੀਂ ਸਮਰਥਨ ਫੈਡਰਲਿਜ਼ਮ ਲਈ ਮੰਗ ਰਹੇ ਹਾਂ। ਅਸੀਂ ਇਹ ਮੰਗ ਰਹੇ ਹਾਂ ਕਿ ਜਿਹੜੀ ਤਾਨਾਸ਼ਾਹੀ ਕਦੇ ਕਾਂਗਰਸ ਕਰਦੀ ਹੁੰਦੀ ਸੀ, ਅੱਜ ਬੀਜੇਪੀ ਉਹਦੇ ਤੇ ਉਤਰ ਰਹੀ ਹੈ। ਮਾਨਯੋਗ ਸੁਪਰੀਮ ਕੋਰਟ ਦੇ ਕਨਸਟੀਟਿਊਸ਼ਨ ਬੈਂਚ ਦੀ ਬੀਜੇਪੀ ਗੱਲ ਨਹੀਂ ਸੁਣਦੀ, ਅਵਹੇਲਨਾ ਕਰ ਰਹੀ ਹੈ। ਤੇ ਅਸੀਂ ਇਹ ਕਹਿ ਰਹੇ ਹਾਂ ਕਿ ਜੇ ਤੁਸੀਂ ਇਨ ਪ੍ਰਿੰਸੀਪਲ ਇਹਦੇ ਨਾਲ ਖੜਨਾ ਚਾਹੁੰਦੇ ਖੜੋ, ਨਹੀਂ ਖੜਨਾ ਚਾਹੁੰਦੇ ਨਾ ਖੜੋ। ਅਸੀਂ ਤਾਂ ਕੋਈ ਕਿਸੇ ਤਰੀਕੇ ਦਾ ਕੋਈ ਪ੍ਰੈਸ਼ਰ ਨਹੀਂ ਜੀ, ਨਹੀਂ ਕਰਨਾ ਨਾ ਕਰੋ, ਕੋਈ ਗੱਲ ਨਹੀਂ। ਮੇਰਾ ਕਹਿਣਾ ਇਹ ਹੈ ਧਾਲੀਵਾਲ ਸਾਹਿਬ, ਮੈਂ 2 ਗੱਲਾਂ ਪੁੱਛੂੰਗਾ। ਅੱਜ ਸਾਰੇ ਭਰਾ ਇਕੱਠੇ ਹੋ ਗਏ, ਚਲੋ ਬੜੀ ਚਿੰਤਾ ਇਹਨਾਂ ਨੂੰ, ਮੀਡੀਆ ਦੀ ਬਹੁਤ ਚਿੰਤਾ ਹੈ। ਤੇ ਕੀ ਗੱਲ ਇੰਨੀ ਦੇਰ ਦਾ ਜਦੋਂ ਗੋਦੀ ਮੀਡੀਆ ਧੱਜੀਆਂ ਉਡਾ ਰਿਹਾ ਸੀ ਉਦੋਂ ਤਾਂ ਤੁਹਾਡੇ ਮੂੰਹ ਚੋਂ ਆਵਾਜ਼ ਨਾ ਨਿਕਲੀ, ਕੀ ਗੱਲ ਹੋ ਗਈ ਜੀ? ਅੱਜ ਤੁਹਾਨੂੰ ਐਡੀ ਜ਼ਿਆਦਾ ਪ੍ਰੈਸ 1000 ਰਿਪੋਰਟਰਸ ਨੇ ਦਿੱਤਾ, ਉਹ ਖਬਰ ਕਿਤੇ ਲੱਗੀ ਨਹੀਂ ਜੀ। ਦੇ ਟਾਕ ਅਬਾਊਟ ਦ ਹੋਲ ਕੰਟਰੀ। ਅੱਜ ਗੱਲ ਕਰਦੇ ਅਸੀਂ ਨੈਸ਼ਨਲ ਪਾਰਟੀਆਂ, ਅਸੀਂ ਫਲਾਣਾ, ਜਦੋਂ ਉਹ ਵਿਚਾਰਾ ਉਹ ਜਿਹੜਾ ਕੇਰਲਾ ਦਾ ਰਿਪੋਰਟਰ ਸੀਗਾ, ਜਿਹੜਾ ਹਾਥਰਸ ਚ ਉਹ ਬੱਚੀ ਜਿਹੜੀ ਮਰ ਗਈ ਸੀ ਉਹਨੂੰ ਕਵਰ ਕਰਨ ਚੱਲਾ ਸੀਗਾ, ਉਹਨੂੰ ਫੜ ਕੇ ਅਰਸ਼ਦੀਪ ਕੱਪਨ ਉਹਨੂੰ ਫੜ ਕੇ 800 ਦਿਨ ਲਈ ਅੰਦਰ ਦਿੱਤਾ ਸੀਗਾ। ਉਹ ਕਿੱਥੇ ਸੀ? ਉਹ ਕੀ ਸੀ ਜੀ? ਉਹ ਕੀ ਪ੍ਰੈਸ ਫਰੀਡਮ ਸੀਗੀ? ਸਾਡਾ ਸਿਰਫ ਇੱਕ ਮੰਨਣਾ ਹੈ ਜੀ ਕਿ ਹਿਪੋਕ੍ਰੇਸੀ ਦੀ ਚਰਮ ਸੀਮਾ, ਜਿਵੇਂ ਮੋਦੀ ਜੀ ਕਹਿੰਦੇ ਹੋਏ, ਉਹ ਚੱਲ ਰਹੀ ਹੈ। ਅੱਜ ਕਾਂਗਰਸ, ਅਕਾਲੀ, ਭਾਜਪਾ ਦਾ ਡਿਫਰੈਂਸ ਨਹੀਂ ਪਤਾ ਲੱਗਦਾ। ਵੱਡੇ ਵੀਰ ਜੀ ਇਹਦੇ ਚ, ਛੋਟੇ ਵੀਰ ਜੀ ਉਹਦੇ ਚ। ਅਕਾਲੀ ਤੇ ਭਾਜਪਾ ਸੰਗਲ ਤੜਾਈ ਰਹੇ ਹੈ ਕਿ ਬਈ ਆਪਾਂ ਇਕੱਠੇ ਹੋ ਲਈਏ, ਆਪਾਂ ਚੰਗੇ ਹੁੰਦੇ ਸੀ, ਆਪਾਂ ਬਹੁਤ 9 ਮਾਸ ਦਾ ਰਿਸ਼ਤਾ ਸੀਗਾ, ਸਾਰਾ ਕੁਝ ਸੀਗਾ। ਸੋ ਬੇਸਿਕਲੀ ਇਹ ਇੱਕ ਪੋਲੀਟੀਕਲ ਸ਼ਰੇਡ ਸੀ, ਹਿਪੋਕ੍ਰੇਸੀ ਸੀ। ਸਾਰਾ ਪੰਜਾਬ ਜਾਣਦਾ ਕਿ ਕਿੰਨੀ ਜੀ ਫਰੀडम ਰੋਕਤੀ, ਕੀ ਕੁਝ ਰੋਕਤਾ। ਅੱਜ ਮੈਂ ਸੁਣ ਹੀ ਰਿਹਾ, ਐਂਡ ਮੈਂ 2-3 ਗੱਲਾਂ ਹੋਰ, ਜਿਹੜੀ ਜਿਸ ਤਰ੍ਹਾਂ ਦੀ ਸ਼ਬਦਾਵਲੀ ਕੁਝ ਲੋਕ ਇਸਤੇਮਾਲ ਕਰਦੇ ਆ, ਉੱਥੋਂ ਫਰਸਟ੍ਰੇਸ਼ਨ ਸਮਝ ਆਉਂਦੀ ਹੈ ਕਿ ਜਿਸ ਤਰ੍ਹਾਂ ਦੀ ਫਰਸਟ੍ਰੇਸ਼ਨ ਉੱਭੜ ਕੇ ਸ਼ਬਦਾਵਲੀ 'ਚ ਨਿਕਲਦੀ ਹੈ ਨਾ ਜੀ। ਅੱਜ ਤੁਸੀਂ ਸੁਣੋ, ਵੱਡੇ ਤੋਂ ਲੈ ਕੇ ਛੋਟੇ ਲੀਡਰ ਤੱਕ ਗੱਲਾਂ ਕੀ ਕਰ ਰਹੇ ਨੇ। ਅੱਜ ਜੀ ਇੰਨਾ ਡੈਮੋਕ੍ਰੇਸੀ ਦਾ ਘਾਣ, ਇੰਨਾ ਜੀ ਫਲਾਣਾ, ਇੰਨਾ ਜੀ ਧਮਕਾਣਾ। ਉਹ ਭਾਈ ਸਾਹਿਬ, ਤੁਸੀਂ ਬੋਲ ਰਹੇ ਹੋ, ਅਸੀਂ ਬੋਲ ਰਹੇ ਹਾਂ, ਮੀਡੀਆ ਕ੍ਰਿਟਿਸਾਈਜ਼ ਕਰ ਰਿਹਾ। ਜਿੱਥੇ ਗਲਤ ਹੈ ਅਸੀਂ ਗਲਤੀ ਮੰਨ ਰਹੇ ਹਾਂ, ਜਿੱਥੇ ਕੋਈ ਡਿਫਰੈਂਸ ਆਫ ਓਪੀਨੀਅਨ ਹੈ,
ਤੁਹਾਨੂੰ ਤੁਹਾਡੀ ਗੱਲ ਰੱਖਣ ਦਾ ਅਧਿਕਾਰ ਹੈ, ਸਾਨੂੰ ਸਾਡੀ ਵੀ ਰੱਖਣ ਦਾ ਅਧਿਕਾਰ ਹੈ ਨਾ ਜੀ। ਤੇ ਸਾਨੂੰ ਇਹ ਵੀ ਕਹਿਣ ਦਾ ਅਧਿਕਾਰ ਹੈ ਕਿ ਤੁਹਾਡੇ ਇਸ ਸਾਰੇ ਕੰਮ ਚੋਂ ਹਿਪੋਕ੍ਰੇਸੀ ਝਲਕਦੀ ਹੈ। ਪਲੀਜ਼ ਕ੍ਰੋਕੋਡਾਈਲ ਟੀਅਰਸ ਮੀਡੀਆ ਲਈ ਨਾ ਬਚਾਓ, ਬਿਕੋਜ਼ ਸਾਰੀ ਦੁਨੀਆ ਜਾਣਦੀ ਹੈ ਕਿ ਕੌਣ ਕਿਹਨੂੰ ਕਿੱਥੇ ਕਾਣ ਕਰਦਾ ਹੈ। ਸਾਹਿਬ ਮੇਰਾ ਪਿਛਲੇ ਕਈ ਸਾਲਾਂ ਦਾ ਇੱਕ ਤਜਰਬਾ ਹੈ, ਮੈਂ ਇਹ ਗੱਲ ਨਹੀਂ ਕਹਿ ਰਿਹਾ ਹੈਗਾ, ਠੀਕ ਹੈ ਮੈਂ ਤਾਂ ਤੁਹਾਡੀ ਗੱਲ ਨਾਲ ਸਹਿਮਤ ਹੋਇਆ ਵੀ ਕਿ ਮਾੜੀ ਗੱਲ ਹੈ ਕਿ ਬੁਲਾਰੇ ਨੂੰ ਜਾਣਾ ਚਾਹੀਦਾ, ਖਾਸ ਕਰਕੇ ਸਰਕਾਰ ਦੇ ਬੁਲਾਰੇ ਨੂੰ ਜਾਣਾ ਚਾਹੀਦਾ, ਕਿਉਂਕਿ ਸਰਕਾਰ ਲੋਕਾਂ ਨੂੰ ਜਵਾਬਦੇਹ ਹੈ। ਪਰ ਮੇਰਾ ਬਹੁਤ ਸਾਲਾਂ ਦਾ ਤਜਰਬਾ ਹੈ, ਮੈਂ ਡਿਬੇਟਸ ਅੱਜ ਦਾ ਨਹੀਂ, ਕਈ ਮਾਧਿਅਮ ਤੋਂ ਕਈ ਸਾਲਾਂ ਤੋਂ ਕਰ ਰਿਹਾ। ਬਹੁਤ ਸਾਰੀਆਂ ਪਾਰਟੀਆਂ ਨਹੀਂ ਸੀ ਆਉਂਦੀਆਂ, ਕਈ ਰੈਗੂਲਰ ਨਹੀਂ ਸੀ ਆਉਂਦੀਆਂ, ਕਈ ਕਦੇ ਨਹੀਂ ਸੀ ਆਉਂਦੀਆਂ, ਕਿਉਂਕਿ ਜਿਹਨੂੰ ਜਿਹੜਾ ਰੰਗ ਨਹੀਂ ਸੀ ਪਾਉਂਦਾ ਤੇ ਉਹ ਫਿਰ ਉਹ ਨਹੀਂ ਸੀ ਪਾਉਂਦਾ। ਇਸ ਤਰੀਕੇ ਦਾ ਇਹ ਪਿਕ ਐਂਡ ਚੂਜ਼ ਦਾ ਸਾਰੇ ਪਾਸੇ ਰਿਹਾ ਹੀ ਰਿਹਾ। ਤੇ ਆ ਗਈ ਗੱਲ ਗੋਸ਼ਾ ਸਾਹਿਬ ਕੋਲੇ। ਗੋਸ਼ਾ ਸਾਹਿਬ, ਮੈਨੂੰ ਇਹ ਲੱਗਦਾ ਕਿ ਅੱਜ ਜਿੰਨੀ ਮਾੜੀ ਬੀਜੇਪੀ ਨਾਲ ਹੋਈ ਹੈ ਕਿਸੇ ਨਾਲ ਨਹੀਂ ਹੋਈ। ਜਿਹੜੀਆਂ ਤੁਹਾਨੂੰ ਬੁਲਾ ਕੇ ਭਿਉਂ ਕੇ ਮਾਰੀਆਂ ਗਈਆਂ ਨੇ, ਚਾਹੇ ਉਹ ਕਾਂਗਰਸ ਨੇ ਚਾਹੇ ਉਹ ਕਿਸੇ ਹੋਰ ਨੇ, ਨਾਲੇ ਤਾਂ ਤੁਹਾਡਾ ਸਾਥ ਲੈ ਲਿਆ ਤੇ ਨਾਲੇ ਤੁਹਾਨੂੰ ਸੁਣਾਤੀਆਂ ਭਾਈ ਕੇਂਦਰ 'ਚ ਤੁਸੀਂ ਕਰਦੇ ਹੋ, ਸੂਬੇ 'ਚ ਇਹ ਕਰਦੇ ਆ। ਧਾਲੀਵਾਲ ਸਾਹਿਬ, ਗੱਲ ਮੈਂ ਪਹਿਲਾਂ ਇਸੇ ਮਹੀਨੇ ਦੀ ਲੈ ਕੇ ਜਾਵਾਂਗਾ। ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਵੀ ਇਹਨਾਂ ਦਿਨਾਂ 'ਚ ਹੀ ਹੋਈ ਸੀ। ਇਹ ਗਮਗੀਨ ਮਾਹੌਲ ਹੁੰਦਾ ਹੈ, ਕੋਈ ਸ਼ੱਕ ਨਹੀਂ। 25 ਜੂਨ 1975 ਨੂੰ ਵੀ ਐਮਰਜੈਂਸੀ ਇਹਨਾਂ ਦਿਨਾਂ 'ਚ ਹੀ ਲੱਗੀ ਸੀਗੀ। ਇਹ ਵੀ ਕੋਈ ਸ਼ੱਕ ਨਹੀਂ ਕਿ 1984 ਦੇ ਵਿੱਚ ਵੀ ਜਿਹੜਾ ਕਤਲੇਆਮ ਹੋਇਆ ਸੀ, ਜਿਹੜਾ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ, ਜਿਹੜਾ ਹਿੰਦੂ ਸਿੱਖਾਂ 'ਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਹ ਵੀ ਇਹਨਾਂ ਦਿਨਾਂ 'ਚ ਹੋਇਆ ਸੀ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਪੁਰਾਣੀਆਂ ਗੱਲਾਂ ਗਲਤੀਆਂ ਕੀਤੀਆਂ ਤੇ ਅੱਗੋਂ ਸੁਧਾਰ ਨਹੀਂ ਸਕਦੇ। ਅੱਗੋਂ ਕਈ ਗੱਲਾਂ ਸੁਧਾਰ ਸਕਦੇ ਸੀ। ਇਹਦੇ ਉੱਤੇ ਆਮ ਆਦਮੀ ਪਾਰਟੀ ਜੋ ਅੱਜ ਕਰ ਰਹੀ ਹੈ, ਉਹ ਐਮਰਜੈਂਸੀ ਵਾਲੇ ਹਾਲਾਤ ਬਿਲਕੁਲ ਬਣਾ ਰਹੀ ਹੈ। ਜੋ ਅੱਜ ਇਕੱਠ ਹੋਇਆ ਉਹਦੇ ਵਿੱਚ ਗੱਲਾਂ ਕੀ ਨਿਕਲ ਕੇ ਬਾਹਰ ਆਈਆਂ, ਪਹਿਲਾਂ ਸਮਝਣਾ ਪੈਣਾ। ਇਸ ਤੋਂ ਪਹਿਲਾਂ ਪੀਟੀਸੀ ਤੇ ਵੀ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਅੰਦਰ ਜਾਣ ਤੋਂ ਇਜਾਜ਼ਤ ਤੋਂ ਮਨਾ ਕੀਤਾ ਵੀ ਅੰਦਰ ਨਾ ਜਾਇਆ ਜਾਵੇ। ਫਿਰ ਅਜੀਤ ਅਖਬਾਰ ਦੇ ਜਿਹੜੇ ਉਹ ਪੱਤਰਕਾਰ ਜਿਹਨਾਂ ਨੂੰ ਪਦਮ ਵਿਭੂਸ਼ਣ ਜਿਹਨਾਂ ਅਵਾਰਡ ਮਿਲਿਆ ਹੋਇਆ, ਚਾਹੇ ਰਾਜ ਸਭਾ ਮੈਂਬਰ ਵੀ ਰਹੇ, ਉਹਨਾਂ ਦਾ ਮੁੱਦਾ ਕੀ ਸੀਗਾ? ਉਹਨਾਂ ਨੇ ਇਹਨਾਂ ਨੇ ਕਿਹਾ ਸੀ ਵੀ ਖਬਰ ਜਿਹੜੀ ਸਾਡੀ ਐਡਵਰਟਾਈਜ਼ਮੈਂਟ ਹੈ ਉਹਨੂੰ ਖਬਰ ਦੇ ਰੂਪ 'ਚ ਦਿਖਾਇਆ ਜਾਵੇ, ਤੇ ਉਹਨਾਂ ਨੇ ਮਨਾ ਕਰਤਾ। ਲੜਾਈ ਤਾਂ ਅਸਲੀ ਇਹ ਚੱਲ ਰਹੀ ਹੈ। ਲੜਾਈ ਦੇ ਵਿੱਚ ਆਮ ਆਦਮੀ ਪਾਰਟੀ ਪਿਛਲੀਆਂ ਪਾਰਟੀਆਂ ਨੇ ਕਿਉਂ ਗਿਆ ਕਿ ਉਹ ਤੋਂ ਸਿੱਖੇ। ਆਪਾਂ ਬਦਲਾਵ ਕੀ ਲੈ ਕੇ ਆਏ? ਆਪਾਂ ਉਹੀ ਧੱਕੇਸ਼ਾਹੀ ਆਪਾਂ ਅੱਜ ਕਰ ਰਹੇ ਹਾਂ। ਜਵਾਲ ਸਾਹਿਬ ਤਾਂ ਬਾਕੀ ਨਾਲ ਗੱਲ ਕਰ ਰਹੇ ਵੀ ਸੱਚੇ ਸੁੱਚੇ ਹੁੰਦੇ ਆ। ਇਹ ਗੱਲ ਕੀਤੀ ਜਾਵੇ, ਸ਼ਰਦ ਪਵਾਰ ਜੀ ਨੂੰ ਸਭ ਤੋਂ ਚੋਰ ਠੱਗ ਕਹਿਣ ਵਾਲੇ ਇਹ ਬੰਦੇ ਸੀਗੇ, ਸ਼ਿਵ ਸੈਨਾ ਨੂੰ ਚੋਰ ਠੱਗ ਕਰਨ ਵਾਲੇ ਇਹ ਬੰਦੇ ਸੀਗੇ, ਕਾਂਗਰਸ ਨੂੰ ਚੋਰ ਠੱਗ ਕਹਿਣ ਵਾਲੇ ਇਹ ਬੰਦੇ ਸੀ। ਅੱਜ ਸਿਰਫ ਆਪਣੀ ਸਿਆਸਤ ਪਿੱਛੇ, ਕੁਰਸੀਆਂ ਦੇ ਪਿੱਛੇ ਜੱਫੀਆਂ ਪਾ ਰਹੇ ਆ। ਪ੍ਰੈਸ ਦੀ ਆਜ਼ਾਦੀ ਲਈ ਕਿਸੇ ਨੂੰ ਇਕੱਠੇ ਹੋਣਾ ਤਾਂ ਮਾੜੀ ਗੱਲ ਥੋੜਾ ਆ, ਕੋਈ ਵੀ ਇਕੱਠੇ ਹੋ ਸਕਦਾ। ਇਹ ਤਾਂ ਗੱਲ ਇਹ ਸਿਰਫ ਬਣਾਈ ਜਾ ਰਹੀ ਹੈ। ਜੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰਦੇ, ਭਾਰਤੀ ਜਨਤਾ ਪਾਰਟੀ ਦੀ ਧੱਕੇਸ਼ਾਹੀ ਦੀ ਗੱਲ ਕਰਦੇ, ਇਹ ਆਪ ਧੱਕੇਸ਼ਾਹੀ ਕਰਦੇ ਆ। ਸਿਰਫ ਇਲਜ਼ਾਮ ਲਗਾਉਣਾ ਚਾਹੁੰਦੇ ਭਾਰਤੀ ਜਨਤਾ ਪਾਰਟੀ ਤੇ। ਭਾਰਤੀ ਜਨਤਾ ਪਾਰਟੀ ਨੇ ਤਾਂ ਕੋਈ ਕੰਮ ਨਹੀਂ ਕੀਤਾ। ਚੈਨਲ ਹੁਣ ਵੀ ਚੱਲਦੇ ਆ, ਚਾਹੇ ਪਹਿਲਾ ਸੰਘਰਸ਼ ਚੱਲਦੇ ਸੀ ਚੈਨਲ, ਉਦੋਂ ਵੀ ਚੱਲਦੇ ਸੀ। ਸਿਰਫ ਪੰਜਾਬ ਦੇ ਅੰਦਰ ਪਿਛਲੇ ਦਿਨਾਂ 'ਚ ਵੀ ਸੈਂਕੜੇ ਇਹੋ ਜਿਹੇ ਚੈਨਲ ਹੈ ਜਿਨ੍ਹਾਂ ਤੇ ਰੋਕ ਲਾ ਦਿੱਤੀ ਗਈ ਸੀ, ਜਿਹੜੇ ਹੌਲੀ ਖੁੱਲ ਰਹੇ ਆ। ਦੂਜੀ ਗੱਲ ਹੈ, ਗਰੇਵਾਲ ਸਾਹਿਬ ਕਹਿ ਰਹੇ ਸੀ ਵੀ ਖਬਰ ਨਹੀਂ ਲੱਗੀ ਵੀ 1000 ਤੋਂ ਵੱਧ ਜੇ ਪੱਤਰਕਾਰ ਇਹਨਾਂ ਦੇ ਖਿਲਾਫ ਚਲੇ ਗਏ। ਉਹ ਖਬਰ ਭਾਈ ਸਾਹਿਬ ਤੁਸੀਂ ਪੜੋਗੇ ਤਾਂ ਹੀ ਪਤਾ ਲੱਗੂਗਾ ਨਾ। ਚੈਨਲਾਂ 'ਚ ਚੈੱਕ ਕਰੋ, ਇੰਟਰਨੈਟ ਤੇ ਚੈੱਕ ਕਰੋ, ਤੁਹਾਡੇ ਖਿਲਾਫ ਖਬਰ ਲੱਗੀ ਹੈ, ਤੁਸੀਂ ਜਾਗੋ। ਜੇ ਨਿੱਜਰ ਸਾਹਿਬ ਨੇ ਹਮਦਰਦ ਸਾਹਿਬ ਦੇ ਹੱਕ 'ਚ ਬਿਆਨ ਦੇਤਾ ਤੇ ਤੁਸੀਂ ਉਹਨਾਂ ਨੂੰ ਕੁਰਸੀ ਤੋਂ ਲਾਹਤਾ, ਤੁਸੀਂ ਕਹਿੰਦਾ ਨਿੱਜੀ ਕਾਰਨ ਹੈ। ਨਿੱਜੀ ਕਾਰਨਾਂ ਪਿੱਛੇ, ਸਿਆਸਤ ਪਿੱਛੇ ਤਾਂ ਕਹਿੰਦੇ ਸੀ ਸੇਵਾ ਕਰਨੀ ਹੈ, ਅਸੀਂ ਨਿੱਜੀ ਕੰਮ ਛੱਡਦੇ। ਇਹ ਪਹਿਲਾ ਬੰਦਾ ਦੇਖਿਆ ਕਹਿ ਰਿਹਾ ਵੀ ਮੈਨੂੰ ਨਿੱਜੀ ਕੰਮ ਹੈ ਤੇ ਮੈਂ ਸਮਾਜ ਸੇਵਾ ਛੱਡ ਰਿਹਾ। ਇਹ ਉਹਨਾਂ ਨੇ ਛੱਡੀ ਨਹੀਂ, ਤੁਸੀਂ ਛਡਾਈ ਗਈ ਹੈ। ਤੁਸੀਂ ਉਹ ਹਰ ਆਵਾਜ਼ ਬੰਦ ਕਰ ਰਹੇ ਹੋ ਜਿਹੜੀ ਤੁਹਾਡੇ ਖਿਲਾਫ ਬੋਲਦੀ ਹੈ। ਪਰ ਤੁਸੀਂ ਇਹ ਦੇਖੋ, ਖਿਲਾਫ ਦੀ ਗੱਲ ਨਹੀਂ, ਉਹ ਸੱਚ ਦੀ ਆਵਾਜ਼ ਕਰ ਰਿਹਾ ਕਿ ਝੂਠ ਦੀ ਆਵਾਜ਼ ਕਰ ਰਿਹਾ। ਤੁਸੀਂ ਕਹਿੰਦੇ ਵੀ ਘਟਾੜੂ ਚੱਕ ਦੀ ਗੱਲ ਕਰਦੇ, ਘਟਾੜੂ ਚੱਕ ਦੀ ਸਾਰੀ ਦੁਨੀਆ ਨੂੰ ਪਤਾ, ਸਾਨੂੰ ਸੱਚ ਦੱਸਣ ਦੀ ਜ਼ਰੂਰਤ ਨਹੀਂ ਹੈ। ਉਹ ਜਿਹੜੀ ਜਲੰਧਰ ਦੇ ਵਿੱਚ ਜਿਹੜੀ ਜਿਮਣੀ ਚੋਣ ਹੋਈ ਹੈ, ਉਹਦੇ ਵਿੱਚ ਕਿੰਨੀ ਧੱਕੇਸ਼ਾਹੀ ਹੋਈ ਹੈ, ਉਹ ਵੀ ਸਾਰੇ ਬੰਦਿਆਂ ਨੂੰ ਪਤਾ। ਕਿਹੜੇ ਐਮਐਲਏ ਧੱਕੇਸ਼ਾਹੀ ਕਰ ਰਹੇ ਸੀ, ਜਿਨ੍ਹਾਂ ਨੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਉਲਟਾ ਪਰਚੇ ਉਹਨਾਂ ਤੇ ਹੋ ਗਏ, ਵੀ ਜਿਨ੍ਹਾਂ ਨੇ ਇਲਜ਼ਾਮ ਲਾਏ ਵੀ ਧੱਕੇਸ਼ਾਹੀ ਹੋ ਰਹੀ ਹੈ। ਇਹ ਡੈਮੋਕ੍ਰੇਸੀ ਨਹੀਂ ਹੈ। ਜੇ ਅੱਜ ਸਾਰੀਆਂ ਪਾਰਟੀਆਂ ਤੁਹਾਡੇ ਖਿਲਾਫ ਗੱਲ ਕਰ ਰਹੀਆਂ ਨਾ, ਤੇ ਇੱਥੇ ਸਮਝਣਾ ਚਾਹੀਦਾ ਵੀ ਪੁਰਾਣੀਆਂ ਗਲਤੀਆਂ ਜੇ ਕਿਸੇ ਪਾਰਟੀ ਨੇ ਕੀਤੀ ਉਹ ਭੁਗਤਦੇ ਪਏ ਆ, ਤੇ ਤੁਸੀਂ ਵੀ ਕਿਤੇ ਭੁਗਤੋ ਨਾ। ਇਹ ਧੱਕੇਸ਼ਾਹੀ ਬੰਦ ਹੋਣੀ ਚਾਹੀਦੀ ਹੈ। ਪਰ ਇਹਨਾਂ ਦਾ ਇਲਜ਼ਾਮ ਅੱਜ ਉਹੀ ਗੱਲ ਆਊਗੀ ਵੀ ਤੁਸੀਂ ਗਲਤ ਹੋ ਜੀ, ਫਲਾਣਾ ਗਲਤ ਹੋ। ਇਹਨਾਂ ਚੀਜ਼ਾਂ ਚੋਂ ਆਪਾਂ ਬਾਹਰ ਨਿਕਲ ਕੇ ਆਪਾਂ ਇਹ ਸੋਚੀਏ ਵੀ ਆਪਾਂ ਕਿਹੜੀਆਂ ਗਲਤੀਆਂ ਕਰ ਰਹੇ ਆ, ਦੂਜੇ ਦੇ ਗਲਤੀ ਗਿਣਾ ਨਾ, ਆਪਣੀਆਂ ਗਲਤੀਆਂ ਸੁਧਾਰਨ ਦੀ ਕੋਸ਼ਿਸ਼ ਕਰੀਏ। ਗਰੇਵਾਲ ਸਾਹਿਬ ਠੀਕ ਹੈ। ਗਰੇਵਾਲ ਸਾਹਿਬ ਜੀ ਜੇ ਅਸੀਂ ਡੈਮੋਕ੍ਰੇਸੀ ਦਾ ਇੰਨਾ ਹੀ ਕਾਣ ਕਰ ਰਹੇ ਹਾਂ, ਪੰਜਾਬ 'ਚ ਇੰਨਾ ਬੁਰਾ ਹਾਲ ਹੈ ਤੇ ਕੇਂਦਰ ਸਰਕਾਰ ਸੁੱਤੀ ਪਈ ਹੈ। ਪ੍ਰੈਜ਼ੀਡੈਂਟ ਸੂਰ ਲਾਵੇ ਇੱਕ ਇਹ ਜੀ ਤਾਨਾਸ਼ਾਹ ਸਰਕਾਰ ਨੂੰ ਕੱਢ ਕੇ ਬਾਹਰ ਮਾਰੋ ਜੀ। ਅਸੀਂ ਇੰਨੇ ਬੁਰੇ ਆ, ਇੰਨਾ ਅਸੀਂ ਧੱਕਾ ਕਰ ਰਹੇ ਹਾਂ। ਜਿਹੜਾ ਪੀਟੀਸੀ ਦੀ ਦਰਦ ਹੋ ਰਿਹਾ, ਉੱਠ ਰਿਹਾ, ਇੱਕ ਚੈਨਲ, ਇੱਕ ਇੰਸਟੀਟਿਊਸ਼ਨ ਹੈ, ਇੱਕ ਬਿਜ਼ਨਸ ਸਾਰਾ ਪੰਜਾਬ ਦਾ ਕੇਬਲ ਕਾਰਨਰ ਕਰ ਲੈਂਦਾ।
ਇੱਕ 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 ਉਹ ਕੇਬਲ ਆਪਰੇਟਰ ਇੱਕ ਚੈਨਲ ਇੰਨੇ ਸਾਲ ਨਹੀਂ ਚੱਲਣ ਦਿੰਦਾ। ਇੱਕ ਕੇਬਲ ਆਪਰੇਟਰ ਕਿੰਨੇ ਸਾਲ, ਸ਼ਾਇਦ ਤੁਹਾਡੇ ਵਾਲਾ ਵੀ ਬੰਦ ਕੀਤਾ ਸੀ, ਸ਼ਾਇਦ ਧਾਲੀਵਾਲ ਸਾਹਿਬ ਸਪੋਕਸਪਰਸਨ ਵੀ ਬੰਦ ਰਿਹਾ ਮੈਨੂੰ ਲੱਗਦਾ ਕਾਫੀ ਦੇਰ, ਐਂਡ ਬਾਕੀ ਦੇ ਚੈਨਲ ਵੀ ਨਹੀਂ ਚੱਲਣ ਦਿੱਤੇ ਗਏ। ਉਹਨਾਂ ਨੂੰ ਅੱਜ ਇਹਦੀ ਚਿੰਤਾ ਹੋਈ। 24 ਦਾ ਇਨਸਾਫ ਬੜੇ ਦੁੱਖ ਭਰੇ ਦਿਨ ਨੇ, ਸਭ ਕਹਿੰਦੇ ਨੇ, ਤੇ ਉਹ ਇਨਸਾਫ ਲਈ ਇਹਨਾਂ ਤਿੰਨਾਂ ਨੇ ਬਾਰੀ-ਬਾਰੀ ਕੇਂਦਰ ਤੇ ਸਟੇਟ ਸਰਕਾਰ 'ਚ ਰਹਿੰਦੇ ਹੋਏ ਇੰਨੇ ਕੁ ਯਤਨ ਕੀਤੇ ਕਿ ਦੁਨੀਆ 'ਚ ਪਹਿਲੀ ਵਾਰੀ ਹੋਇਆ ਕਿ ਰਿਕਾਰਡ ਇਨਸਾਫ ਮਿਲਿਆ। ਦੂਜਾ, ਵਰਲਡ ਪ੍ਰੈਸ ਫਰੀडम ਇੰਡੈਕਸ ਵਿੱਚ ਹਿੰਦੁਸਤਾਨ 190 ਕੇ 92 ਮੁਲਕਾਂ ਚੋਂ 180 ਤੇ ਆ ਗਿਆ, ਇਫ ਆਮ ਨਾਟ ਰੋਂਗ। 80 ਨਹੀਂ ਹੋਊਗਾ ਤਾਂ 79 ਹੋਊਗਾ, 19-21 ਦਾ ਫਰਕ ਹੋਊਗਾ। ਤੇ ਇਹ ਜਿਹੜਾ ਮੋਦੀ ਜੀ ਦੇ ਅੰਡਰ ਭਾਰਤੀ ਜਨਤਾ ਪਾਰਟੀ ਦੇ ਅੰਡਰ ਇੰਨੀ ਤਰੱਕੀ ਕਰ ਗਿਆ ਦੇਸ਼, ਇੰਨਾ ਜ਼ਿਆਦਾ ਵਰਲਡ ਪ੍ਰੈਸ ਫਰੀडम ਦੀ ਇੰਡੈਕਸ ਥੱਲੇ ਆ ਗਿਆ। ਅੱਛਾ, ਜਿਹੜੀ ਭੁੱਖਮਰੀ ਹੈ ਉਹਦੇ 'ਚ ਸਭ ਤੋਂ ਥੱਲੇ ਆ ਗਿਆ ਦੇਸ਼, ਸਬ ਸਹਾਰਨ ਅਫਰੀਕਾ ਤੋਂ, ਨਾਈਜਰ, ਚਾਡ, ਜਿਨ੍ਹਾਂ ਮੁਲਕਾਂ ਨੇ ਨਾਂ ਵੀ ਨਹੀਂ ਸੁਣੇ, ਗਿਨੀ ਬਸਾਓ, ਉਹਨਾਂ ਤੋਂ ਵੀ ਜ਼ਿਆਦਾ ਭੁੱਖਮਰੀ ਹਿੰਦੁਸਤਾਨ 'ਚ ਆ ਗਈ ਹੈ। ਤੇ ਜਿਹੜਾ 10 ਸਾਲਾਂ 'ਚ ਇਹਨਾਂ ਨੇ ਇੰਨਾ ਸੋਹਣਾ ਮਾਹੌਲ ਸਿਰਜ ਕੇ, 10 ਸਾਲਾਂ 'ਚ ਇਕਨੋਮਿਕ ਗਰੋਥ ਤਾਂ ਨੈਗੇਟਿਵ ਚਲੀ ਗਈ, ਪਰ ਜਿਹੜਾ ਮਾਹੌਲ ਸਿਰਜ ਰਿਹਾ ਉਹ ਕੀ ਸਿਰਜਿਆ ਕਿ ਹਿੰਦੂ ਖਤਰੇ 'ਚ। ਐਂਡ ਉਹ ਇਹਨਾਂ ਦੀ ਮਦਦ ਕਿਹਨੇ ਕੀਤੀ ਹੈ? ਮੀਡੀਆ ਨੇ। ਹੁਣੇ ਹੀ ਸਰਵੇ ਹੋਇਆ ਇੰਡੀਆ ਟੁਡੇ ਔਰ ਮਾਰਕ ਦਾ, ਉਹ ਕਹਿੰਦੇ ਜੀ ਮੋਦੀ ਜੀ ਦਾ 50 to 60% ਸਪੋਰਟ ਬੇਸ ਜਿਹੜਾ ਉਹ ਮੀਡੀਆ ਕਰਕੇ ਹੈ, ਜਿਹੜਾ ਸਾਰਾ ਦਿਨ मोदी जी के गुणगान करते हैं। झूठ देखो जी, वो सेंगोल को उन्होंने छड़ी बना रखा था। ये जी लोकतंत्र है, ये कोई राजशाही नहीं कि तमिलनाडु तो या कितों लिया के संगोल देता राज्याभिषेक हो गया मोदी जी का। वो एक संग्रहालय च पिया सीगा ते इतिहास पढ़ो। इतिहास ये तो इस हद तक झूठ बोलते कि ऑफिशियल प्रोग्राम च झूठ बोलिया कि राजा जी नूं, राजगोपालाचारी जी नूं पंडित नेहरू ने पूछा, सर उन्होंने कहा यह राजशाही का प्रतीक है, पर साडे प्रधानमंत्री आके बोलते कि देखो उसे वॉकिंग स्टिक बनाई थी। सारा मीडिया तोते वांगू बोलता है, नेहरू ने बनाई थी छड़ी, पवित्र संगोल थी छड़ी, ते सारियां नूं ही दस्सिया जांदा ये व्हाट्सएप यूनिवर्सिटी तो सीख के आउंदे है जी। ਇਹ ਗੱਲਾਂ ਕਰਦੇ ਨੇ। ਐਂਡ ਅਫਸੋਸ ਦੀ ਗੱਲ ਕੀ ਹੈ ਕਿ ਟੌਪ ਤੋਂ ਲੈ ਕੇ ਬਾਟਮ ਤੱਕ ਜੋ ਝੂਠ ਬੋਲਿਆ ਜਾਂਦਾ ਉਹਨਾਂ ਨੂੰ ਇਹਨਾਂ ਦਾ ਜਿਹੜਾ ਸਪੋਜ਼ਿਡਲੀ ਚੰਗਾ ਮੀਡੀਆ ਇਹਨਾਂ ਦੇ ਦੋਸਤ ਨੇ, ਨਿਊਟਰਲ ਮੀਡੀਆ, ਨਿਊਟਰਲ ਜਿਹੜਾ ਲਿਟੀਅਨਸ ਮੀਡੀਆ ਬਿਲਕੁਲ ਨਹੀਂ ਹੈਗਾ, ਜਿਨ੍ਹਾਂ ਦੇ ਵਿਆਹਾਂ ਤੇ ਇਹਨਾਂ ਦੇ ਕੋਈ ਪ੍ਰਧਾਨ ਮੰਤਰੀ ਬੱਚਿਆਂ ਦੇ ਵਿਆਹਾਂ ਤੇ ਨਹੀਂ ਜਾਂਦੇ, ਉਹ ਇਸ ਤਰ੍ਹਾਂ ਸੱਚ ਬਣਾ ਕੇ ਰੱਖते कि प्रधानमंत्री जी तो 22 घंटे काम करते हैं, प्रधानमंत्री जी आम भी बिना गुठली को हाथ लगाए खा लेते हैं। ਇਹੋ ਜਿਹੀਆਂ ਗੱਲਾਂ ਕਰਦੇ, ਅਬਸਰਡ ਗੱਲਾਂ, ਜੋ ਅਬਸਰਡ ਗੱਲਾਂ ਕਰਦੇ ਆ, ਉਹਨਾਂ ਨੂੰ ਅੱਜ ਜੇ ਪ੍ਰੈਸ ਦੀ ਚਿੰਤਾ ਤੇ ਪੰਜਾਬ ਸਰਕਾਰ ਇੰਨਾ ਧੱਕਾ, ਇੰਨੀ ਤਾਨਾਸ਼ਾਹੀ ਕਰ ਰਹੀ ਹੈ, ਪੰਜਾਬ 'ਚ ਤਰਾਹੀ ਹੋਈ ਪਈ ਹੈ, ਤੇ ਕੇਂਦਰ ਸਰਕਾਰ ਸਰ ਸੁੱਤੀ ਪਈ ਹੈ। ਕੇਂਦਰ ਸਰਕਾਰ ਨੂੰ ਦੇਸ਼ ਦੀ ਚਿੰਤਾ ਨਹੀਂ। ਮਨੀਪੁਰ ਵਰਗੇ ਪ੍ਰਾਂਤ 'ਚ ਪੋਪੂਲੇਸ਼ਨ ਦਾ ਬਟਵਾਰਾ ਹੋ ਗਿਆ ਸਰ, ਪੋਪੂਲੇਸ਼ਨ ਦਾ ਪਾਰਟੀਸ਼ਨ ਹੋ ਗਈ ਹੈ। ਮਨੀਪੁਰ ਦੇ ਵਿੱਚ ਆਪਾਂ ਕਿਤੇ ਮੀਡੀਆ ਸੁਣਿਆ ਕਿ ਆਪਣੇ ਦੇਸ਼ ਦਾ ਇੱਕ ਪ੍ਰਾਂਤ ਧਰਮ ਦੇ ਨਾਮ ਤੇ, ਟ੍ਰਾਈਬ ਦੇ ਨਾਮ ਤੇ ਵੰਡਿਆ ਗਿਆ ਹੋਵੇ ਤੇ ਖਬਰ ਨਾ ਨਿਕਲ ਦਿੱਤੀ ਹੋਵੇ? ਕਦੇ ਆਪਾਂ ਸੁਣਿਆ ਕਿ ਆਪਣੇ ਇੱਥੇ ਇਸ ਹੱਦ ਤੱਕ ਧੱਕਾ ਹੋ ਰਿਹਾ ਹੋਵੇ? ਤੇ ਕਈ ਖਬਰਾਂ, ਸਤਪਾਲ ਮਲਿਕ ਜੀ ਦਾ ਇੰਟਰਵਿਊ ਕਿਤੇ ਵੀ ਇਹਨਾਂ ਨੇ ਜਿਹੜਾ ਜਨਰਲ ਮੀਡੀਆ ਹੈਗਾ ਉਹਦੇ 'ਚ ਕਿਤੇ ਆਉਣ ਦਿੱਤਾ? ਕਿਤੇ ਵੀ ਆਉਣ ਦਿੱਤਾ? ਕੋਈ ਕ੍ਰਿਟਿਸਿਜ਼ਮ ਹੋਵੇ ਬੀਜੇਪੀ ਸਰਕਾਰ ਦਾ, ਕੋਈ ਕ੍ਰਿਟਿਸਿਜ਼ਮ ਹੋਵੇ? ਚਲੋ ਮੇਰੇ ਵੀ ਕੁਝ ਸਵਾਲ ਨੇ, ਮੈਂ ਵੀ ਕੁਝ ਸਵਾਲ ਮੈਂ ਕਹਿ ਰਿਹਾ ਕਿ ਪ੍ਰੈਸ ਦੀ ਜਿਹੜੀ ਆਜ਼ਾਦੀ ਹੈ ਨਾ, ਉਹਦੇ ਉੱਤੇ ਵਾਕਿਆ ਹੀ ਕੋਈ ਸ਼ੱਕ ਨਹੀਂ ਕਿ ਇਹਦੇ ਉੱਤੇ ਕਿਸੇ ਤਰੀਕੇ ਦਾ ਕੋਈ ਅੰਕੁਸ਼ ਨਹੀਂ ਹੋਣਾ ਚਾਹੀਦਾ, ਕੋਈ ਬੈਨ ਨਹੀਂ ਹੋਣਾ ਚਾਹੀਦਾ। ਗੋਸ਼ਾ ਸਾਹਿਬ, ਪਹਿਲਾਂ ਤਾਂ ਮੈਂ ਤੁਹਾਡੇ ਤੋਂ ਸ਼ੁਰੂਆਤ ਕਰਦਾ, ਸਾਰੇ ਕੋਲੇ ਜਾਊਂਗਾ। ਇਹ ਨਹੀਂ ਹੈ ਕਿ ਤੁਹਾਨੂੰ ਕੋਈ ਟਾਰਗੇਟ ਕਰ ਰਹੇ ਜਾਂ ਕਿਸੇ ਤਰੀਕੇ ਦੀ ਗੱਲ ਹੈ। NDTV ਵੇਲੇ ਬੀਜੇਪੀ ਬੋਲੀ ਸੀ, ਰਵੀਸ਼ ਕੁਮਾਰ ਵੇਲੇ ਬੀਜੇਪੀ ਬੋਲੀ ਸੀ, ਰਾਓ ਸਾਹਿਬ ਵੇਲੇ ਬੀਜੇਪੀ ਬੋਲੀ ਸੀ, ਔਰ ਕਿੰਨੇ ਹੀ ਇੰਟੈਲੈਕਚੁਅਲ, ਕਿੰਨੇ ਹੀ ਥਿੰਕਰ, ਰਾਈਟਰਸ ਜਦੋਂ ਜੇਲ੍ਹਾਂ ਦੇ ਵਿੱਚ ਗਏ, ਜਦੋਂ ਬਹੁਤ ਸਾਰੇ ਪ੍ਰੋਟੈਸਟ ਵੀ ਹੋਏ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ, ਕੋਈ ਕਿਉਂ ਨਹੀਂ ਬੋਲਿਆ? ਉਹ ਵੀ ਤਾਂ ਆਜ਼ਾਦੀ ਸੀ, ਉਹ ਵੀ ਬੋਲਣ ਦੀ ਆਜ਼ਾਦੀ ਸੀ, ਉਹ ਵੀ ਲਿਖਣ ਦੀ ਆਜ਼ਾਦੀ ਸੀ, ਉਹ ਵੀ ਗਲਾ ਕੱਟਿਆ। ਧਾਲੀਵਾਲ ਸਾਹਿਬ, ਕਿਸੇ ਚੈਨਲ ਦੇ ਉੱਤੇ ਬ੍ਰੇਕ ਨਹੀਂ ਲਗਾਈ ਗਈ, ਕੋਈ ਵਿੱਚ NDTV ਚੈਨਲ ਉਦੋਂ ਵੀ ਚੱਲਦਾ ਰਿਹਾ, ਸਿਰਫ ਇੱਕ ਨੈਰੇਟਿਵ ਸੈੱਟ ਕੀਤਾ ਜਾਂਦਾ ਵਿਰੋਧੀਆਂ ਵੱਲੋਂ। ਹੁਣ ਗੱਲ ਕੀਤੀ ਇਹਨਾਂ ਨੇ 84 ਦੀ, 1984 'ਚ ਮੋਦੀ ਸਰਕਾਰ ਵੱਲੋਂ ਹੀ ਉਹਨਾਂ ਨੂੰ ਅੰਦਰ ਸਿੱਟਿਆ ਗਿਆ ਸੱਜਣ ਕੁਮਾਰ ਨੂੰ। ਇਹਦੇ ਤੇ ਜਵਾਬ ਦੇ ਸਕਦੇ? ਦੂਜੀ ਗੱਲ, ਮੈਂ ਗਰੇਵਾਲ ਸਾਹਿਬ ਤੋਂ ਪੁੱਛਣਾ ਚਾਹੁੰਦਾ ਹਾਂ ਵੀ 1984 ਦੀ ਫਾਈਲ, ਜਰਨੈਲ ਸਿੰਘ ਜਿਹੜੇ ਦੁਨੀਆ 'ਚ ਨਿਰੇ MLA ਸੀ ਦਿੱਲੀ ਦੇ, ਜਿਨ੍ਹਾਂ ਨੇ ਫਾਈਲ ਖਲਾਈ ਸੀ, ਉਹ ਫਾਈਲ ਕਿੱਥੇ ਹੈ? ਫਾਈਲ ਹੀ ਗਵਾਚ ਗਈ 1984 ਦੇ ਇਹਨਾਂ ਨੇ ਕਤਲੇਆਮ ਦੇ ਉੱਤੇ। ਇਹਨੇ ਵਾਅਦਾ ਕੀਤਾ ਸੀਗਾ ਵੀ ਇੱਥੇ ਤਾਂ ਅਸੀਂ ਇਨਸਾਫ ਦੇਵਾਂਗੇ, ਉਹ ਅੱਜ ਤੱਕ ਫਾਈਲ ਕਿਉਂ ਨਹੀਂ ਮਿਲੀ? ਇਹ ਫਾਈਲ ਗਵਾਚੀ ਕਿਉਂ? ਦੂਜੀ ਗੱਲ, ਇਹਨਾਂ ਨੇ ਜਵਾਬ ਦਿੱਤਾ ਵੀ ਅਰਥ ਵਿਵਸਥਾ ਚਰਮਰ ਆ ਗਈ, 5ਵੇਂ ਨੰਬਰ ਤੇ ਆ ਗਈ ਅਰਥ ਵਿਵਸਥਾ, ਆਉਣ ਵਾਲੇ ਟਾਈਮ 'ਚ 3ਜੇ ਨੰਬਰ ਤੇ ਆ ਜਾਏਗੀ। ਆਸਟ੍ਰੇਲੀਆ ਵਰਗੇ ਜਿਹੜੇ ਪ੍ਰਧਾਨ ਮੰਤਰੀ ਉਹ ਬੋਸ ਕਹਿ ਰਹੇ ਆ, ਉਹਦਾ ਕਾਰਨ ਹੈ। ਦੂਜੀ ਗੱਲ ਮੈਂ ਦੱਸ ਦਿੰਦਾ, ਕੋਰੋਨਾ ਵਿੱਚ ਵੀ ਇਹ ਝੂਠ ਬੋਲਦੇ ਸੀ ਕਿ ਵੈਕਸੀਨ ਪਤਾ ਨਹੀਂ ਇਹ ਆਊਗੀ, ਫਲਾਣਾ ਆਊਗੀ। ਸਭ ਤੋਂ ਤੇਜ਼ ਟੀਕਾਕਰਨ ਦਾ ਅਵਾਰਡ ਮਿਲਿਆ ਦੁਨੀਆ ਦੇ ਵਿੱਚ, ਸਭ ਤੋਂ ਤੇਜ਼ੀ ਨਾਲ ਵੱਧਦੀ ਅਰਥ ਵਿਵਸਥਾ ਸਾਡੀ ਹੈ। ਮੇਰੀ ਗੱਲ ਸੁਣ, ਮੈਂ ਪੂਰੀ ਗੱਲ ਦੱਸ ਰਿਹਾ, ਜਵਾਬ ਲੈ ਲੈਂਦੋ। ਸਮਾਰਟਫੋਨ 'ਚ ਦੇਖੋ, ਪਹਿਲੇ ਦੋ ਸੈਕਸ਼ਨ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਵਾਲ ਜਵਾਬ ਰੱਖੇ, ਮੈਂ ਸਾਰਿਆਂ ਨੂੰ ਸਵਾਲ ਪੁੱਛਣੇ ਤਾਂ ਕਰਕੇ ਮੈਂ ਕਹਿ ਰਿਹਾ
ਮੈਂ ਇਹ ਗੱਲ ਕਹਿ ਰਿਹਾ ਕਿ ਤੁਸੀਂ ਕਹਿੰਦੇ ਵੀ ਨਹੀਂ ਕੋਈ ਬੰਦਿਸ਼ ਨਹੀਂ। ਰਵੀਸ਼ ਕੁਮਾਰ ਨੇ ਆਪਣੇ ਟਵਿੱਟਰ ਹੈਂਡਲ ਤੇ ਲਿਖਿਆ ਸੇਠ ਸਭ ਕੁਝ ਖਰੀਦ ਸਕता है लेकिन रवीश कुमार नहीं। ਜਦੋਂ NDTV ਟੇਕ ਓਵਰ ਕੀਤਾ ਤਾਂ ਰਵੀਸ਼ ਕੁਮਾਰ ਜੀ ਅੱਜ ਬੋਲ ਨਹੀਂ ਰਹੇ। ਰਵੀਸ਼ ਕੁਮਾਰ ਜੀ ਅੱਜ ਵੀ ਤਾਂ ਬੋਲ ਰਹੇ ਨਾ, ਉਹਨਾਂ ਤੇ ਕੋਈ ਬਲੋਕ ਲਾਤਾ ਨਹੀਂ, ਅੱਜ ਵੀ ਚੱਲ ਰਹੇ ਆ, ਆਪਣੇ ਪੋਰਟਲ ਤੇ ਬੋਲ ਰਹੇ ਆ। ਬੜੇ ਲੋਕ, ਹਜ਼ਾਰਾਂ ਲੋਕ ਹੈ ਜੀ, ਲੋਕ ਹੈ ਜਿਨ੍ਹਾਂ ਦੀ ਰੋਟੀ बोल रहे हैं। पुण्या प्रसून वाजपेयी भी बोल रहे हैं, रवीश कुमार भी बोल रहे हैं, ਦੀ ਗੱਲ ਕਰਤੀ अभिशार भी बोल रहे हैं, अजीत अंजुम भी बोल रहे हैं, पर कित्थों बोल रहे हैं, किवें बोल रहे हैं, किस हालात च बोल रहे हैं? ਧਾਲੀਵਾਲ ਸਾਹਿਬ ਮੈਂ ਕਹਿ ਰਿਹਾ ਬੋਲ ਰਹੇ ਆ ਨਾ, ਉਹਨਾਂ ਦੇ ਚੈਨਲ ਚੱਲ ਰਹੇ ਆ ਨਾ। ਇੱਥੇ ਤਾਂ ਬਲੌਕ ਕਰ ਦਿੱਤੇ ਗਏ, ਇੱਥੇ ਤਾਂ 500 ਤੋਂ ਵੱਧ ਚੈਨਲ ਇੱਥੇ ਬਲੌਕ ਕਰ ਦਿੱਤੇ। ਅੱਜ 1 ਲੱਖ ਤੋਂ ਵੱਧ ਚੈਨਲ ਹੈ ਜਿਹੜਾ ਪੋਰਟਲ ਦੇ ਉੱਤੇ ਹੈ। ਫਿਰ ਗੁੱਸਾ ਸਾਹਿਬ ਇਹੀ ਤਾਂ ਤਾਨਾਸ਼ਾਹੀ ਰਵੱਈਆ ਹੁੰਦਾ ਨਾ। ਤੁਸੀਂ ਕਹਿ ਰਹੇ ਹੋ ਬੋਲ ਰਹੇ ਆ ਵੀ ਇੰਨਾ ਹੀ ਕਾਫੀ ਹੈ, ਵੀ ਸਾਹ ਆ ਰਹੇ ਆ ਨਾ ਜ਼ਿੰਦਗੀ ਜਿਉਣ ਲਈ, ਆਟਾ ਮਿਲੇ ਨਾ ਮਿਲੇ ਖਾਣ ਨੂੰ, ਇਹੀ ਤਾਂ ਤਾਨਾਸ਼ਾਹੀ ਹੁੰਦੀ ਹੈ। ਹੋਰ ਮਤਲਬ ਡੈਮੋਕ੍ਰੇਸੀ ਦੇ ਅੰਦਰ ਕੋਈ ਡਿਕਟੇਟਰਸ਼ਿਪ ਹੋਰ ਕੀ ਇਹਨੂੰ ਕਹਿ ਸਕਦੇ ਆ? ਤੁਸੀਂ ਸਿੱਧਾ ਹੀ ਫਟਾ ਕੀ ਗੱਲ ਕਹਿਤੀ। ਸੁਣ ਲਓ ਜੀ ਧਾਲੀਵਾਲ ਸਾਹਿਬ, ਕਿਸੇ ਨੂੰ ਲੱਗਦਾ ਅਸੀਂ ਠੀਕ ਨਹੀਂ ਆ, ਉਹ ਬੋਲ ਰਿਹਾ, ਅਸੀਂ ਉਹਨੂੰ ਥੋੜਾ ਕਹਿ ਰਹੇ ਨਾ ਬੋਲੇ, ਅਸੀਂ ਆਪਣੇ ਆਪ ਨੂੰ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ, ਪਰ ਇਹ ਤਾਂ ਬਲੌਗ ਲਗਾ ਰਹੇ ਆ ਨਾ। ਮੈਂ ਤਾਂ ਤੁਹਾਨੂੰ ਕੁਝ ਹੋਰ ਕਹਿ ਰਿਹਾ, ਇਹ ਬਲੌਗ ਲਗਾ ਰਹੇ ਆ। ਮੈਂ ਇਹਨਾਂ ਨੇ 84 ਦੀ ਗੱਲ ਕੀਤੀ ਸੀ, ਉਹਦਾ ਜਵਾਬ ਵੀ ਦੇਣਗੇ, ਜਿਹੜੀਆਂ ਚੀਜ਼ਾਂ ਦਾ ਜਵਾਬ ਦੇਣੇ। ਮੈਂ ਤਾਂ ਕਹਿ ਰਿਹਾ ਕਿ ਉਹ ਬੋਲ ਰਿਹਾ ਤਾਂ ਉਹਨਾਂ ਦਾ ਆਪ ਉਹਨਾਂ ਦਾ ਡੈਮੋਕ੍ਰੇਸੀ ਚੱਕ, ਅਸੀਂ ਕੋਈ ਬਲੌਗ ਥੋੜਾ ਲਗਾਤਾ। NDTV ਪਹਿਲਾਂ ਵੀ ਚੱਲਾ ਸੀ, ਅੱਜ ਵੀ ਚੱਲ ਰਿਹਾ। ਇਹ ਤਾਂ ਸਿੱਧਾ ਬਲੌਗ ਕਰ ਰਹੇ ਨਾ। ਇਹ ਕੀ ਕਹਿ ਰਹੇ ਆ? ਤੁਹਾਡੀ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਤੁਸੀਂ ਮੀਡੀਆ ਦਾ ਗਲ ਘੁੱਟਿਆ ਹੋਇਆ ਕੇਂਦਰ ਦੇ ਵਿੱਚ। ਮੀਡੀਆ ਸਾਹਿਬ ਨਾ ਬਿਲਕੁਲ ਇਹ ਵਿਰੋਧੀਆਂ ਦਾ ਤੰਜ ਹੈ ਕਿ ਮੈਂ ਤਾਂ ਇਹਨਾਂ ਨੂੰ ਦੱਸਦਾ ਫਿਰ ਇੱਥੇ ਤੁਸੀਂ ਵਿਰੋਧੀ ਹੋ, ਇੱਥੇ ਤੁਸੀਂ ਵਿਰੋਧੀ ਹੋ ਧਾਲੀਵਾਲ ਸਾਹਿਬ। ਨਹੀਂ ਵਿਰੋਧੀ ਨਹੀਂ ਅਸੀਂ, ਸਾਡਾ ਵਿਰੋਧੀਆਂ ਦਾ ਕੰਮ ਹੁੰਦਾ ਜੇ ਕੋਈ ਗਲਤ ਕਰ ਰਿਹਾ ਤੇ ਉਹਦੇ ਗੱਲ ਕਰਨੀ ਕਿਉਂ? ਫਿਰ ਉਹ ਵੀ ਵਿਰੋਧੀਆਂ ਦਾ ਕੰਮ ਹੀ ਹੈ। ਜਿਹੜਾ ਫਿਰ ਸੈਂਟਰ ਦੇ ਵਿੱਚ ਕਾਂਗਰਸ ਕਰ ਰਹੀ ਹੈ ਉਹ ਵੀ ਤਾਂ ਵਿਰੋਧੀਆਂ ਦਾ ਕੰਮ ਹੈ। ਭਾਜੀ ਗੱਲ ਏਦਾਂ ਧਾਲੀਵਾਲ ਸਾਹਿਬ, ਵਿਰੋਧ ਕਰਨਾ ਜਾਇਜ਼ ਹੈ, ਵਿਰੋਧ ਸਹੀ ਕਿ ਗਲਤ ਹੈ ਲੋਕਾਂ ਨੇ ਤੈਅ ਕਰਨਾ। ਠੀਕ ਹੈ, ਇੱਕ ਮਿੰਟ ਲਈ ਰੁਕਿਓ। ਖੜਿਆਲ ਸਾਹਿਬ ਸਾਰਾ ਡਰਾਮਾ ਕਿਉਂ ਕੀਤਾ ਖੜਿਆਲ ਸਾਹਿਬ ਅੱਜ? ਮਤਲਬ ਕਿਉਂ ਕੀਤਾ? ਇਸ ਗੱਲ ਦਾ ਵਿਰੋਧੀਆਂ ਦਾ ਕੰਮ ਹੀ ਵਿਰੋਧ ਕਰਨਾ ਹੁੰਦਾ। ਇਹਨੂੰ ਡਰਾਮਾ ਕੌਣ ਕਹਿ ਰਿਹਾ ਧਾਲੀਵਾਲ ਸਾਹਿਬ? ਨਹੀਂ, ਆਗੋਸ਼ਾ ਜੀ ਕਹਿ ਰਹੇ ਆ, ਕਹਿੰਦੇ ਵਿਰੋਧੀਆਂ ਦਾ ਕੰਮ ਵਿਰੋਧ ਕਰਨਾ ਹੁੰਦਾ। ਨਾ ਮੇਰੇ ਮੂੰਹ 'ਚ ਸ਼ਬਦ ਨਾ ਪਾਓ। ਨਾ ਮੈਂ ਕਿਹਾ ਵਿਰੋਧ ਕਰਨਾ ਗੱਲ ਹੈ, ਮੇਰੇ ਮੂੰਹ 'ਚ ਸ਼ਬਦ ਨਾ ਪਾਓ ਧਾਲੀਵਾਲ ਸਾਹਿਬ। ਨਹੀਂ ਜੋ ਕਾਂਗਰਸ ਕਹਿ ਰਹੀ ਹੈ ਕੇਂਦਰ ਦੀ ਧੱਕਾਸ਼ਾਹੀ ਦੇ ਖਿਲਾਫ, ਜੋ ਕਾਂਗਰਸ ਕਹਿ ਰਹੀ ਹੈ ਉਹ ਸੱਚ ਹੈ ਕਿ ਝੂਠ ਹੈ? ਇੱਕ ਮਿੰਟ ਗੋਸ਼ਾ ਸਾਹਿਬ, ਜੋ ਕਾਂਗਰਸ ਕਹਿ ਰਹੀ ਹੈ ਕੇਂਦਰ ਦੀ ਸਰਕਾਰ ਦੇ ਖਿਲਾਫ, ਉਹ ਝੂਠ ਹੈ ਕਿ ਸੱਚ ਹੈ? ਸਰ ਜਿਹੜਾ ਮੈਂ ਓਪੋਜੀਸ਼ਨ ਨੂੰ ਵੱਡਾ ਮੰਨਦਾ, ਮੈਂ ਖੜਿਆਲ ਸਾਹਿਬ ਦੀ ਗੱਲ ਦੇ ਉੱਤੇ ਸਹੀ ਪਾਈ ਜਾਂ ਨਹੀਂ ਪਾਈ। ਮੈਂ ਕਿਹਾ ਕਿ ਗਲਤ ਗੱਲ ਹੈ, ਆਮ ਆਦਮੀ ਪਾਰਟੀ ਬੰਦਾ ਨਹੀਂ ਭੇਜਦੀ ਚਾਹੀਦੀ, ਸਰਕਾਰਾਂ ਨੂੰ ਬੰਦਾ ਭੇਜਣਾ ਚਾਹੀਦਾ। ਦੱਸੋ ਪਾਈ ਕਿ ਨਹੀਂ ਪਾਈ? ਹੁਣ ਜਦੋਂ ਮੈਂ ਇਹ ਗੱਲ ਪੁੱਛ ਰਿਹਾ ਕਿ ਇਹ ਗੱਲ ਸਹੀ ਹੈ ਜਾਂ ਗਲਤ ਹੈ, ਜੋ ਕੇਂਦਰ ਦੇ ਇੱਕ ਮੁਖਾਲਫਤ ਕਾਂਗਰਸ ਕਰਦੀ ਉਹ ਸਹੀ ਹੈ ਜਾਂ ਗਲਤ ਹੈ? ਜਵਾਬ ਦਿਓ। ਮੈਂ ਇਹ ਕਹਿ ਰਿਹਾ ਵਿਰੋਧੀਆਂ ਦਾ ਕੰਮ ਵਿਰੋਧ ਕਰਨਾ ਹੁੰਦਾ, ਪਰ ਲੋਕਾਂ ਨੇ ਤੈਅ ਕਰਨਾ। ਜੇ ਅਸੀਂ ਅੱਜ ਕੰਮ ਕਰ ਰਹੇ ਲੋਕਾਂ ਨੇ ਤੈਅ ਕਰ ਦੇਣਾ। ਚਲੋ ਠੀਕ ਹੈ, ਕਾਂਗਰਸ ਦਾ ਵਿਰੋਧ ਸਹੀ ਹੈ ਕਿ ਨਜਾਇਜ਼ ਹੈ? ਜਾਇਜ਼ ਹੈ ਧਾਲੀਵਾਲ ਸਾਹਿਬ, ਉਹਨਾਂ ਦਾ ਕੰਮ ਵਿਰੋਧ ਕਰਨਾ ਹੈ। ਮੈਂ ਕਹਿ ਰਿਹਾ ਲੋਕਾਂ ਨੇ ਤੈਅ ਕਰਨਾ, ਅਸੀਂ ਕੰਮ ਕਰ ਰਹੇ ਹਾਂ। ਬਸ ਉਹੀ ਗੱਲ ਮੈਂ ਕਹੀ ਹੈ, ਇਹੀ ਕੰਮ ਤੁਹਾਡਾ। ਨਹੀਂ ਕਰ ਰਹੇ ਅਸੀਂ, ਏਦਾਂ ਥੋੜਾ ਕਰ ਰਹੇ ਵੀ ਇੱਥੇ ਚਕਾਈ। ਖੜਿਆਲ ਸਾਹਿਬ ਨੇ ਆਪਣੀ ਪਹਿਲੀ ਤਕਰੀਰ ਦੇ ਵਿੱਚ ਗੱਲ ਕਹੀ ਹੈ ਕਿ ਜੋ ਕੰਮ ਬਾਜਵਾ ਸਾਹਿਬ ਨੇ ਤੁਹਾਡੇ ਲੀਡਰਾਂ ਦੀ ਹਾਜ਼ਰੀ 'ਚ ਗੱਲ ਕਹੀ ਹੈ, ਪ੍ਰਗਟ ਸਿੰਘ ਹੋਰਾਂ ਨੇ ਤੁਹਾਡੇ ਲੀਡਰਾਂ ਦੀ ਹਾਜ਼ਰੀ 'ਚ ਗੱਲ ਕਹੀ ਹੈ, ਜੋ ਕੇਂਦਰ ਕਰ ਰਹੀ ਹੈ ਉਹੀ ਆਮ ਆਦਮੀ ਪਾਰਟੀ ਕਰ ਰਹੀ ਹੈ। ਦੱਸੋ ਇਹ ਗੱਲ ਮੈਂ ਸਿਖਾਈ ਹੈ ਬਾਜਵਾ ਜੀ ਨੂੰ? ਧਾਲੀਵਾਲ ਸਾਹਿਬ ਦਾ ਜਵਾਬ ਮੈਂ ਦੇ ਰਿਹਾ, ਅਸੀਂ ਕੰਮ ਕਰ ਰਹੇ ਹਾਂ। ਮੈਂ ਤੁਹਾਨੂੰ ਦੱਸ ਰਿਹਾ ਵੀ ਕਿੰਨੇ ਤਰ ਸਕੀਮਾਂ ਗਿਣਾ ਰਹੇ ਸੀ, ਤੁਸੀਂ ਰੋਕਤੀ ਗੱਲ। ਅਸੀਂ ਆਪਣਾ ਕੰਮ ਕਰ ਰਹੇ ਹਾਂ, ਇਹਨਾਂ ਨੇ ਆਪਣਾ ਕੰਮ ਕਰਨਾ, ਅਸੀਂ ਆਪਣਾ ਕੰਮ ਕਰਨਾ। ਪਰ ਜੇ ਕੰਮ ਨਹੀਂ ਰੋਕ ਰਹੇ, ਮੇਰੀ ਗੱਲ ਤਾਂ ਸੁਣ ਲਓ। ਤੁਸੀਂ ਕਿਹਾ ਸੀ ਨਾ ਕਾਂਗਰਸ ਤੇ ਕਰਪਸ਼ਨ ਇੱਕੋ ਹੀ ਗੱਲ ਹੈ, ਇਹ ਬੀਜੇਪੀ ਨੇ ਗੱਲ ਕਹੀ ਸੀ ਨਾ। ਕਾਂਗਰਸ ਮੁਕਤ ਭਾਰਤ ਬੀਜੇਪੀ ਨੇ ਗੱਲ ਕਹੀ ਸੀ ਨਾ। ਇੱਕ ਮਿੰਟ, ਫਿਰ ਅੱਜ ਇਹਨਾਂ ਦੇ ਸੱਦੇ ਤੇ ਜਾਣ ਦੀ ਲੋੜ ਕੀ ਸੀ? ਇੱਕ ਮਿੰਟ ਧਾਲੀਵਾਲ ਸਾਹਿਬ, ਇੱਕ ਮਿੰਟ ਸੁਣੋ। ਫਿਰ ਇਹਦਾ ਮਤਲਬ ਕਿ ਇੱਥੇ ਆਮ ਆਦਮੀ ਪਾਰਟੀ ਧੱਕਾ ਕਰ ਲਵੇ? ਮੈਂ ਗੱਲ ਕਹਿ ਰਿਹਾ ਵੀ ਜਿਹੜੀ ਪਾਰਟੀ ਤੁਹਾਡੀ ਸਰਕਾਰ ਦੇ ਖਿਲਾਫ ਗਲਤ ਏਜੰਡਾ, ਗਲਤ ਨੈਰੇਟਿਵ ਸੈੱਟ ਕਰ ਰਹੀ ਹੈ, ਅੱਜ ਉਹਨਾਂ ਦੇ ਨਾਲ ਕਿਉਂ ਖੜੇ ਹੋ ਰਹੇ ਹੋ? ਗੱਲ ਪਹਿਲਾਂ ਤੁਸੀਂ ਸੁਣੋ। ਜੇ ਕਿਸੇ ਗੱਲ ਤੇ ਕਾਂਗਰਸ ਗਲਤ ਹੈਗੀ ਤੇ ਜੇ ਅੱਜ ਕਿਸੇ ਸਹੀ ਮੁੱਦੇ ਤੇ ਹੋ ਰਹੇ ਤੇ ਉਹਦੀ ਹਾਮੀ ਵੀ ਨਾ ਭਰੀਏ। ਸਾਰੇ ਇੱਕ ਮੰਚ ਤੇ ਕਿਉਂ ਇਕੱਠੇ ਹੋ ਰਹੇ? ਕਿਉਂਕਿ ਆਮ ਆਦਮੀ ਪਾਰਟੀ ਅੱਜ ਧੱਕਾ ਕਰ ਰਹੀ ਹੈ ਤੇ ਅਸੀਂ ਕਦੋਂ ਕਹਿੰਦੇ ਨਹੀਂ ਧੱਕਾ ਕਰ ਰਹੀ? ਨਹੀਂ, ਡੈਫੀਨੇਟਲੀ ਪੰਜਾਬ ਬੀਜੇਪੀ ਨੂੰ ਜਿਹੜਾ ਇੱਕ ਸੈਂਟਰ ਦੇ ਫਰੰਟ ਇਕੱਠਾ ਹੋ ਰਿਹਾ ਹੈ ਕੇਂਦਰ ਪੱਧਰ ਤੇ, ਉਹਦੇ ਵੀ ਇਕੱਠੇ ਹੋਣਾ ਚਾਹੀਦਾ। ਅਸੀਂ ਸਪੋਰਟ ਨਹੀਂ ਕਰ ਰਹੇ। ਨੋ ਗਲਤ। ਅਸੀਂ ਕਾਂਗਰਸ ਦੀ ਸਪੋਰਟ ਨਹੀਂ ਕਰ ਰਹੇ, ਅਸੀਂ ਸੱਚ ਦੀ ਸਪੋਰਟ ਕਰ ਰਹੇ ਹਾਂ। ਸਾਰਿਆਂ ਨੇ ਸਾਰੇ ਦੂਜੇ ਦੀ ਸਪੋਰਟ ਕਰ ਰਹੇ ਇਸ ਮਤਲਬ ਖੜਿਆਲ ਸਾਹਿਬ, ਚਲੋ ਆਮ ਆਦਮੀ ਪਾਰਟੀ ਧੱਕਾ ਕਰ ਰਹੀ ਹੈ। ਹੁਣ ਮੈਂ ਦੱਸਦਾ ਗੱਲ, ਦੇਖੋ ਇਸ ਦਾ ਗੱਲ ਬੜੀ ਸਿੰਪਲ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਸਟੇਟ ਦੇ ਵਿੱਚ ਧੱਕਾ ਕਰ ਰਹੀ ਹੈ, ਇਹ 'ਚ ਕੋਈ ਦੋ ਰਾਹ ਨਹੀਂ। 1000 ਤੋਂ ਜ਼ਿਆਦਾ ਜਰਨਲਿਸਟ ਨੇ ਕਹਿਤਾ, ਕਾਫੀ ਸਾਰਿਆਂ ਦੇ ਖਿਲਾਫ ਕੇਸ ਹੋ ਗਏ,
ਪਰਚੇ ਹੋ ਗਏ, ਉਹਨਾਂ ਦੇ ਘਰਾਂ ਤੇ ਰੇਡ ਹੋ ਗਈਆਂ, ਉਹਨਾਂ ਦੇ ਟਵਿੱਟਰ ਅਕਾਊਂਟਸ ਵਿਦਹੈਲਡ ਕੀਤੇ ਗਏ ਹੈ। ਇਹ ਗੱਲ ਔਨ ਰਿਕਾਰਡ ਹੈ, ਸਿਰਫ ਇੰਡੀਪੈਂਡੈਂਟ ਜਰਨਲਿਸਟ ਦੇ ਨਹੀਂ, ਮੀਡੀਆ ਇੰਸਟੀਟਿਊਸ਼ਨਸ ਦੇ ਜਿਹੜੇ ਸਿੰਪਲੀ ਇੰਡੀਪੈਂਡੈਂਟ ਸੀਗੇ ਉਹਨਾਂ ਨੂੰ ਵੀ ਇਹ ਸਬਜੈਕਟ ਟੂ ਕੀਤਾ ਗਿਆ ਟੂ ਅਬਿਊਜ਼ ਆਫ ਪਾਵਰ ਬਾਈ ਆਮ ਆਦਮੀ ਪਾਰਟੀ। ਹੁਣ ਪ੍ਰੋਬਲਮ ਇੱਥੇ ਇਹ ਹੈ ਕਿ ਪਹਿਲੀ ਗੱਲ ਤਾਂ ਗਰੇਵਾਲ ਸਾਹਿਬ ਦਾ ਕਹਿਣਾ ਵੀ ਇਹ 1000 ਜਰਨਲਿਸਟ ਵਾਲੀ ਗੱਲ ਪਬਲਿਸ਼ ਹੀ ਨਹੀਂ ਹੋਈ, ਇਹ ਗਲਤ ਹੈ। ਆਹ ਦ ਵਾਇਰ ਦੀ ਰਿਪੋਰਟ ਹੈ, ਗਰੇਵਾਲ ਸਾਹਿਬ ਦੇਖ ਲੈਣ, ਇੱਥੇ ਮੈਂ ਪੜ੍ਹ ਕੇ ਇਹਨਾਂ ਨੂੰ ਦੱਸ ਵੀ ਦਊਂਗਾ। ਸੋ ਪਹਿਲਾ ਐਕਸਪੋਜ਼ ਹੈ ਆਮ ਆਦਮੀ ਪਾਰਟੀ ਦਾ, ਝੂਠ ਤੇ ਡਿਬੇਟ ਤੇ ਖੁੱਲਿਆ ਕਰਿਆ ਦੱਸ। ਦੂਜੀ ਗੱਲ, ਤੁਸੀਂ ਦੇਖੋ ਗਰੇਵਾਲ ਸਾਹਿਬ ਕਹਿੰਦੇ ਵੀ ਹਿੰਦੁਸਤਾਨ ਦਾ ਫਰੀडम ਆਫ ਪ੍ਰੈਸ ਇੰਡੈਕਸ ਤੇ ਰੈਂਕ ਬਹੁਤ ਪਿੱਛੇ ਆਇਆ। ਸਹੀ ਗੱਲ ਹੈ, ਉਹ 180 ਨਹੀਂ ਗਰੇਵਾਲ ਸਾਹਿਬ, 161 ਆਇਆ ਤੇ ਪਾਕਿਸਤਾਨ ਤੇ ਅਫਗਾਨਿਸਤਾਨ ਇੰਡੀਆ ਤੋਂ ਉੱਪਰ ਹੈ ਪ੍ਰੈਸ ਨੂੰ ਫਰੀडम ਦੇਣ ਚ। ਮਤਲਬ ਆਪਣਾ ਹਾਲ ਕੀ ਹੈ, ਹਸ਼ਰ ਕੀ ਹੈ, ਤੁਸੀਂ ਇਹ ਤੋਂ ਹਿਸਾਬ ਲਾ ਸਕਦੇ ਹੋ। ਲੇਕਿਨ ਜੇ ਸਟੇਟਸ ਦਾ ਫਰੀडम ਆਫ ਪ੍ਰੈਸ ਇੰਡੈਕਸ ਹੋਵੇ ਤੇ ਪੰਜਾਬ ਦੇ ਮੈਨੂੰ ਲੱਗਦਾ ਰੈਂਕ ਸਭ ਤੋਂ ਥੱਲੇ ਆਊਗਾ, ਕਿਉਂਕਿ ਪੰਜਾਬ ਦੇ ਵਿੱਚ ਮੀਡੀਆ ਕੋਲੇ ਆਜ਼ਾਦੀ ਆਪ ਨੇ ਖਤਮ ਕਰਤੀ ਜੜ ਤੋਂ। ਤੀਜੀ ਗੱਲ ਇਹ ਹੈ ਕਿ ਇੱਥੇ ਨਿੱਜਰ ਸਾਹਿਬ ਦਾ ਕਹਿਣਾ, ਇਹ ਗਰੇਵਾਲ ਸਾਹਿਬ ਨੇ ਸਵਾਲ ਪੁੱਛਿਆ ਵੀ ਨਿੱਜਰ ਸਾਹਿਬ ਨੂੰ ਕਿਉਂ ਕੈਬਨਿਟ ਚੋਂ ਤੁਸੀਂ ਬਾਹਰ ਦਾ ਰਸਤਾ ਦਿਖਾਉਣ ਦੀ ਕੋਸ਼ਿਸ਼ ਕੀਤੀ, ਤੇ ਕਹਿੰਦੇ ਵੀ ਪਰਸਨਲ ਰੀਜ਼ਨ ਹੈ ਜੀ ਉਹਨਾਂ ਦੇ। ਇਹ ਟਾਈਮਿੰਗ, ਹੁਣ ਇਹ ਤਾਂ ਕਹਿਣਗੇ ਗਰੇਵਾਲ ਸਾਹਿਬ ਐਡਮਿਟ ਥੋੜੀ ਕਰਨਗੇ ਧਾਲੀਵਾਲ ਸਾਹਿਬ, ਲੇਕਿਨ ਜਨਤਾ ਲਈ ਮੈਂ ਦੱਸ ਰਿਹਾ ਕਿ ਟਾਈਮਿੰਗ ਦੇਖ ਲਓ। ਨਿੱਜਰ ਸਾਹਿਬ ਦਾ ਬਿਆਨ ਹੱਕ ਚ ਆਇਆ, ਹਮਦਰਦ ਸਾਹਿਬ ਦੇ ਅਜੀਤ ਦੇ, ਤੇ ਨਾਲ ਦੀ ਨਾਲ ਉਹ ਬਾਹਰ ਹੋ ਗਏ ਕੈਬਨਿਟ ਚੋਂ। ਮਤਲਬ ਆਮ ਆਦਮੀ ਪਾਰਟੀ ਆਪਣੇ ਮਿਨਿਸਟਰਸ ਤੱਕ ਨੂੰ ਆਜ਼ਾਦੀ ਨਹੀਂ ਦਿੰਦੀ ਬੋਲਣ ਦੀ। ਸਾਡੀ ਵਿੱਚ ਲੋਕਤੰਤਰ ਕਾਇਮ ਹੈ। ਹੋਰ ਗੱਲ ਦੱਸਾਂ ਕਿਉਂ ਕਹਿ ਰਿਹਾ ਸੀਗਾ ਵੀ ਬੀਜੇਪੀ ਵੀ ਗਲਤ ਕਹਿ ਰਹੀ ਹੈ। ਹੁਣ ਬੀਜੇਪੀ ਕਹਿ ਰਹੀ ਹੈ ਕਿ ਆਪੋਜੀਸ਼ਨ ਲਈ ਸਿਰਫ ਫॉर द ਸੇਕ ਆਫ ਆਪੋਜੀਸ਼ਨ ਕਾਂਗਰਸ ਪਾਰਟੀ ਅਪੋਜ਼ ਕਰਦੀ ਹੈ। ਜੇ ਗੱਲ ਸੱਚ ਹੁੰਦੀ ਤਾਂ ਬੀਜੇਪੀ ਅੱਜ ਸਾਡੇ ਨਾਲ ਪਲੇਟਫਾਰਮ ਸ਼ੇਅਰ ਨਾ ਕਰਦੀ, ਆ ਕੇ ਸਪੋਰਟ ਨਾ ਕਰਦੀ। ਆਮ ਆਦਮੀ ਪਾਰਟੀ ਸਾਡੇ ਕਰਪਸ਼ਨ ਦੇ ਐਲੀਗੇਸ਼ਨ ਲਾਉਂਦੀ ਹੈ, ਫਿਰ ਸਾਡੇ ਤੋਂ ਸਮਰਥਨ ਲੈ ਲੈਂਦੀ ਹੈ ਜ਼ੀਰੋ ਟੋਲਰੈਂਸ ਫॉर ਕਰਪਸ਼ਨ ਕਹਿ ਕੇ। ਸੋ ਦੋਵੇਂ ਪਾਰਟੀਆਂ ਸਾਡੇ ਤੇ ਕੇਸ ਕਰਦੀਆਂ, ਬੀਜੇਪੀ ਸੈਂਟਰ 'ਚ ਕਰਦੀ ਹੈ, ਆਮ ਆਦਮੀ ਪਾਰਟੀ ਸਟੇਟ 'ਚ ਕਰਦੀ ਹੈ, ਕਿਉਂਕਿ ਪਤਾ ਪੋਲੀਟੀਕਲ ਇਸ਼ੂ ਹੈ। ਆਪ ਨੂੰ ਵੀ ਪਤਾ ਲੇਕਿਨ ਕਰਪਟ ਨਹੀਂ ਹੈ ਤਾਂ ਕਰਕੇ ਸਮਰਥਨ ਮੰਗਦੇ ਹੈ। ਬੀਜੇਪੀ ਨੂੰ ਵੀ ਪਤਾ ਵੀ ਇਹ ਕਰਪਟ ਨਹੀਂ ਹੈ ਤਾਂ ਕਰਕੇ ਸਾਡੇ ਨਾਲ ਪਲੇਟਫਾਰਮ ਸ਼ੇਅਰ ਕਰਦੇ ਹੈ। ਅਗਲਾ ਧਾਲੀਵਾਲ ਸਾਹਿਬ, ਤੁਸੀਂ ਇਹ ਦੇਖੋ ਕਿ ਤੁਸੀਂ ਇੱਕ ਗੱਲ ਕੀਤੀ ਧਾਲੀਵਾਲ ਸਾਹਿਬ ਵੀ ਪਹਿਲਾਂ ਆਪ ਦੇ ਆਉਣ ਤੋਂ ਪਹਿਲਾਂ ਵੀ ਇਹ ਚੀਜ਼ਾਂ ਹੁੰਦੀਆਂ ਸੀਗੀਆਂ, ਕਦੇ ਨਹੀਂ ਬੁਲਾਰਾ ਭੇਜਿਆ, ਕਦੇ ਨਹੀਂ ਕੁਝ ਹੋਇਆ। ਮੈਂ ਕਹਿੰਦਾ ਹੋ ਸਕਦਾ ਹੋਇਆ ਹੋਵੇ, ਬਟ ਦੋ ਗਲਤ ਇੱਕ ਸਹੀ ਨਹੀਂ ਬਣਾਉਂਦੇ। ਉਹ ਆਮ ਆਦਮੀ ਪਾਰਟੀ ਨੂੰ ਇੱਕ ਸ਼ੀਲਡ ਨਹੀਂ ਦੇ ਦਿੰਦੇ ਵੀ ਆਮ ਆਦਮੀ ਪਾਰਟੀ ਜੀ ਅੱਜ ਕਦੇ ਵੀ ਪਹਿਲਾਂ ਐ ਕਰਦੀ ਸੀ, ਸ਼੍ਰੋਮਣੀ ਅਕਾਲੀ ਦਲ ਬੀਜੇਪੀ ਧੱਕਾ ਕਰਦੀ ਸੀ ਤਾਂ ਅਸੀਂ ਵੀ ਕਰ ਰਹੇ ਹਾਂ। ਮਤਲਬ ਆਪ ਐਡਮਿਟ ਕਰ ਰਹੀ ਹੈ ਕਿ ਉਹ ਵੀ ਗਲਤ ਸੀ ਤੇ ਅਸੀਂ ਵੀ ਗਲਤ ਖੜਿਆਲ ਸਾਹਿਬ, ਸੁਣਨ ਵਾਲੇ ਸਾਡੇ ਸਰੋਤੇ ਆ ਨਾ, ਪਤਾ ਨਹੀਂ ਉਹ ਇਸ ਨੂੰ ਕਿਵੇਂ ਸੋਚ ਰਹੇ ਹੋਣਗੇ, ਕਿਹਦੇ ਪੱਖ ਦੇ ਕਿਹਦੇ ਵਿਰੋਧ ਦੇ ਵਿੱਚ ਸੋਚ ਰਹੇ ਹੋਣਗੇ। ਮੈਨੂੰ ਮੈਂ ਇਸ ਗੱਲ ਤੋਂ ਨਹੀਂ, ਪਰ ਮੈਂ ਇੱਕ ਜਿਹੜੀ ਗੱਲ ਮੈਂ ਕਰਨੀ ਚਾਹ ਰਿਹਾ ਨਾ ਕਿ ਜਿੱਥੇ ਕ੍ਰਾਈਸਿਸ ਮੀਡੀਆ ਦਾ ਹੈ, ਜਿੱਥੇ ਪ੍ਰੈਸ ਦੀ ਫਰੀडम ਦਾ ਸਵਾਲ ਹੈ, ਅੱਜ ਸਾਡੇ ਮੁਲਕ ਦੇ ਵਿੱਚ ਬਹੁਤ ਵੱਡੀ ਚੁਣੌਤੀ ਹੈ। ਸਾਡਾ ਪੋਲੀਟੀਕਲ ਕ੍ਰਾਈਸਿਸ ਬਹੁਤ ਵੱਡਾ ਖੜਾ ਹੋ ਗਿਆ ਕਿਉਂਕਿ ਇੱਥੇ ਪਿਕ ਐਂਡ ਚੂਜ਼ ਦਾ ਫਾਰਮੂਲਾ ਚੱਲ ਰਿਹਾ। ਇਸ ਵੇਲੇ ਜਿਸ ਮਾਧਿਅਮ ਤੋਂ ਬਹਿ ਕੇ ਮੈਂ ਗੱਲ ਕਰ ਰਿਹਾ ਨਾ, ਪਰਸਨਲੀ ਮੇਰੇ ਨਾਲ ਤਕਰੀਬਨ ਆਲਮੋਸਟ ਬਹੁਤ ਸਾਰੀ ਪਾਰਟੀਆਂ ਨੇ ਵੱਖੋ ਵੱਖਰੇ ਇਸ਼ੂ ਦੇ ਉੱਤੇ ਗੈਸਟ ਦੇਣ ਤੋਂ ਮਨਾ ਕਰਤਾ। ਮੈਨੂੰ ਗੱਲ ਕਹਿਣ ਤੋਂ ਗੁਰੇਜ਼ ਮੈਂ ਸ਼ਰੇਆਮ ਕਹਿ ਰਿਹਾ ਕਿ ਨਹੀਂ, ਸਾਨੂੰ ਸੂਟ ਨਹੀਂ ਕਰਦਾ, ਨਹੀਂ ਕਰਦਾ ਹੋਊਗਾ, ਠੀਕ ਹੈ। ਐਸੀ ਗੱਲ ਮੈਂ ਕਦੇ ਉਸ ਗੱਲ ਦੇ ਵਿੱਚ ਵੀ ਨਹੀਂ ਜਾਂਦਾ। ਮੈਂ ਕਿਹਾ ਠੀਕ ਹੈ, ਕੋਈ ਗੱਲ ਨਹੀਂ ਹੈਗੀ, ਕਿਉਂਕਿ ਗੱਲ ਇਹ ਹੈ ਵੀ ਅਗਲੇ ਨੂੰ ਇਹ ਹੁੰਦਾ ਕਿ ਯਾਰ ਇਹਦੇ ਉੱਤੇ ਕੀ ਬੈਸਾਂਗੇ, ਕਿਉਂਕਿ ਹਾਲਾਤ ਹਿਸਟਰੀ ਪਾਸਟ ਪ੍ਰੈਜ਼ੈਂਟ ਦੇ ਵਿੱਚ ਬਹੁਤ ਕੁਝ ਫਰਕ ਹੁੰਦਾ। ਠੀਕ ਹੈ, ਇਸ ਗੱਲ ਨੂੰ ਮੈਂ ਅੰਡਰਸਟੂਡ ਕਰਦਾ, ਸਮਝਦਾ ਵੀ ਨਹੀਂ ਗੱਲ ਹੈਗੀ। ਪਰ ਗੱਲ ਇਹ ਹੈ ਕਿ ਮੈਂ ਇਹ ਗੱਲ ਸਮਝਾਉਣੀ ਤੇ ਕਰਨੀ ਚਾਹ ਰਿਹਾ ਵੀ ਜਿਹੜੀ ਪਿਕ ਐਂਡ ਚੂਜ਼ ਦੀ ਪੋਲਿਟਿਕਸ ਹੈ। ਮੈਂ ਪਹਿਲਾਂ ਪੱਤਰਕਾਰਾਂ ਦੇ ਨਾਮ ਲਿੱਤੇ, ਮੈਂ ਅੱਜ ਅਦਾਰਿਆਂ ਦੇ ਨਾਮ ਲੈਣਾ। ABP ਸਾਂਝੇ ਨਾਲ ਪੰਜਾਬ 'ਚ ਕੀ ਹੋਇਆ ਸੀਗਾ, ਕਿੰਨੇ ਲੋਕ ਬੇਰੁਜ਼ਗਾਰ ਹੋਏ ਸੀਗੇ, ਕੇਬਲ ਤੋਂ ਆਉਣ ਤੋਂ ਕਿਹਨੇ ਰੋਕਿਆ ਸੀਗਾ। ਡੇ ਐਂਡ ਨਾਈਟ ਨਾਲ ਰਾਤੋਂ ਰਾਤ ਕੀ ਹੋਇਆ ਸੀਗਾ, ਕਿਹਨੇ ਬੰਦ ਕਰਤਾ ਸੀਗਾ। ਜ਼ੀ ਪੰਜਾਬ ਹਰਿਆਣਾ ਹਿਮਾਚਲ ਚੈਨਲ ਦੇ ਨਾਲ ਕੀ ਹੋਇਆ ਸੀ, ਕੇਬਲ ਤੋਂ ਇੱਕੋ ਦਮ ਰਾਤੋਂ ਰਾਤ ਕੀ ਉਡਾਤਾ ਸੀਗਾ, ਕੋਈ ਨਹੀਂ ਸੀ ਬੋਲਿਆ। ਬੜੇ ਕੈਂਡਲ ਮਾਰਚ ਹੋਏ ਸੀ। ਇਹ ਵੀ ਕੋਟ ਕਰੋ, ਕਿਹਨੇ ਕੀ ਕੀਤਾ, ਇਹ ਵੀ ਕੋਟ ਕਰ ਦੋ। ਹਾਂ ਨਹੀਂ ਮੈਂ ਤਾਂ ਦੱਸ ਰਿਹਾ ਉਸ ਕਿਹਦੀ ਸਰਕਾਰ 'ਚ ਹੋਇਆ, ਲੋਕਾਂ ਨੂੰ ਪਤਾ। ਨਹੀਂ ਇਲਜ਼ਾਮ ਦੇਖੋ, ਤੁਸੀਂ ਇਹ ਚੀਜ਼ ਕਹੀ ਕਿ ਆਹ ਚੈਨਲ ਨਾਲ ਆ ਹੋਇਆ, ਕਿਹਨੇ ਕੀ ਕੀਤਾ, ਇਹ ਚੀਜ਼ ਜ਼ਿਆਦਾ ਸਕਿਪ ਨਾ ਕਰੋ, ਜਾਂ ਤਾਂ ਉਹ ਚੀਜ਼ ਔਨ ਰਿਕਾਰਡ ਕੋ। ਨਹੀਂ ਅਕਾਲੀ ਦਲ ਦੀ ਸਰਕਾਰ ਸੀ, ਬੀਜੇਪੀ ਅਕਾਲੀ ਦਲ ਦੀ ਸਰਕਾਰ ਸੀ। ਠੀਕ ਹੈ, ਓਕੇ। ਸੋ ਮੈਂ ਇਹ ਕਹਿ ਰਿਹਾ ਧਾਲੀਵਾਲ ਸਾਹਿਬ, ਹੁਣ ਜਸਟ ਬਿਕੋਜ਼ ਅਕਾਲੀ ਦਲ ਤੇ ਬੀਜੇਪੀ ਐਲਾਈ ਸੀਗੇ, ਜਸਟ ਬਿਕੋਜ਼ ਇਹ ਹੋਇਆ, ਉਹਦਾ ਇਹ ਮਤਲਬ ਨਹੀਂ ਹੈ ਕਿ ਅੱਜ ਅਕਾਲੀ ਦਲ ਇਹ ਸਟੈਂਡ, ਇਹ ਪਲੇਟਫਾਰਮ ਨਹੀਂ ਸ਼ੇਅਰ ਕਰ ਸਕਦਾ। ਗਲਤ ਦੋ ਗਲਤ ਇੱਕ ਸਹੀ ਨਹੀਂ ਬਣਾਉਂਦੇ, ਐਂਡ ਆਫ ਸਟੋਰੀ ਪੀਰੀਅਡ। ਜੇ ਕਿਸੇ ਨੇ ਗਲਤੀ ਪਹਿਲਾਂ ਕੀਤੀ ਹੈ, ਉਹਦਾ ਇਹ ਮਤਲਬ ਨਹੀਂ ਕਿ ਉਹਨੂੰ ਸ਼ੀਲਡ ਬਣਾ ਕੇ
ਆਉਣ ਵਾਲੀਆਂ ਸਰਕਾਰਾਂ ਨਵੀਆਂ ਪਾਰਟੀ ਜਿਹੜੀਆਂ ਪੈਦਾ ਹੋ ਰਹੀਆਂ ਹੈ ਤੇ ਉਹਨਾਂ ਨੂੰ ਸ਼ੀਲਡ ਬਣਾ ਕੇ ਕੋਰਟ ਕਰਨਗੀਆਂ ਤੇ ਆਪਦੇ ਆਪ ਨੂੰ ਡਿਫੈਂਡ ਕਰ ਲੈਣਗੀਆਂ। ਇੱਥੇ ਗੱਲ ਹੈ ਲੋਕਤੰਤਰ ਦੇ ਵਿੱਚ ਲੋਕ ਪ੍ਰਾਇੋਰਿਟੀ ਨੇ, ਲੋਕ ਫਰਸਟ ਹੈ। ਸੋ ਦੇਅਰਫੋਰ ਸਾਡਾ ਤਾਂ ਇਹੀ ਕਹਿਣਾ, ਮੈਂ 2 ਪੁਆਇੰਟ ਕਹਿ ਕੇ ਸਮਾਪਤ ਕਰ ਰਿਹਾ ਕਿ ਇਹ ਜਿਹੜਾ ਕਾਜ਼ ਹੈ, ਮੈਂ ਤਾਂ ਹੀ ਕਹਿ ਰਿਹਾ ਸੀ ਕਾਂਗਰਸ ਪਾਰਟੀ ਨੂੰ ਸਪੋਰਟ ਕਰਨ ਨਾ ਆਓ, ਉੱਥੇ ਕਾਜ਼ ਨੂੰ ਸਪੋਰਟ ਕਰਨ ਆਓ ਕਿ ਆਮ ਆਦਮੀ ਪਾਰਟੀ ਧੱਕਾ ਕਰ ਰਹੀ ਹੈ। ਤੇ ਅਜੀਤ ਦੇ ਹਮਦਰਦ ਸਾਹਿਬ ਦਾ ਬਿਆਨ ਮੈਂ ਤੁਹਾਨੂੰ ਇੱਕ ਕੋਟ ਕਰ ਦਿੰਦਾ ਲਾਸਟ। ਉਹ ਕਹਿੰਦੇ ਕਿ ਇਹ ਆਮ ਟਵਿਸਟ ਕਰ ਰਹੇ ਆ ਸਾਡੇ ਅਖਬਾਰ ਨੂੰ, ਔਨ ਰਿਕਾਰਡ ਬਿਆਨ ਹੈ, ਤੇ ਇਹ ਗੱਲ ਕਹੀ ਕਿ ਆਮ ਆਦਮੀ ਪਾਰਟੀ ਜਦੋਂ ਦੀ ਪਾਵਰ 'ਚ ਆਈ ਹੈ ਉਦੋਂ ਦੀ ਕਰ ਰਹੀ ਹੈ, ਤੇ ਇਹ ਗੱਲ ਕਹੀ ਇਹ ਤਾਂ ਕਰਕੇ ਕੀਤਾ ਜਾ ਰਿਹਾ ਤਾਂ ਕਿ ਫੇਵਰੇਬਲ ਟ੍ਰੀਟਮੈਂਟ ਲਿਆ ਜਾ ਸਕੇ। ਤੇ ਧਾਲੀਵਾਲ ਸਾਹਿਬ ਗੱਲ ਸਿਰਫ ਇੰਨੀ ਹੈ ਕਿ ਤੁਸੀਂ ਤਾਂ ਅੱਜ ਕੁਝ ਨਾਮ ਲਏ, ਤੁਸੀਂ ਕੁਝ ਇਨਸੀਡੈਂਟ ਗਨਾਏ ਚੈਨਲਸ ਨਾਲ ਆ ਹੋਇਆ, ਲੇਕਿਨ ਬਹੁਤ ਸਾਰੇ ਨਹੀਂ ਕਹਿੰਦੇ, ਬਹੁਤ ਸਾਰੇ ਅੱਗੇ ਨਹੀਂ ਆ ਪਾਉਂਦੇ, ਡਰ ਹੈ, ਕੁਝ ਹੋਰ ਹੈ। ਸੋ ਇਹਦੇ ਨਾਲ ਇੱਕ ਚੀਜ਼ ਤੁਸੀਂ ਇੱਥੇ ਕੰਪੈਰੀਜ਼ਨ ਡਰਾ ਕਰ ਸਕਦੇ ਹੋ ਕਿ ਇਹਦੇ ਅੱਜ ਪੰਜਾਬ 'ਚ ਹੋਰ ਬਹੁਤ ਚੈਨਲਸ ਹੈ, ਪੇਪਰਸ ਹੈ, ਨਿਊਜ਼ਪੇਪਰਸ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਹੈ, ਪਰ ਉਹ ਸਹਿ ਰਹੇ ਆ ਵਿਚਾਰੇ, ਅੱਗੇ ਨਹੀਂ ਆ ਪਾ ਰਹੇ, ਲੜ ਨਹੀਂ ਪਾ ਰਹੇ, ਕਿਉਂਕਿ ਇਹ ਧੱਕਾ ਬਹੁਤ ਜ਼ਿਆਦਾ ਕਰ ਰਿਹਾ, ਜਿਹਦੇ ਖਿਲਾਫ ਪੂਰੇ ਪੰਜਾਬ ਨੂੰ ਯੂਨਾਈਟ ਕਰਨ ਦੀ ਲੋੜ ਹੈ। ਬਿਲਕੁਲ। ਤੁਸੀਂ ਕਹਿ ਰਹੇ ਸੀ ਨਾ ਕੁਝ ਵੀ ਸਕਿਪ ਨਾ ਕਰਦੇ ਹੋ, ਤੁਸੀਂ ਸਾਰਾ ਕੁਝ ਮੈਨੂੰ ਕਿਹਾ, ਤੇ ਮੈਨੂੰ ਕੋਈ ਕਿਸੇ ਤਰੀਕੇ ਦੀ ਘਬਰਾਹਟ ਨਹੀਂ ਹੁੰਦੀ, ਕਿਉਂਕਿ ਮੈਂ ਜੇਕਰ ਆਪਦਾ ਕੰਮ ਕਰ ਰਿਹਾ, ਅੱਜ ਮੈਂ ਪਹਿਲੀ ਵਾਰੀ ਮਤਲਬ ਬੜੇ ਹੌਸਲੇ ਦੇ ਨਾਲ ਤੇ ਬੜੇ ਆਪਣੇ ਹੋਸ਼ੋ-ਹਵਾਸ ਦੇ ਨਾਲ ਇਹ ਗੱਲਾਂ ਕਰ ਰਿਹਾ। ਮੈਂ ਅੱਜ ਤੱਕ ਕਦੇ ਕਿਸੇ ਮਾਧਿਅਮ ਤੋਂ ਇਹ ਗੱਲ ਨਹੀਂ ਕੀਤੀ। ਮੈਂ ਇੱਕ ਗੱਲ ਕਹਿ ਰਿਹਾ ਕਿ ਮੈਂ ਆਪਦਾ ਕੰਮ ਸ਼ੌਕ ਨਾਲ ਕਰਨ ਆਇਆ, ਮੈਂ ਇੱਥੇ ਰੋਜ਼ੀ ਰੋਟੀ ਦੇ ਨਾਲ ਨਹੀਂ ਆਇਆ ਹੋਇਆ ਹੈਗਾ, ਠੀਕ ਹੈ, ਪਰ ਬੰਦੇ ਦਾ ਮਸਲੇ ਜੁੜ ਜਾਂਦੇ ਆ, ਕਿਉਂਕਿ ਪਹਿਲਾਂ ਬੰਦੇ ਦਾ ਪੈਸ਼ਨ ਹੁੰਦਾ ਤੇ ਬਾਅਦ ਦੇ ਵਿੱਚ ਉਹ ਪ੍ਰੋਫੈਸ਼ਨ ਦੇ ਵਿੱਚ ਕਨਵਰਟ ਹੋ ਜਾਂਦਾ। 1 ਸਾਲ ਅਜਿਹਾ ਵੀ ਸੀ, ਅੱਜ ਮੈਨੂੰ ਇਸ ਡਿਬੇਟ ਤੋਂ ਪਹਿਲਾਂ, ਰਿਸਰਚ ਕਰਨ ਤੋਂ ਪਹਿਲਾਂ, ਕਿਉਂਕਿ ਤੁਸੀਂ ਜਿਸ ਅਦਾਰੇ ਨਾਲ ਜੁੜੇ ਹੁੰਦੇ ਤੁਹਾਨੂੰ ਉਹਦੇ ਵੀ ਜਾਂਚ ਕਰਨੀ ਚਾਹੀਦੀ ਹੈ, ਮੈਨੂੰ ਪਤਾ ਲੱਗਿਆ ਕਿ ਰੋਜ਼ਾਨਾ ਸਪੋਕਸਮੈਨ ਦੀ 11 ਸਾਲ ਐਡ ਬੰਦ ਰਹੀ ਹੈ, 10 ਸਾਲ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਵਿੱਚ ਬੰਦ ਰਹੀ ਹੈ, 1 ਸਾਲ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਬੰਦ ਰਹੀ ਹੈ। ਬਾਅਦ ਖੁੱਲ ਗਈ ਸੀ ਕਾਂਗਰਸ 'ਚ, ਬਾਅਦ ਖੁੱਲ ਗਈ ਸੀ ਕਾਂਗਰਸ, ਬਾਅਦ ਖੁੱਲੀ ਸੀ, ਫਾਈਟ ਬਹੁਤ ਕਰਨੀ ਪਈ, ਠੀਕ ਹੈ। ਉਸ ਤੋਂ ਬਾਅਦ ਭੁੱਲਰ ਸਾਹਿਬ ਕਾਂਗਰਸ ਨੇ, ਹਾਂ ਭੁੱਲਰ ਸਾਹਿਬ, ਮੈਂ ਗੱਲ ਇਹ ਆ ਕਿ ਸ਼ਾਇਦ ਤੁਹਾਨੂੰ ਮੇਰੀ ਤਕਰੀਰ ਦੀਆਂ ਬਹੁਤ ਸਾਰੀਆਂ ਗੱਲਾਂ ਬੁਰੀਆਂ ਵੀ ਲੱਗੀਆਂ ਹੋਣਗੀਆਂ, ਮਾੜੀਆਂ ਵੀ ਲੱਗੀਆਂ ਹੋਣਗੀਆਂ, ਲੱਗਣੀਆਂ ਵੀ ਚਾਹੀਦੀਆਂ ਨੇ, ਪਰ ਗੱਲ ਇਹ ਆ ਕਿ ਇਹ ਪਿਕ ਐਂਡ ਚੂਜ਼ ਦਾ ਫਾਰਮੂਲਾ ਕਿਉਂ? ਜਦੋਂ ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰਨੀ, ਅਸੀਂ ਸਮੂਹ ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰਾਂਗੇ। ਬਿਫੋਰ 2019, ਬਿਫੋਰ 2020, ਫਾਰਮ ਲਾਸ ਤੋਂ ਪਹਿਲਾਂ ਦੀ ਮੈਂ ਸਿੱਧੀ ਗੱਲ ਕਰ ਰਿਹਾ, ਉਸ ਤੋਂ ਪਹਿਲਾਂ ਅਸੀਂ ਕੇਂਦਰੀ ਮੀਡੀਆ ਦੀ ਗੱਲ ਕਦੇ ਵੀ ਨਹੀਂ ਕੀਤੀ, ਪਰ ਉਸ ਤੋਂ ਬਾਅਦ ਅਕਾਲੀ ਦਲ ਨੇ ਮੁੱਖ ਹੋ ਕੇ ਕੀਤੀ, ਉਹਦੀ ਸ਼ਲਾਘਾ। ਦੇਖੋ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜੋ ਅੱਜ ਪੰਜਾਬ ਦੇ ਹਾਲਾਤ ਨੇ, ਜਿਹੜੀ ਪਾਰਟੀ ਬਾਰੇ ਅੱਜ ਲੋਕ ਇਕੱਠੇ ਹੋਏ, ਜਾਂ ਜਿਹੜੀ ਸਰਕਾਰ ਬਾਰੇ ਅੱਜ ਲੋਕ ਇਕੱਠੇ ਹੋਏ, ਸਾਰੇ ਲੀਡਰ ਜਿਹੜੇ ਇਕੱਠੇ ਹੋਏ ਇੱਕ ਸਟੇਜ ਦੇ ਉੱਤੇ, ਇਕੱਲਾ ਪ੍ਰੈਸ ਦੀ ਆਜ਼ਾਦੀ ਹੋਈ ਨਹੀਂ, ਅਗਰ ਤੁਸੀਂ ਇੱਕ ਲੰਬੀ ਫੇਅਰ ਲਿਸਟ ਤੁਹਾਨੂੰ ਮਿਲ ਜੂਗੀ ਜਿਹੜੀ ਇਹਨਾਂ ਦੇ ਆਪਣੇ ਲੋਕਾਂ ਦੀ ਆਜ਼ਾਦੀ ਵੀ ਜਿਹੜੀ ਹੈ ਉਹ ਸਟੇਕ ਤੇ ਹੈ। ਚਾਹੇ ਉਹ ਅਸੀਂ ਛੋਟੇਪੁਰ ਸਾਹਿਬ ਦੀ ਗੱਲ ਕਰ ਲਈਏ, ਚਾਹੇ ਘੁੱਗੀ ਜਿਹੜੇ ਸੀਗੇ ਪ੍ਰਧਾਨ ਬਣਾਏ ਸੀ ਉਹਨਾਂ ਦੀ ਗੱਲ ਕਰ ਲਈਏ, ਚਾਹੇ ਅਸੀਂ ਖਹਿਰਾ ਸਾਹਿਬ ਦੀ ਗੱਲ ਕਰ ਲਈਏ ਜਦੋਂ ਜਿਹੜੇ ਇਹਨਾਂ ਦੇ LOP ਸੀਗੇ ਜਿਹਨਾਂ ਨੂੰ ਰਾਤੋਂ ਰਾਤ ਤੋੜ ਦਿੱਤਾ ਗਿਆ, ਚਾਹੇ ਅਸੀਂ ਕੁਮਾਰ ਵਿਸ਼ਵਾਸ ਦੀ ਗੱਲ ਕਰ ਲਈਏ, ਚਾਹੇ ਅਸੀਂ ਪ੍ਰਸ਼ਾਂਤ ਭੂਸ਼ਣ ਉਹਨਾਂ ਦੀ ਗੱਲ ਕਰ ਲਈਏ, ਅਜੇ ਬੜੀ ਲੰਬੀ ਲਿਸਟ ਹੈ ਜਿਨ੍ਹਾਂ ਨੂੰ ਰਾਤੋਂ ਰਾਤ ਪਾਸੇ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਸਵਾਲ ਕੀਤਾ, ਇਹਨਾਂ ਦੇ ਸੁਪਰੀਮੋ ਨੂੰ ਸਵਾਲ ਕੀਤਾ, ਪੰਜਾਬ 'ਚ ਭਗਵੰਤ ਮਾਨ ਨੂੰ ਸਵਾਲ ਕਰ ਲੈਂਦੇ ਨੇ, ਜਿਸ ਤਰੀਕੇ ਨਾਲ ਨਿੱਜਰ ਸਾਹਿਬ ਨੂੰ ਪਾਸੇ ਕਰ ਦਿੱਤਾ ਗਿਆ, ਜਿਸ ਤਰ੍ਹਾਂ ਰਾਤੋਂ ਰਾਤ ਕੁਲਦੀਪ ਧਾਰੀਵਾਲ ਜਿਹੜੇ ਸਿਸਮਾਂ ਦੇ ਉੱਤੇ ਕਬਜ਼ਾ ਕਰਨ ਦੀ ਗੱਲਾਂ ਕਰਦੇ ਸੀਗੇ ਉਹ ਪਾਸੇ ਕਰ ਦਿੱਤੇ ਗਏ ਕਿਉਂਕਿ ਜ਼ਿਆਦਾ ਬੋਲਣ ਲੱਗ ਗਏ ਸੀਗੇ, ਇਹ ਲੱਗਣ ਲੱਗ ਗਿਆ ਪ੍ਰੈਸ ਜ਼ਿਆਦਾ ਆਉਣ ਲੱਗ ਗਏ ਔਰ ਜ਼ਿਆਦਾ ਚਰਚਾ ਦੇ ਵਿਸ਼ਾ ਬਣਨ ਲੱਗ ਗਏ, ਇਸ ਕਰਕੇ ਪਾਸੇ ਕਰ ਦਿੱਤੇ ਗਏ। ਇਹ ਗੱਲ ਹੈ ਕਿ ਇਕੱਲਾ ਪ੍ਰੈਸ ਹੀ ਨਹੀਂ, ਕਿਸੇ ਨੂੰ ਵੀ ਬੋਲਣ ਦੀ ਆਜ਼ਾਦੀ ਨਹੀਂ। ਇਹ ਪਾਰਟੀ ਜਾਂ ਇਹ ਸਰਕਾਰ ਐਸੀ ਹੈ ਜਿੱਥੇ ਕੋਈ ਇੱਕ ਪੱਤਰਕਾਰ ਆ ਕੇ ਕੁੜੀ ਸਵਾਲ ਕਰਦੀ ਹੈ ਕੇਜਰੀਵਾਲ ਸਾਹਿਬ ਨੂੰ ਤੇ ਉਸ ਤੋਂ ਬਾਅਦ 'ਚ ਇੱਕ ਝੂਠਾ SC ST ਦਾ ਪਰਚਾ ਪਾ ਕੇ ਤੇ ਉਹਨੂੰ ਅੰਦਰ ਕਰ ਦਿੱਤਾ ਜਾਂਦਾ। ਕਿੱਥੇ ਯੂਟਿਊਬਰ ਜਿਹੜੇ ਨੇ ਉਹਨਾਂ ਨੂੰ ਨਿੱਤ ਜਿਹੜਾ ਹੈਗਾ ਚੁੱਕ ਕੇ ਪਰਚਾ ਦੇ ਕੇ ਅੰਦਰ ਕਰ ਦਿੱਤਾ ਜਾਂਦਾ ਕਿ ਤੁਸੀਂ ਬੋਲਣਾ ਨਹੀਂ। ਜਿੱਥੇ ਬੋਲਣ ਦੀ ਆਜ਼ਾਦੀ ਨਾ ਹੋਵੇ, ਜਿੱਥੇ ਇੱਕ ਸਿੰਗਰ ਅਗਰ ਉਹ 4 ਗੱਲਾਂ ਕਰਦਾ ਹੈ ਸਰਕਾਰ ਦੇ ਖਿਲਾਫ ਜਾਂ 4 ਗਾਣੇ ਗਾਉਂਦਾ ਸਰਕਾਰ ਦੇ ਖਿਲਾਫ ਤੇ ਉਸ ਤੋਂ ਬਾਅਦ ਉਹਦਾ ਕਤਲ ਹੋ ਜਾਂਦਾ। ਭੁੱਲਰ ਸਾਹਿਬ ਇੱਕ ਸਵਾਲ ਹੈ, ਮੈਂ ਇਹਨਾਂ ਤਸਵੀਰਾਂ ਦੇ ਵਿੱਚ ਮੈਂ ਪਹਿਲਾਂ ਨਹੀਂ ਗੌਰ ਕੀਤੀ, ਹੁਣ ਮੈਂ ਇਸ ਡਿਬੇਟ ਚੱਲਦੀ ਗੌਰ ਕੀਤੀ ਹੈ। ਹਰਜਿੰਦਰ ਸਿੰਘ ਧਾਮੀ ਸਾਹਿਬ ਬੈਠੇ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ। ਚੰਗੀ ਗੱਲ ਹੈ ਕਿਉਂਕਿ ਸਾਡੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਹਮੇਸ਼ਾ ਮਨੁੱਖੀ ਅਧਿਕਾਰਾਂ ਦੀ ਬਾਤ ਪਾਉਂਦੀ ਹੈ, ਇਸ ਦੀ ਗੱਲ ਮੈਂ ਬਹੁਤ ਸਾਰੇ ਮੰਚਾਂ ਤੋਂ ਵੀ ਕਰਦਾ। ਜਦੋਂ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਦੀ ਗੱਲ ਹੋਈ ਉਦੋਂ ਧਾਮੀ ਸਾਹਿਬ ਕਿਸੇ ਨੂੰ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੇ। ਮੈਂ ਉਹਦਾ ਜਵਾਬ ਦੇ ਦਿੰਦਾ। ਜਿਹੜਾ
ਗੁਰਬਾਣੀ ਦਾ ਪ੍ਰਸਾਰ ਸੀ ਸਭ ਤੋਂ ਪਹਿਲਾਂ ਜੀ ਨਿਊਜ਼ ਨੂੰ ਮਿਲਿਆ ਸੀ ਜੀ। ਔਰ ਜੀ ਨਿਊਜ਼ ਨੇ ਉਹਦੇ ਵਿੱਚ ਇਹੋ ਜਿਹੀਆਂ ਐਡ ਦੇਣੀਆਂ ਸ਼ੁਰੂ ਕਰਤੀਆਂ ਸੀਗੀਆਂ, ਗੁਰਬਾਣੀ ਚੱਲਦਿਆਂ ਹੋਇਆ ਸ਼ਬਦ ਚੱਲ ਰਿਹਾ ਉਹਨੂੰ ਕੱਟ ਕੇ ਉਹਦੇ ਵਿੱਚ ਐਡ ਦੇਣੀ ਸ਼ੁਰੂ ਕਰਤੀ ਸੀ, ਜਿਹਦਾ ਕਰਕੇ ਉਹਨਾਂ ਤੋਂ ਇਹ ਹਟਾਇਆ ਗਿਆ। ਉਸ ਤੋਂ ਬਾਅਦ ਟੈਂਡਰ ਇਹਨਾਂ ਸ਼ਰਤਾਂ ਦੇ ਉੱਤੇ ਦਿੱਤਾ ਗਿਆ ਕਿ ਗੁਰਬਾਣੀ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਪ੍ਰਚਾਰ ਪ੍ਰਸਾਰ ਨਹੀਂ ਕੀਤਾ ਜਾਊਗਾ, ਜਿੱਤੇ ਕੋਈ ਵੀ ਜਿਹੜਾ ਟੈਂਡਰ ਇਹਨੂੰ ਨਹੀਂ ਆਇਆ। ਲੇਕਿਨ ਸਰਦਾਰ ਭਗਵੰਤ ਮਾਨ ਸਿੰਘ ਦੀ ਤਕਲੀਫ ਇਸ ਗੱਲ ਦੀ ਹੈ ਕਿ ਉਸ ਗੁਰਬਾਣੀ ਦੇ ਵਿੱਚ ਉਹਨਾਂ ਦੀ ਫੋਟੋ ਨਹੀਂ ਆਉਂਦੀ, ਇਸ ਕਰਕੇ ਉਹਨਾਂ ਨੇ ਸਵਾਲ ਖੜਾ ਕੀਤਾ। ਜਿਹੜੀ ਗੁਰਬਾਣੀ ਬਾਹਰ ਜਿਹੜੀਆਂ LCD ਲੱਗੀਆਂ ਹੋਈਆਂ ਸੀਗੀਆਂ ਜਿਹੜੀਆਂ ਸਰਕਾਰ ਦੀਆਂ ਸੀਗੀਆਂ, ਉੱਥੇ ਤਾਂ ਉਹਨਾਂ ਦੀ ਫੋਟੋ ਲੱਗ ਗਈ, ਲੇਕਿਨ ਉੱਥੇ ਨਹੀਂ ਆਉਂਦੀ। ਇਹ ਤਕਲੀਫ ਹੈ, ਬਸ ਹੋਰ ਕੁਝ ਨਹੀਂ ਹੈਗਾ। ਔਰ ਇਹੀ ਗੱਲ ਧਾਰੀਵਾਲ ਸਾਹਿਬ ਪ੍ਰਧਾਨ ਜੀ ਨੇ ਕਹੀ ਹੈ ਕਿ ਅਸੀਂ ਓਪਨ ਟੈਂਡਰ ਕਰਾਂਗੇ, ਲੇਕਿਨ ਸਾਡੀਆਂ ਸ਼ਰਤਾਂ ਜਿਹਨੂੰ ਮਨਜ਼ੂਰ ਹੋਣਗੀਆਂ ਉਹਨੂੰ ਦੇਵਾਂਗੇ, ਤੇ ਸ਼ਰਤਾਂ ਜਿਹਨੂੰ ਮਨਜ਼ੂਰ ਕਰ ਲਵੇ ਲਿੰਕ ਮੁਹੱਈਆ ਕਰਵਾ ਦੇਣਾ ਚਾਹੀਦਾ। ਟੈਂਡਰ ਕਰਨ ਵਾਲਾ ਇਹ ਤਾਂ ਗੁਰਬਾਣੀ ਦਾ ਵਪਾਰੀਕਰਨ ਹੋ ਗਿਆ ਨਾ। ਨਹੀਂ, ਕਿਸੇ ਦਾ ਵਪਾਰੀ ਕਰਨਾ ਜੀ ਨਹੀਂ, ਜਦੋਂ ਟੈਂਡਰ ਕੱਢਿਆ ਜਾਊਗਾ, ਦੇਖੋ ਟੈਂਡਰ ਕੱਢਿਆ ਜਾਊਗਾ ਤਾਂ ਲਵੇ ਜਿਹਨੂੰ ਤਕਲੀਫ ਹੈ, ਸਰਕਾਰ ਲੈ ਲਵੇ ਟੈਂਡਰ, ਲੇਕਿਨ ਉਹ ਚ ਐਡ ਨਹੀਂ ਆਊਗੀ ਵਿੱਚ, ਜਿਹੜੀਆਂ ਇਹ ਚੀਜ਼ਾਂ ਚਾਹੁੰਦੇ ਨੇ ਉਹ ਨਹੀਂ ਹੋਣਗੀਆਂ। ਨਹੀਂ, ਉਸ ਗੱਲ ਨਾਲ ਮੈਂ ਵੀ ਐਗਰੀ ਕਰਦਾ। ਜਿਹੜੀ ਜੀ ਨਿਊਜ਼ ਦੇ ਉੱਤੇ ਤੇ ਉਹਦੇ ਵਿੱਚ ਨਹੀਂ, ਮੈਂ ਐਗਰੀ ਤੰਬਾਕੂ ਦੀ ਵੀ ਐਡ ਆਉਂਦੀ ਸੀ, ਉਹਦੇ ਵਿੱਚ ਹੋਰ ਵੀ ਅਸ਼ਲੀਲ ਐਡ ਆਉਂਦੀਆਂ ਸੀਗੀਆਂ ਜਿਹੜੀਆਂ ਨਹੀਂ ਉਹ ਚ ਐਕਸੈਪਟ ਕੀਤੀਆਂ ਜਾ ਸਕਦੀਆਂ। ਵੀ ਇੱਕ ਗੁਰਬਾਣੀ ਦਾ ਸ਼ਬਦ ਚੱਲ ਰਿਹਾ, ਸ਼ਬਦ ਨੂੰ ਵਿੱਚੋਂ ਦੀ ਨਹੀਂ ਬ੍ਰੇਕ ਕਰਕੇ ਤੇ ਆਪਣੀ ਐਡ ਸ਼ੁਰੂ ਕਰ ਦੋ, ਉਹ ਨਹੀਂ ਸੀ ਮਨਜ਼ੂਰ ਹੈਗਾ, ਉਹ ਚੀਜ਼ ਆਬਜੈਕਸ਼ਨੇਬਲ ਸੀ, ਉਹ ਖਤਮ ਹੋ ਗਈ। ਮੈਂ ਕਹਿੰਦਾ ਵੀ ਇਹ ਸ਼ਰਤਾਂ ਦੇ ਤਹਿਤ ਮਤਲਬ ਲਿੰਕ ਮੁਹੱਈਆ ਕਰਵਾ ਦੇਣਾ ਚਾਹੀਦਾ। ਖੈਰ ਚਲੋ ਆਪਾਂ ਦੂਜੇ ਪਾਸੇ ਤੁਰ ਪਏ। ਗੱਲ ਇਹ ਹੈ ਵੀ ਅਹਿਬਾਬ ਗਰੇਵਾਲ ਸਾਹਿਬ ਕਿ ਮੈਂ ਆਪਣੀ ਗੱਲ ਕੰਪਲੀਟ ਨਹੀਂ ਕੀਤੀ ਵਿੱਚ ਤੁਸੀਂ ਕੱਟਤੀ ਸੀ ਗੱਲ। ਚਲੋ ਠੀਕ ਹੈ, ਹਾਂਜੀ ਕਰ ਲਓ ਪੂਰਾ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜਿਸ ਤਰੀਕੇ ਨਾਲ ਅੱਜ, ਕਿਉਂਕਿ ਕਿਤੇ ਨਾ ਕਿਤੇ ਅਹਿਬਾਬ ਜੀ ਜਿਹੜੇ ਹੈਗੇ ਠੀਕ ਹੈ ਸਾਡੇ ਭਰਾ ਨੇ ਔਰ ਵਧੀਆ ਪ੍ਰਵਕਤਾ ਵੀ ਨੇ ਆਮ ਆਦਮੀ ਪਾਰਟੀ ਦੇ, ਪਰ ਜਿਸ ਤਰੀਕੇ ਨਾਲ ਇਹਨਾਂ ਦੇ ਪ੍ਰਵਕਤਾਵਾਂ ਦਾ ਵੀ ਗਲ ਘੁੱਟਿਆ ਜਾਂਦਾ ਹੈ, ਇਹ ਜਿਹੜਾ ਨਾ ਆਉਣਾ ਇੱਕ ਚੈਨਲ ਤੇ ਨਹੀਂ, ਤੁਹਾਡਾ ਸ਼ਿਕਵਾ ਇੱਕ ਚੈਨਲ ਨਾਲ ਹੋ ਸਕਦਾ ਹੈ, ਦੋ ਨਾ ਹੋ ਸਕਦਾ ਹੈ, ਲੇਕਿਨ ਅੱਧੀ ਦਰਜਨ ਤੋਂ ਵੱਧ ਚੈਨਲ ਨੇ ਜਿੱਥੇ ਦਾ ਪ੍ਰਵਕਤਾ ਕੋਈ ਨਹੀਂ ਜਾਂਦਾ ਅੱਜ ਐਬਸੈਂਟ ਹੁੰਦੇ ਆ। ਗਿਣਤੀ ਦੇ ਇੱਕ ਦੋ ਚੈਨਲ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਦੇ ਪ੍ਰਵਕਤਾ ਆਉਂਦੇ ਨੇ, ਜਿਸ ਚੋਂ ਅਹਿਬਾਬ ਗਰੇਵਾਲ ਸਾਹਿਬ ਜਾਂ ਇੱਕ ਅੱਧਾ ਜਣਾ ਹੋਰ ਆਉਂਦਾ, ਬਾਕੀ ਸਾਰੇ ਖਤਮ ਹੋ ਗਿਆ ਸਿਸਟਮ। ਗੱਲ ਹੈ ਕਿ ਲੋਕਾਂ ਦੇ ਸਵਾਲਾਂ ਦਾ ਜਵਾਬ ਤੇ ਤੁਸੀਂ ਚੈਨਲ ਤੇ ਹੀ ਆ ਕੇ ਦੇਣਾ, ਔਰ ਇਹ ਡਿਬੇਟ ਇੱਕ ਐਸਾ ਸੋਰਸ ਹੈ ਜਿਹਦੇ ਵਿੱਚ ਤੁਹਾਨੂੰ ਓਪੋਜੀਸ਼ਨ ਦੇ ਜਿਹੜੇ ਲੋਕ ਨੇ ਉਹ ਸਵਾਲ ਕਰਦੇ ਨੇ, ਉਹ ਜਨਤਾ ਦੇ ਸਵਾਲ ਹੁੰਦੇ ਆ। ਬਿਲਕੁਲ। ਔਰ ਸਰਕਾਰ ਨੇ ਸਵਾਲਾਂ ਦਾ ਜਵਾਬ ਜਿਹੜਾ ਹੈ ਉਹ ਤੁਹਾਡੇ ਆਪਣੇ ਪ੍ਰਵਕਤਾ ਦੇ ਥਰੂ ਦੇਣਾ ਹੈ। ਸਰਕਾਰ ਦਾ ਜਿਹੜਾ ਰਿਪਰੈਜ਼ੈਂਟੇਟਿਵ ਹੋਊਗਾ ਉਹ ਆ ਕੇ ਸਵਾਲ ਦਾ ਜਵਾਬ ਦੇਊਗਾ, ਲੇਕਿਨ ਜੇ ਤੁਸੀਂ ਭੇਜੋਗੇ ਨਹੀਂ, ਇਹਦਾ ਮਤਲਬ ਕਿ ਤੁਸੀਂ ਜਿਹੜੇ ਜਨਤਾ ਦੇ ਸਵਾਲ ਨੇ ਉਹਨਾਂ ਤੋਂ ਭੱਜੇ ਭਗੌੜੇ ਹੋ ਤੁਸੀਂ। ਫਿਰ ਤੁਸੀਂ ਇਹ ਐਕਸਕਿਊਜ਼ ਕਰ ਲਓ ਕਿ ਫਲਾਣੇ ਟਾਈਮ ਦੇ ਉੱਤੇ ਫਲਾਣਾ ਨੇ ਬੰਦ ਕਰਤਾ ਸੀ, ਢਮਕਾਣੇ ਦੇ ਉੱਤੇ ਕਰਤਾ ਸੀ, ਬੰਦ ਕਰਤਾ ਸੀ, ਪਰ ਤੁਸੀਂ ਤੇ ਆਪਣੇ ਪ੍ਰਵਕਤਾ ਜਿਹੜੇ ਉਹਨਾਂ ਦਾ ਵੀ ਗੱਲ ਘੁੱਟਤਾ। ਚੈਨਲ ਛੱਡੋ ਤੁਸੀਂ, ਅੱਜ ਤੁਹਾਡੇ ਪ੍ਰਵਕਤਾ ਨੂੰ ਵੀ ਆਜ਼ਾਦੀ ਨਹੀਂ ਹੈ ਜਾ ਕੇ ਗੱਲ ਕਰਨ ਦੀ ਕਿ ਉਹ ਜਾ ਕੇ ਆਮ ਜਨਤਾ ਦਾ ਜਾਂ ਜਿਹੜੀ ਆਪੋਜੀਸ਼ਨ ਹੈਗੀ ਉਹਦਾ ਕੋਈ ਜਵਾਬ ਦੇ ਸਕੇ, ਲੇਕਿਨ ਗਿਣਤੀ ਦੇ ਲੋਕਾਂ ਤੋਂ। ਗਰੇਵਾਲ ਸਾਹਿਬ ਐਕਸਪਰਟ ਨੇ, ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਇਹਨਾਂ ਦੇ ਹਾਈ ਕਮਾਂਡ ਹੈ ਵੀ ਇਹ ਗੱਲ ਦਾ ਜਵਾਬ ਦੇਣ ਦੀ ਬਜਾਏ ਗੱਲ ਨੂੰ ਘੁਮਾਉਣਾ ਜਾਣਦੇ ਆ। ਇਹ ਉਸ ਗੱਲ ਨੂੰ ਜਿਹੜੀ ਗੱਲ ਦੇ ਉੱਤੇ ਡਿਬੇਟ ਹੋਵੇ ਉਹਨੂੰ ਪਾਸੇ ਰੱਖ ਕੇ ਦੂਸਰੇ ਉੱਤੇ ਤੁੰਦਾ ਲਾਉਣਾ ਜਾਣਦੇ ਆ, ਬੜੀ ਛੇਤੀ ਦੂਸਰੇ ਪਾਸੇ ਨੂੰ ਮੋੜਨਾ ਜਾਣਦੇ ਆ। ਇਹਨਾਂ ਨੂੰ ਕਟਾਰੂ ਚੱਕ ਦੀ ਗੱਲ ਕੀਤੀ ਜਾਵੇ ਉਹਦੀ ਤੈਦ ਕਰਦੇ ਨੇ, ਉਹਦੇ ਫਿਰ ਠੋਕਦੇ ਨੇ। ਇਹਨਾਂ ਨੂੰ ਕਿਸੇ ਕਰਪਟ ਲੀਡਰ ਦੀ ਗੱਲ ਕੀਤੀ ਜਾਵੇ ਇਹਨਾਂ ਦੀ, ਤੇ ਉੱਥੇ ਪਿੱਠ ਠੋਕਦੇ ਨੇ ਕਿ ਨਹੀਂ ਅਸੀਂ ਦਾਅਵੇ ਨਾ ਕਹਿੰਦੇ ਆ, ਕਿਉਂਕਿ ਜਿਹੜੀ ਲੈਂਗੁਏਜ ਇਹਨਾਂ ਦੇ ਸੁਪਰੀਮੋ ਦੀ ਹੈ, ਜਿਹੜੀ ਲੈਂਗੁਏਜ ਅੱਜ ਭਗਵੰਤ ਮਾਨ ਸਾਹਿਬ ਦੀ ਹੈ, ਉਹ ਲੈਂਗੁਏਜ ਜਿਹੜਾ ਪ੍ਰਵਕਤਾ ਬੋਲੇਗਾ ਉਹੀ ਆਏਗਾ। ਔਰ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਿਆਂ ਕਿ ਹੁਣ ਨਾ ਚਾਹੇ ਇਹਨਾਂ ਦੇ ਬਾਬ ਗਰੇਵਾਲ ਸਾਹਿਬ ਨੇ, ਚਾਹੇ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਨੇ, ਚਾਹੇ ਆਪਾਂ ਕੇਜਰੀਵਾਲ ਸਾਹਿਬ ਦੀ ਗੱਲ ਕਰ ਲਈਏ, ਤੇ ਅੱਜ ਮਹਿਸੂਸ ਇਹ ਹੁੰਦਾ ਜਦੋਂ ਪ੍ਰੈਸ ਦੇ ਸਾਹਮਣੇ ਆਉਂਦੇ ਨੇ, ਪ੍ਰੈਸ ਦੇ ਸਾਹਮਣੇ ਆਉਣ ਤੋਂ ਪਹਿਲਾਂ ਤੇ ਪ੍ਰੈਸ ਦੇ ਸਾਹਮਣੇ ਆਉਣ ਤੋਂ ਬਾਅਦ ਦੇ ਵਿੱਚ ਵੀ ਏਕਤਾ ਕਪੂਰ ਦਾ ਕੋਈ ਸੀਰੀਅਲ ਸ਼ੁਰੂ ਹੋਣ ਲੱਗਾ, ਤੇ ਉਸ ਤੋਂ ਬਾਅਦ ਸਨਸਨੀ ਇੱਕ ਆਉਂਦਾ ਹੁੰਦਾ ਸੀਗਾ, ਉਹ ਬਣ ਕੇ ਜਿਹੜਾ ਹੈਗਾ ਉਹ ਸੀਰੀਅਲ ਬੰਦ ਹੋ ਜਾਊਗਾ ਵੀ ਅਗਲੀ ਵਾਰ ਵਾਸਤੇ ਕੋਈ ਨਾ ਕੋਈ ਰੱਖ ਲਿਆ ਜਾਊਗਾ ਕਿ ਆ ਅਗਲੇ ਐਪੀਸੋਡ 'ਚ ਹੁਣ, ਤੇ ਉਹ ਸਿਸਟਮ ਸ਼ੁਰੂ ਹੋ ਗਿਆ। ਇਹ ਕੋਈ ਸਰਕਾਰ ਚਲਾਉਣ ਵਾਲਾ ਨਹੀਂ, ਇਹ ਥੀਏਟਰ ਚਲਾਉਣ ਵਾਲਾ ਕੰਮ ਚੱਲ ਰਿਹਾ ਜਿਹੜੀ ਸਰਕਾਰ ਦੇ ਕੋਲ, ਇਸ ਤੋਂ ਬਾਅਦ ਕੁਝ ਨਹੀਂ ਹੈਗਾ। ਠੀਕ ਹੈ ਗਰੇਵਾਲ ਸਾਹਿਬ, ਉਹ ਮੈਨੂੰ ਸ਼ੇਰ ਯਾਦ ਆ ਰਿਹਾ ਉਹ। ਹਾਂ ਗੋਸ਼ਾ ਸਾਹਿਬ ਇੱਕ ਮਿੰਟ, ਉਹ ਮੈਂ ਨਾ ਗਰੇਵਾਲ ਸਾਹਿਬ ਤੋਂ ਲੈਣਾ ਚਾਹੁੰਦਾ। ਉਹ ਫੋਨ ਬੰਦ ਹੋ ਜਾਣਾ ਜੀ, ਲਾਈਟ ਇੱਥੇ ਨਹੀਂ ਹੈਗੀ, ਮੇਰੀ ਪ੍ਰੋਬਲਮ ਹੈ, ਮੈਨੂੰ 1 ਮਿੰਟ ਦੇ ਦਿਓ ਸਿਰਫ ਜੀ, ਫਿਰ ਤਾਂ ਵੱਧ ਸਮਾਂ ਮੇਰਾ ਇੱਕੋ ਹੀ ਗੱਲ ਹੈ ਵੀ ਜੇ ਪਿਛਲੀ ਸਰਕਾਰਾਂ ਨੇ ਕੋਈ ਗਲਤੀ ਕੀਤੀ ਹੈ ਤੇ ਇਹਦਾ ਮਤਲਬ ਇਹਨਾਂ ਨੂੰ ਨਹੀਂ ਕਿ ਇਹਨਾਂ ਨੂੰ ਲਾਇਸੈਂਸ ਮਿਲ ਗਿਆ, ਇਹਨਾਂ ਨੇ ਬਦਲਾਵ ਦੀ ਗੱਲ ਕੀਤੀ ਸੀ, ਇਹਨਾਂ ਨੇ ਲੋਕਾਂ ਦੀਆਂ ਉਮੀਦਾਂ ਜਗਾਈਆਂ ਸੀ। ਨਹੀਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਗੋਸ਼ਾ ਸਾਹਿਬ, ਗੋਸ਼ਾ ਸਾਹਿਬ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਸੁਣੋ ਮੇਰੀ ਗੱਲ ਤਾਂ ਸੁਣ ਲਓ, ਮੇਰੀ ਗੱਲ ਤਾਂ ਸੁਣ ਲਓ, ਫਿਰ ਬਾਅਦ ਦੇ ਵਿੱਚ ਨਾ ਸਾਡੇ ਉੱਤੇ ਹੀ ਬਹੁਤ ਤਵੇ ਲੱਗਦੇ ਆ ਤੇ ਸਾਨੂੰ ਸਹਿਣਦੇ ਆ। ਮੈਂ ਤੁਹਾਡੀ ਗੱਲ ਦੀ ਤਾਇਦ ਕਰਦਾ ਵੀ ਇਹਨਾਂ ਨੇ ਬਦਲਾਅ ਦੀ ਗੱਲ ਕੀਤੀ ਸੀ, ਬਦਲੇ ਦੀ ਗੱਲ ਤਾਂ ਨਹੀਂ ਕੀਤੀ ਸੀ। ਮੈਂ ਤਾਂ ਇਹ ਤਾਇਦ ਕਰਦਾ ਤੁਹਾਡੀ। ਹਾਂ ਬਦਲੇ ਦੀ ਗੱਲ, ਬਸ ਮੈਂ ਮੇਰਾ ਇਹੀ ਗੱਲ ਕਹਿਣਾ ਚਾਹੁੰਦਾ।
ਬਸ ਠੀਕ ਹੈ। ਬਦਲੇ ਦੀ ਗੱਲ ਹੀ ਕੀਤੀ ਸੀ, ਲੋਕਾਂ ਨੂੰ ਮੋਰਲ ਸੈੱਟ ਕਰਨ, ਚੰਗਾ ਮੈਸੇਜ ਦੇਣ, ਮਾੜਾ ਮੈਸੇਜ ਦੇਣ। ਅੱਜ ਇਹਨਾਂ ਦਾ ਮੈਸੇਜ ਮਾੜਾ ਜਾ ਰਿਹਾ ਸਮਾਜ 'ਚ। ਪਰ ਮੈਨੂੰ ਇਹ ਆ ਵੀ ਤੁਹਾਡਾ ਫੋਨ ਕਿ ਤੁਸੀਂ ਕਹਿੰਦੇ ਹੋ ਬੰਦ ਹੋਣ ਵਾਲਾ, ਫਿਰ ਮੇਰੀ ਗੱਲ ਵੀ ਨਾ ਰਹਿ ਜੇ। ਤੁਸੀਂ ਗੱਲ ਕਹੀ ਵੀ ਪੁਰਾਣਿਆਂ ਦੀ ਲੀਹ ਤੇ ਨਹੀਂ ਚੱਲਣਾ, ਇਹਨਾਂ ਨੇ ਮਤਲਬ ਉਸ ਲੀਹ ਨੂੰ ਤੋੜਨਾ ਸੀਗਾ, ਪਰ ਜਿਹੜੀ ਪੈਰਲਲ ਲੀਹ ਹਲੇ ਵੀ ਚੱਲ ਰਹੀ ਹੈ, ਜਿਹੜੀ ਸਰਕਾਰ ਹਲੇ ਹੈਗੀ ਹੈ, ਜਿਹੜੀ ਸਰਕਾਰ ਕਰ ਰਹੀ ਹੈ ਗਲਤ ਕਰ ਰਹੀ ਹੈ, ਕੋਈ ਵੀ ਗਲਤ ਕਰ ਰਹੀ ਹੈ, ਪਰ ਇਹ ਜਿਹੜਾ ਇਲਜ਼ਾਮ ਇਹ ਲਾਉਣਾ ਚਾਹੁੰਦੇ ਆ ਉਹਦੇ ਨਾਲ ਤਾਂ ਨਹੀਂ ਇਹਨਾਂ ਨੂੰ ਮੰਨ ਗਏ ਹੋ ਗੋਸ਼ਾ ਸਾਹਿਬ? ਸਾਡਾ ਕੰਮ ਠੀਕ ਚੱਲ ਰਿਹਾ, ਮੰਨ ਗਏ ਹੋ ਵੀ ਸਾਨੂੰ ਧੱਕਾ ਲੋਕ ਹੁੰਦਾ ਕਹਿ ਰਹੇ ਆ, ਲੋਕ ਚੱਲ ਰਹੇ ਆ। ਜੇ ਇੰਨੇ ਕੰਮ ਕੀਤੇ ਨਾ ਭਾਰਤੀ ਜਨਤਾ ਪਾਰਟੀ ਨੇ, ਮੋਦੀ ਸਰਕਾਰ ਨੇ, ਤਾਂ ਇਸੇ ਕਰਕੇ ਕੀਤੇ। ਉਹਨਾਂ ਦੇ ਕੈਪੇਬਿਲਿਟੀ ਹੈ, ਉਹਨਾਂ ਦੇ ਅੰਦਰ ਕੈਪੇਬਿਲਿਟੀ ਹੈ ਕੰਮ ਕਰਨ ਦੀ। ਉਹਨਾਂ ਦਾ ਇੱਕ ਧਈਆ ਕੀਤਾ ਹੋਇਆ। ਇੱਕ ਨਾ ਇਹਨਾਂ ਦੇ ਆਚਾਰਿਆ ਜੀ ਨੇ, ਮੈਂ ਹੁਣ ਕਾਂਗਰਸ ਦੀ ਗੱਲ ਵੀ ਕਰ ਲਾਂਗਾ, ਦਿੱਤਾ ਬੜਾ ਵਧੀਆ ਬਿਆਨ। ਆਚਾਰਿਆ ਇਹਨਾਂ ਦੇ ਕਾਂਗਰਸ ਦੇ MP ਸਾਹਿਬ ਹੈ, ਆਚਾਰਿਆ ਪ੍ਰਮੋਦ ਕ੍ਰਿਸ਼ਨ ਜੀ, ਕਹਿੰਦੇ ਧਰਮਦੰਡ ਸਥਾਪਿਤ ਹੋ ਗਿਆ, ਦੇਵਤੇ ਫੁੱਲ ਬਰਸਾਣ ਲੱਗੇ, ਖੋਤੇ ਰੋਲਾ ਪਾਉਣ ਲੱਗੇ। ਇਹ ਮੈਂ ਨਹੀਂ ਕਹਿ ਰਿਹਾ, ਕਾਂਗਰਸ ਦੇ MP ਸਾਹਿਬ ਕਹਿ ਰਹੇ। ਇਹ ਉਹਨਾਂ ਦਾ ਦਰਦ ਵੀ ਸਮਝੋ ਵੀ ਕੀ ਕਹਿਣਾ ਚਾਹੁੰਦੇ ਆ। ਅਸੀਂ ਆਪਣਾ ਕੰਮ ਕਰ ਰਹੇ ਹਾਂ, ਅਸੀਂ ਰੋਲਾ ਪਾਉਣ 'ਚ ਵਿਸ਼ਵਾਸ ਨਹੀਂ ਰੱਖਦੇ, ਅਸੀਂ ਕੰਮ 'ਚ ਵਿਸ਼ਵਾਸ ਰੱਖਦੇ। ਬਿਲਕੁਲ ਠੀਕ ਹੈ, ਮਤਲਬ ਕੰਮ ਤਾਂ ਵਧੀਆ ਹੋ ਰਿਹਾ ਹੈ। ਕਾਂਗਰਸ ਮੁਕਤ ਭਾਰਤ ਦੀ ਗੱਲ ਹੋਈ ਸੀਗੀ, ਹੁਣ ਕਾਂਗਰਸ ਯੁਕਤ ਭਾਜਪਾ ਹੋ ਰਹੀ ਹੈ, ਕੰਮ ਤਾਂ ਹੋ ਰਿਹਾ ਹੈ, ਕਹਿ ਰਹੇ ਜੀ। ਗੱਲ ਤਾਂ ਕਾਂਗਰਸ ਯੁਕਤ ਨਹੀਂ ਹੈ ਜੀ। ਜੇ ਧਾਲੀਵਾਲ ਸਾਹਿਬ ਤੁਸੀਂ ਕਿਸੇ ਜਗ੍ਹਾ ਤੇ ਸਹੀ ਕੰਮ ਕਰਦੇ ਹੋ ਤਾਂ ਅਸੀਂ ਤੁਹਾਡੀ ਵੀ ਤਾਕੀਦ ਕਰਾਂਗੇ। ਜੇ ਗਰੇਵਾਲ ਸਾਹਿਬ ਵੀ ਕਿਤੇ ਚੰਗਾ ਕੰਮ ਕਰਨਗੇ, ਅਸੀਂ ਉਹਨਾਂ ਦੀ ਤਾਰੀਫ ਕਰਾਂਗੇ। ਜੇ ਪਿੱਛੇ ਕਿਤੇ ਆਮ ਆਦਮੀ ਪਾਰਟੀ ਦੀ ਗੱਲ ਹੋਈ, ਜੇ ਚੰਗੀ ਗੱਲ ਕੀਤੀ ਸੀ, ਚੰਗੀ ਕੀਤੀ ਸੀ, ਅਸੀਂ ਉਹਨਾਂ ਦਾ ਵੀ ਵਿਰੋਧ ਨਹੀਂ ਕੀਤਾ ਸੀ। ਵਿਰੋਧ ਦਾ ਇੱਕ ਪੈਮਾਨਾ ਹੈਗਾ, ਉਹ ਉਸੇ ਪੈਮਾਨੇ ਤੇ ਚੱਲਦੇ ਆ। ਨਹੀਂ, ਤਾਰੀਫ ਦੇ ਨਾਲ ਤੁਸੀਂ ਚੰਗੀ ਤਰ੍ਹਾਂ ਤਮੀਜ਼ ਦੇ ਨਾਲ ਬੰਦਾ ਹੀ ਘਰ ਲੈ ਆਉਂਦੇ ਹੋ ਨਾ। ਨਹੀਂ, ਧਾਲੀਵਾਲ ਸਾਹਿਬ ਦੇਖੋ, ਤੁਹਾਡੇ ਆਪਣੇ ਵਿਚਾਰ ਹੋ ਸਕਦੇ, ਮੇਰੇ ਆਪਣੇ ਵਿਚਾਰ ਨਹੀਂ, ਕਪਤਾਨ ਸਾਹਿਬ ਦੀ ਚੰਗੀ ਭਲੀ ਸਰਦਾਰੀ ਚੱਲ ਰਹੀ ਸੀ, ਕਹਿ ਕਹਾ ਕੇ ਪਹਿਲਾਂ ਚੱਲਦੀ ਲਾਰੀ ਚੋਂ ਲਹਾਤੇ, ਮੁੜ ਕੇ ਆਪਦੀ ਵਾਲੀ ਰੇਲ ਗੱਡੀ ਚਾੜਤੇ, ਉਹ ਬਿਠਾ ਵੀ ਪਿੱਛੇ ਡੱਬੇ 'ਚ ਲਏ। ਨਹੀਂ ਧਾਲੀਵਾਲ ਸਾਹਿਬ, ਠੀਕ ਹੈ, ਤੁਹਾਡੀ ਆਪਣੇ ਵਿਚਾਰ ਹੋ ਸਕਦੇ ਆ, ਪਰ ਤੁਹਾਨੂੰ ਫਿਰ ਕਹਿ ਰਿਹਾ, ਅਸੀਂ ਆਪਣੇ ਕੰਮ ਤੇ ਵਿਸ਼ਵਾਸ ਕਰਦੇ ਹਾਂ। ਅਸੀਂ ਆਮ ਆਦਮੀ ਪਾਰਟੀ ਵਾਂਗੂ ਸਿਰਫ ਐਡਵਰਟਾਈਜ਼ਮੈਂਟ ਤੇ ਜ਼ੋਰ ਨਹੀਂ ਦਿੰਦੇ, ਜਿਹੜੇ 33 ਕਰੋੜ ਤੋਂ 750 ਕਰੋੜ ਹੋ ਗਿਆ। ਨਾਲੇ ਬਾਕੀ ਗੱਲ ਇਹ ਹੈ, ਗਿਲੇ ਸ਼ਿਕਵੇ ਤਾਂ ਗੋਸ਼ਾ ਸਾਹਿਬ ਬੰਦੇ ਨੂੰ ਸਮੇਂ ਨਾਲ ਭੁਲਾ ਲੈਣੇ ਚਾਹੀਦੇ ਆ। ਪਿੱਛੇ ਬੋਰਡ ਹੈ, ਹਰ ਅਖਬਾਰ 'ਚ ਫੋਟੋ, ਤਾਂ ਸੇਮ ਹੁਣ ਆਪਣੇ ਆਪ ਤੇ ਵੀ ਚੱਲ ਗਿਆ ਨਾ, ਉਹੀ ਚੀਜ਼ਾਂ ਤੇ ਚੱਲ ਰਿਹਾ। ਸੁਧਾਰਿਆ ਕੀ ਇਹਨਾਂ ਨੇ? ਤਾਂ ਵਿਗਾੜ ਲਿਆ ਅੱਗੋਂ ਪੰਜਾਬ ਨੂੰ, ਹੋਰ ਹਾਲਾਤ। ਪੰਜਾਬ ਸੁਧਰ ਥੋੜਾ ਰਿਹਾ। ਜਦ ਪੰਜਾਬ ਨੂੰ ਅਗਲੀਆਂ ਲੀਹਾਂ ਤੇ ਲੈ ਕੇ ਜਾਂਦੇ, ਫਿਰ ਤਾਂ ਅਸੀਂ ਮੰਨਦੇ ਵੀ। ਦੇਸ਼ ਤਾਂ ਅਗਲੀਆਂ ਲੀਹਾਂ 'ਚ ਜਾ ਰਿਹਾ, ਪੰਜਾਬ ਪਿੱਛੇ ਜਾ ਰਿਹਾ। ਇਹ ਤੇ ਚੈੱਕ ਕਰ ਲਓ। गरेवाल साहब, कुछ तो मजबूरियां रही होंगी, यूं ही नहीं कोई बेवफा होता। ਬੰਦੇ ਤੁਸੀਂ ਵੀ ਨਹੀਂ ਭੇਜਦੇ ਚੈਨਲਾਂ ਤੇ, ਘੱਟ ਤੁਸੀਂ ਵੀ ਨਹੀਂ ਗੁਜ਼ਾਰਦੇ। ਜੇ ਅੱਜ ਇਹਨਾਂ ਨੂੰ ਇਕੱਠੇ ਹੋ ਕੇ ਗੱਲ ਕਹਿਣੀ ਪਈ ਹੈ ਨਾ, ਗੱਲ ਤਾਂ ਹੈ ਨਾ। ਦੇਖੋ, ਮੇਰਾ ਵਿਅਕਤੀਗਤ ਤੌਰ ਤੇ ਇਹ ਮੰਨਣਾ ਕਿ ਹਰ ਚੈਨਲ ਤੇ ਜਾਣਾ ਚਾਹੀਦਾ ਤੇ ਜਵਾਬ ਦੇਣਾ ਚਾਹੀਦਾ। ਮੇਰਾ ਵਿਅਕਤੀਗਤ ਤੌਰ ਤੇ ਮੰਨਣਾ ਕਿ ਕਿਸੇ ਚੈਨਲ ਤੇ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਨਹੀਂ ਜਾਂਦੇ। ਮੈਂ ਪਾਰਟੀ ਨੂੰ ਵੀ ਸਪਸ਼ਟ ਕਰ ਰਿਹਾ। ਬਹੁਤ ਮੇਰੀ ਗੱਲ ਰਹੀ, ਚਲੋ ਬੋਲਦਾ ਨਹੀਂ ਬੋਲਦਾ, ਮੇਰੀ ਸਪਸ਼ਟ ਗੱਲ ਹੈ, ਮੈਂ ਦਿਨ 'ਚ 3 ਕੇ 4 ਚੈਨਲਾਂ ਤੇ ਵੱਖ-ਵੱਖ ਤੇ ਜਾਂਦਾ। ਐਂਡ ਮੈਨੂੰ ਅੱਜ ਤੱਕ ਕਦੇ ਕਿਸੇ ਨੇ ਕਿਹਾ ਨਹੀਂ ਪਾਰਟੀ ਵੱਲੋਂ ਕਿ ਆਹ ਬੋਲੋ। ਮੈਨੂੰ ਅੱਜ ਹੈਰਾਨੀ ਇਹ ਹੋ ਰਹੀ ਹੈ ਧਾਲੀਵਾਲ ਸਾਹਿਬ ਕਿ ਮੇਰੇ ਸਾਰੇ ਵੀਰਾਂ ਨੂੰ ਬੜੀ ਚਿੰਤਾ ਹੈ ਪ੍ਰੈਸ ਫਰੀडम ਦੀ, ਪਰ ਇਹਨਾਂ ਦੇ ਮੂੰਹ 'ਚੋਂ ਇੱਕ ਗੱਲ ਨਹੀਂ ਨਿਕਲੀ ਜੋ ਦੇਸ਼ 'ਚ ਪ੍ਰੈਸ ਦਾ ਜੋ ਬੁਰਾ ਹਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਮੂੰਹ 'ਚ, ਜੇ ਗਲਤ ਹੈ, ਚਲੋ ਜੇ ਅਸੀਂ ਗਲਤ ਆ ਸਾਨੂੰ ਕ੍ਰਿਟਿਸਾਈਜ਼ ਕਰੋ ਜੀ, ਸਦਕੇ ਕਰੋ, ਬਟ ਜੇ ਤੁਹਾਡੇ ਮੂੰਹ 'ਚੋਂ ਇੱਕ ਵਾਰੀ ਮਾੜੇ ਮੂੰਹ ਇਹ ਨਹੀਂ ਨਿਕਲਿਆ ਕਿ ਗੋਦੀ ਮੀਡੀਆ ਬਣਾਇਆ ਗਿਆ, ਦੇਸ਼ 'ਚ ਕੀ ਹਾਲ ਕੀਤਾ ਗਿਆ, ਤੁਹਾਡੀ ਅਸਲੀਅਤ ਸਾਹਮਣੇ ਆਉਣੀ। ਐਕਚੁਅਲੀ ਧਾਲੀਵਾਲ ਸਾਹਿਬ ਗੱਲ ਇਹ ਹੈ, ਲਾਈਨਾਂ ਇੰਨੀਆਂ ਬਲਰ ਹੋ ਚੁੱਕੀਆਂ ਨੇ, ਇਹੀ ਨਹੀਂ ਪਤਾ ਕੌਣ ਅੱਜ ਕਿਹਦੇ 'ਚ ਵੱਡੇ ਵੀਰ ਜੀ, ਕਿਹਦੇ 'ਚ ਛੋਟੇ। ਅੱਜ ਮੈਂ ਉਹ ਸਟੇਜ ਤੇ ਦੇਖ ਕੇ ਹੈਰਾਨੀ ਮੈਨੂੰ ਕੀ ਗੱਲ ਹੋਈ। ਤੁਸੀਂ ਬਾਕੀ ਸਾਰੀ ਪੋਲੀਟੀਕਲ ਪਾਰਟੀ ਇੱਕ ਪਾਸੇ, ਤੁਸੀਂ SGPC ਦੇ ਪ੍ਰਧਾਨ ਸਾਹਿਬ ਨੂੰ ਵੀ ਬੁਲਾ ਲਿਆ, ਤੁਸੀਂ ਜਾਖੜ ਸਾਹਿਬ ਨੂੰ ਵੀ ਬਿਠਾ ਲਿਆ, ਬਾਦਲ ਸਾਹਿਬ ਤੇ BJP ਦੇ ਪ੍ਰਧਾਨ ਇਕੱਠੇ ਹੋ ਕੇ ਬਹਿ ਗਏ, ਮਜੀਠੀਆ ਸਾਹਿਬ ਇੱਧਰ ਸੱਜੇ ਜੀ ਜਾ ਕੇ ਜਾਖੜ ਸਾਹਿਬ ਨੂੰ ਮਿਲ ਲਏ ਕਿ ਜੀ ਹੁਣ ਤੁਸੀਂ BJP 'ਚ ਆ ਗਏ ਹੋ, ਤੁਸੀਂ ਕਰ ਲਓ। ਸਿੱਧੂ ਸਾਹਿਬ ਵਿਚਾਲੇ ਬਹਿ ਕੇ ਜਾ ਕੇ 75-25 ਵਿਚਾਲੇ ਐਨ ਵਿਚਾਲੇ ਬੱਟਾ ਧਰ ਲਿਆ ਸਿੱਧੂ ਸਾਹਿਬ ਨੇ, ਵੜਿੰਗ ਜੀ ਬਾਕੀ ਸਾਰੇ ਬੈਠੇ ਸੀ। ਫੈਕਟ ਇਹ ਹੈ ਕਿ ਆ ਮੇਰੇ ਵੀਰਾਂ ਦੇ ਵੀ ਮੂੰਹ 'ਚੋਂ ਇੱਕ ਵਾਰੀ ਮਾੜੇ ਮੂੰਹ ਇਹ ਨਹੀਂ ਨਿਕਲਿਆ ਕਿ BJP ਕੀ ਕਰ ਰਹੀ ਹੈ। ਚਲੋ ਅਸੀਂ ਜੇ ਸਹੀ ਬਾਤ ਕਰ ਰਹੇ, ਲੋਕ ਇਹ ਕਹਿ ਰਹੇ। गरेवाल साहब मैं रोकांगा, गरेवाल साहब मैं रोकांगा ਗੱਲ ਤੁਹਾਡੇ ਤੇ ਇਲਜ਼ਾਮ ਲੱਗਿਆ ਸੀਗਾ, ਇਹ ਲਾਈਵ ਭੁੱਲਰ ਸਾਹਿਬ ਨੇ ਸੀਗਾ ਵੀ ਨਾਟਕ ਬਹੁਤ ਵਧੀਆ ਕਰ ਲੈਂਦੇ ਹੋ, ਗੱਲ ਨੂੰ ਘੁਮਾ ਚੰਗੀ ਤਰ੍ਹਾਂ ਲੈਂਦੇ ਹੋ। ਇੱਕ ਸਵਾਲ ਇਹ ਉੱਠਿਆ ਸੀਗਾ, ਬੇਈਮਾਨੀ ਹੋਊਗੀ ਮੇਰੇ ਵੱਲੋਂ ਜੇ ਮੈਂ ਸਵਾਲ ਨਾ ਪੁੱਛਾਂ, ਵੀ ਨਿੱਜਰ ਸਾਹਿਬ ਨੂੰ ਹਮਦਰਦ ਸਾਹਿਬ ਦੇ ਪੱਖ 'ਚ ਭੁਗਤਣ ਤੋਂ ਬਾਅਦ ਹੀ ਵਜ਼ੀਰੀ ਤੋਂ ਲਾਇਆ ਗਿਆ। ਬੜਾ ਕਲੀਅਰਲੀ ਕਹਿ ਰਿਹਾ ਨੋ, ਬੜਾ ਕਲੀਅਰਲੀ ਕਹਿ ਰਿਹਾ ਨੋ। ਨਿੱਜਰ ਸਾਹਿਬ ਦੇ ਜਿਹੜੇ ਆਪਣੇ ਕਾਰਨ ਸੀ ਉਹ ਆਪ ਕਲੀਅਰ ਕਰਨਗੇ, ਪਹਿਲੀ ਗੱਲ। ਦੂਜੀ ਗੱਲ, ਅਸੀਂ ਸਰ ਡਰਾਮਾ ਕਰਦੇ ਹਾਂ, ਅਸੀਂ ਫਲਾਣਾ ਕਰਦੇ ਹਾਂ, ਅਸੀਂ ਧਮਕਾਣਾ ਕਰਦੇ ਹਾਂ। ਜੋ ਮਾਪਦੰਡ ਗੋਸ਼ਾ ਭਾਈ ਨੇ ਦੱਸੇ ਕਿ ਅਸੀਂ ਕਰਦੇ ਹਾਂ ਤੇ ਲੋਕ ਜਵਾਬ ਦਿੰਦੇ ਆ। ਲੋਕਾਂ ਨੇ ਹੁਣੇ ਹਲਕੇ 'ਚ ਪਿੱਛੇ ਜਵਾਬ ਦਿੱਤਾ ਜੀ ਜਲੰਧਰ 'ਚ। ਜੇ ਕੰਮ ਕਰਦੇ ਆ ਲੋਕ ਜਵਾਬ ਦਿੰਦੇ, ਲੋਕਾਂ ਨੇ ਜਵਾਬ ਦੇ ਦਿੱਤਾ। ਸਾਡਾ ਕਹਿਣ ਦਾ ਭਾਵ ਇਹ ਹੈ ਸਰ, ਵਿਅਕਤੀਗਤ ਤੌਰ ਤੇ ਮੈਂ ਇਸ ਗੱਲ ਦਾ ਹਾਮੀ ਆ ਕਿ ਹਰ ਇੱਕ ਥਾਂ ਤੇ ਜਾਣਾ ਚਾਹੀਦਾ ਹੈ। ਵਿਅਕਤੀਗਤ ਤੌਰ ਤੇ ਮੈਂ ਦਿਹਾੜੀ
ਇਸ ਤੋਂ ਵੱਧ ਚੈਨਲਾਂ ਤੇ ਜਾਣਾ ਹੈ। ਪਰ ਮੈਂ ਇੱਕ ਗੱਲ ਕਹਿਣਾ, ਭੇਦ ਹੋ ਸਕਦੇ, ਸਭ ਕੁਝ ਹੋ ਸਕਦਾ, ਪਰ ਤੁਸੀਂ ਜੰਮ ਬੱਟੇ ਮਾਰੋ, ਤੁਸੀਂ ਆਪੋਜੀਸ਼ਨ ਹੋ, ਤੁਸੀਂ ਇਕੱਠੇ ਹੋਏ ਹੋ, ਪਰ ਘੱਟੋ ਘੱਟ ਸੱਚ ਤਾਂ ਬੋਲ ਦੋ, ਘੱਟੋ ਘੱਟ ਇਹ ਤਾਂ ਬੋਲ ਦੋ ਕਿ ਅਸੀਂ ਸਾਰੇ ਰਲ ਕੇ ਗਲਾ ਘੋਟ ਰਹੇ ਸੀਗੇ। ਅੱਜ ਜਦੋਂ ਅਸੀਂ ਐਕਸਪੋਜ਼ ਹੋਣ ਲੱਗ ਗਏ, ਅੱਜ ਜਦੋਂ ਇਹ ਪਤਾ ਲੱਗਣ ਲੱਗ ਗਿਆ ਕਿ ਇੱਧਰ ਵੀ ਗਲਤੀ ਹੈ, ਇੱਧਰ ਵੀ ਗਲਤੀ ਹੈ, ਅਸੀਂ ਇਕੱਠੇ ਹੋ ਕੇ ਵੀ ਦੇਖ ਲਿਆ, ਤਾਂ ਅਸੀਂ ਇੱਕ ਸ਼ਰੇਡ ਕੀਤੀ ਹੈ ਜਿਹਨੂੰ ਅਸੀਂ ਆਪੋਜੀਸ਼ਨ ਯੂਨਿਟੀ ਕਹਿ ਰਹੇ ਹਾਂ। ਐਂਡ ਅਸੀਂ ਇਹ ਹਿੰਮਤ ਨਹੀਂ ਰੱਖਦੇ, ਇਹ ਅੱਜ ਇਹ ਐਨਡੀਟੀਵੀ ਚੱਲ ਰਿਹਾ ਨਾ ਰਵੀਸ਼ ਕੁਮਾਰ ਦਾ। ਸਵਾਲ ਲੈ ਲਓ ਜਰਾ, ਇਹਨੂੰ ਗੱਲ ਕਰ ਲੈਣ ਦਿਓ ਕੰਪਲੀਟ। ਇੱਕ ਸਵਾਲ ਇਹਨਾਂ ਵਾਸਤੇ ਲੈ ਲਓ ਗਰੇਵਾਲ ਸਾਹਿਬ। ਭੁੱਲਰ ਸਾਹਿਬ ਦੇਖੋ, ਮੈਂ ਉਹ ਸ਼ਬਦਾਵਲੀ 'ਚ ਜਵਾਬ ਨਹੀਂ ਦੇ ਸਕਦਾ ਸਰ, ਮੈਂ ਬੜੀ ਸਿੰਪਲ ਸ਼ਬਦਾਵਲੀ ਵਰਤਦਾ। ਸਵਾਲ ਇਹ ਹੈ ਕਿ ਸਾਡੇ ਵੀਰਾਂ ਨੂੰ ਜਿਨ੍ਹਾਂ ਨੂੰ ਇੰਨੀ ਪ੍ਰੈਸ ਦੀ ਚਿੰਤਾ ਹੈ, ਉਹ ਘੱਟੋ ਘੱਟ ਉਹ ਕੱਪਣ ਵੇਲੇ ਤਾਂ ਬੋਲ ਲੈਂਦੇ। ਉਹ ਜਦੋਂ ਹਾਥਰਸ ਵੇਲੇ ਰਿਪੋਰਟਰ ਜਾ ਰਿਹਾ ਸੀਗਾ, ਉਹਨੂੰ ਫੜ ਕੇ ਅੰਦਰ ਦਿੱਤਾ, ਉਦੋਂ ਤਾਂ ਬੋਲ ਲੈਂਦੇ। ਚਲੋ ਗਰੇਵਾਲ ਸਾਹਿਬ ਇੱਕ ਸਵਾਲ ਲੈ ਲਿਓ ਮੇਰੇ ਕੋਲੋਂ ਤੁਸੀਂ। ਸਰ ਇੱਕ ਮਿੰਟ ਮੈਂ ਖਤਮ ਕਰ ਲਾਂ ਸਰ, ਤੁਸੀਂ ਸਾਰੇ ਜਾਣੀ ਜਾਣੋ। ਗੱਲ ਇਹ ਹੈ ਕਿ ਜਿਹੜੇ ਮੇਰੇ ਵੀਰ ਅੱਜ ਬੋਲ ਰਹੇ, ਜਿਹੜੇ ਅਕਾਲੀ ਦਲ, ਕਾਂਗਰਸ, ਭਾਜਪਾ, ਵੈਸੇ ਤਾਂ ਹੈ ਹੀ ਕਾਚਾ ਮਾਚਾ, ਇਕੱਠੇ ਹੋ ਕੇ ਬੋਲ ਰਹੇ ਆ। ਅਸੀਂ ਗੱਲ ਤਾਂ ਜੀ ਜੰਮ ਸਾਨੂੰ ਕ੍ਰਿਟਿਸਾਈਜ਼ ਕਰੋ, ਪਰ ਤੁਸੀਂ ਘੱਟੋ ਘੱਟ ਆਪਣਾ ਟਰੈਕ ਰਿਕਾਰਡ ਦੇਖੋ। ਚਲੋ ਗਰੇਵਾਲ ਸਾਹਿਬ ਇੱਕ ਛੋਟਾ ਜਿਹਾ ਸਵਾਲ ਲੈ ਲਿਓ ਮੇਰਾ, ਤੁਸੀਂ ਉਹਦਾ ਵੀ ਜਵਾਬ ਦੇ ਦਿਓ ਤੁਸੀਂ ਪਲੀਜ਼। ਗਰੇਵਾਲ ਸਾਹਿਬ ਗੱਲ ਇਸ ਤਰ੍ਹਾਂ ਹੈਗੀ ਹੈ, ਜਿਹੜੇ ਪਰਿਵਾਰਵਾਦ, ਜਿਹੜੇ ਕਰਪਟ ਕ੍ਰਿਮੀਨਲ, ਜਿਹੜੇ ਇੰਨਾ ਕੁਛ ਜਿਹਨਾਂ ਬਾਰੇ ਤੁਸੀਂ ਕਹਿੰਦੇ ਸੀ, ਕੀ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਉਹਨਾਂ ਨਾਲ ਸਟੇਜ ਸਾਂਝੀ ਕਰਨਗੇ ਕਿ ਨਹੀਂ ਕਰਨਗੇ ਆਉਣ ਵਾਲੇ ਸਮੇਂ 'ਚ? ਕੀ ਉਹ ਕਾਚਾ ਮਾਚਾ ਤੁਸੀਂ ਵੀ ਕਰਨ ਜਾ ਰਹੇ ਹੋ ਕਿ ਨਹੀਂ ਜਾ ਰਹੇ ਹੋ? ਦੇ ਦਾਂ ਜਵਾਬ। ਚਲੋ ਪਹਿਲੀ ਗੱਲ, ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਸਾਰੀ ਆਪੋਜੀਸ਼ਨ ਕੋ ਤਾਂ ਜਾ ਰਹੇ ਹੈ ਕਿਉਂਕਿ ਬੀਜੇਪੀ, ਜਿਹੜੇ ਕਿ ਤੁਹਾਡੇ ਆਉਣ ਵਾਲੇ ਭਾਈਵਾਲ ਨੇ ਬੜੀ, ਕਿਉਂਕਿ ਤੁਹਾਡੇ ਕਲਰ ਤੇ ਗੱਲ ਆ ਗਈ ਹੈ। ਭੁੱਲਰ ਸਾਹਿਬ ਜਵਾਬ ਲੈ ਲਓ ਪਲੀਜ਼ ਜਵਾਬ ਲੈ ਲਓ। ਜਿਹੜੇ ਤੁਹਾਡੇ ਆਉਣ ਵਾਲੇ ਭਾਈਵਾਲ ਨੇ, ਕਿਉਂਕਿ ਹਿੰਦੂ ਸਿੱਖ ਏਕਤਾ ਸੀ ਖਰਾਬ ਨਹੀਂ ਹੁੰਦੀ, ਤੁਸੀਂ ਇਕੱਠੇ ਨਹੀਂ ਹੋ ਪਾ ਰਹੇ। ਅੱਜ ਵੀ ਕਾਂਗਰਸ ਨੇ ਕੋਸ਼ਿਸ਼ ਕੀਤੀ ਹੈ, ਬਹੁਤ ਅੱਛਾ। ਅਸੀਂ ਦੇਸ਼ ਦੇ ਕੋਨੇ-ਕੋਨੇ ਜਾ ਰਹੇ ਹਾਂ ਇਹ ਸੁਨੇਹਾ ਲੈ ਕੇ ਕਿ ਸੰਵਿਧਾਨ ਦੇ ਕਨਸਟੀਟਿਊਸ਼ਨ ਬੈਂਚ ਸੁਪਰੀਮ ਕੋਰਟ ਦਾ ਇੱਕ ਆਰਡਰ ਕਰਦਾ ਹੈ। ਬੀਜੇਪੀ ਸੁਪਰੀਮ ਕੋਰਟ 'ਚ ਗਰਮੀਆਂ ਦੀ ਛੁੱਟੀਆਂ ਹੋਣ ਤੋਂ 1 ਘੰਟਾ ਪਹਿਲਾਂ ਆਰਡੀਨੈਂਸ ਲਿਆ ਕੇ ਸੰਵਿਧਾਨ ਦੇ ਸੁਪਰੀਮ ਕੋਰਟ ਦੇ ਆਰਡਰ ਦੀਆਂ ਧੱਜੀਆਂ। ਗਰੇਵਾਲ ਸਾਹਿਬ ਅਦਾਲਤ ਤੇ ਖੁੱਲੀ ਹੈ, ਅਦਾਲਤ ਤੇ ਬੰਦ ਨਹੀਂ ਹੈਗੀ। ਛੁੱਟੀਆਂ ਦਾ ਆਵੇ, ਮੈਂ ਉਹੀ ਕਹਿੰਦਾ ਝੂਠ ਬਹੁਤ ਸੋਹਣਾ ਬੋਲ ਲੈਂਦੇ ਹੋ ਤੁਸੀਂ। ਅਦਾਲਤ ਖੁੱਲੀ ਹੈ, ਤੁਸੀਂ ਜਾ ਕੇ ਕੇਸ ਠੋਕ ਦਿਓ, ਉੱਥੇ ਕੀ ਹੈ? ਤੁਹਾਨੂੰ ਉਹਨਾਂ ਲੋਕਾਂ ਦੀ ਮਿੰਨਤਾਂ ਕਰਨ ਦੀ ਕੀ ਲੋੜ ਪਈ ਹੈ ਜਿਹੜੇ ਕਰਪਟ ਨੇ, ਜਿਹੜੇ ਪਰਿਵਾਰਵਾਦ ਵਾਲੇ ਨੇ, ਜਿਨ੍ਹਾਂ ਦੇ ਖਿਲਾਫ ਤੁਸੀਂ ਬੋਲਦੇ ਰਹੇ ਹੋ? ਤੁਹਾਡੇ ਸੁਪਰੀਮੋ ਜਿਹੜਾ ਉਹਨੂੰ ਮਨ ਦੀਆਂ ਗਾਲਾਂ ਕੱਢਦੇ ਰਹੇ ਨੇ, ਦਿਨ ਰਾਤ ਪਾਣੀ ਪੀ ਕੇ ਕੋਸਦੇ ਰਹੇ ਨੇ, ਕੀ ਅੱਜ ਉਹਨਾਂ ਨਾਲ ਸਟੇਜ ਸਾਂਝੀ ਕਰੋਗੇ? ਚਲੋ ਖੜਿਆਲ ਸਾਹਿਬ ਜੀ ਤੁਸੀਂ ਵੀ ਲੈ ਲਓ, ਤੁਸੀਂ ਧੰਨਵਾਦ, ਥੈਂਕ ਯੂ। ਮੇਰਾ ਇੰਨਾ ਹੀ ਕਹਿਣਾ ਹੈ, ਅੱਜ ਨਾ ਧਾਲੀਵਾਲ ਸਾਹਿਬ ਲੋਕਤੰਤਰ ਦੀ ਇੱਕ ਬਹੁਤ ਸੋਹਣੀ ਜਿਹੜੀ ਤਸਵੀਰ ਹੈ ਉਹ ਤੁਹਾਨੂੰ ਪਲੇਟਫਾਰਮ ਤੇ ਦਿਖਾਈ ਦਿੱਤੀ। ਸਾਰੀ ਪਾਰਟੀ, ਸਾਰੇ ਇੰਸਟੀਟਿਊਸ਼ਨਸ ਆ ਕੇ ਇਕਜੁੱਟ ਇਕੱਠੇ ਹੋਏ ਅਗੇਂਸਟ ਰੋਂਗ, ਗਲਤ ਦੇ ਖਿਲਾਫ ਸਾਰੇ ਇਕੱਠੇ ਹੋਏ। ਤੇ ਇੱਥੇ ਜੇ ਗਰੇਵਾਲ ਸਾਹਿਬ ਹੈ ਨਾ ਵੀ ਉਹ 75-25 ਦੀ ਗੱਲ ਸੀ ਜੀ, ਮਜੀਠੀਆ ਸਾਹਿਬ ਐ ਸੀ ਜੀ, ਜਾਖੜ ਸਾਹਿਬ ਐ ਸੀ ਜੀ, ਸਿੱਧੂ ਸਾਹਿਬ ਐ ਸੀ ਜੀ, ਬੜਿੰਗ ਸਾਹਿਬ ਐ ਸੀ। ਉਹ ਗਰੇਵਾਲ ਸਾਹਿਬ, ਇਹ ਜਿਹੜੇ ਇਸ਼ੂਜ਼ ਹੈਗੇ ਆ, ਇਸ਼ੂਜ਼ ਜਿਹੜੇ ਹੈਗੇ ਰਹਿਣਗੇ, ਡਿਫਰੈਂਸ ਇਨ ਓਪੀਨੀਅਨ ਰਹਿਣਗੇ, ਮਤਭੇਦ ਰਹੂਗਾ, ਲੇਕਿਨ ਗਲਤ ਦੇ ਖਿਲਾਫ ਪੂਰਾ ਪੰਜਾਬ ਖੜਾ ਹੋਊਗਾ। ਤੇ ਅੱਜ ਗਲਤ ਕੌਣ ਹੈ? ਆਮ ਆਦਮੀ ਪਾਰਟੀ ਦੀ ਸਰਕਾਰ ਤੇ ਥੋੜੀਆਂ ਪ੍ਰੈਕਟਿਸਿਸ। ਖੜਿਆਲ ਸਾਹਿਬ ਮੈਂ ਪਤਾ ਗੱਲ ਕੀ ਹੈ, ਜਿਹੜਾ ਮੇਰਾ ਕੁਐਸਚਨੇਅਰ ਸ਼ੁਰੂ ਹੋਇਆ ਸੀਗਾ ਉਹ ਤੁਹਾਡੇ ਤੱਕ ਆਉਂਦਾ ਰਹਿ ਗਿਆ ਸੀਗਾ, ਬਾਕੀ ਸਾਰਿਆਂ ਤੱਕ ਪਹੁੰਚ ਗਿਆ ਸੀਗਾ, ਭੁੱਲਰ ਸਾਹਿਬ ਨੂੰ ਵੀ, ਗੋਸ਼ਾ ਸਾਹਿਬ ਨੂੰ ਵੀ। ਮੈਨੂੰ ਇੱਕ ਗੱਲ ਦਾ ਜਵਾਬ ਦਿਓ ਖੜਿਆਲ ਸਾਹਿਬ, ਅੱਜ ਜਿਹੜਾ ਤੁਸੀਂ ਇਕੱਠੇ ਹੋਏ ਹੋ, ਇਹ ਕਿਹਦੇ ਵਾਸਤੇ ਇਕੱਠੇ ਹੋਏ ਹੋ? ਪੰਜਾਬ ਤੇ ਪੰਜਾਬ ਦੇ ਲੋਕਾਂ ਵਾਸਤੇ। ਪ੍ਰੈਸ ਲਈ ਤਾਂ ਨਹੀਂ ਨਾ ਇਕੱਠੇ ਹੋਏ? ਪੰਜਾਬ ਦੇ ਲੋਕਾਂ 'ਚ ਪ੍ਰੈਸ ਨਹੀਂ ਹੋਣੀ ਸਰ? ਨਹੀਂ ਮੈਂ ਤੁਹਾਨੂੰ ਕਾਜ਼ ਪ੍ਰੋਪਰਲੀ ਪੁੱਛਿਆ ਨਾ। ਪੰਜਾਬ ਦੇ ਤੇ ਪੰਜਾਬ ਦੇ ਲੋਕਾਂ ਦੇ ਮੁੱਦੇ ਬਹੁਤ ਹੈ। ਮੇਰਾ ਪਹਿਲਾ ਸੈਗਮੈਂਟ ਧਾਲੀਵਾਲ ਸਾਹਿਬ, ਮੈਂ ਕੀ ਕਿਹਾ? ਮੈਂ ਕਾਂਗਰਸ ਦੇ ਸੱਦੇ ਤੇ ਨਾ ਆਓ, ਤੁਸੀਂ ਇਹ ਕਾਜ਼ ਦੇ ਸਿਆਓ ਵੀ ਫਰੀडम ਆਫ ਪ੍ਰੈਸ ਨੂੰ ਢਾਹ ਲੱਗ ਰਹੀ ਹੈ, ਅਟੈਕ ਹੋ ਰਿਹਾ ਹੈ। ਠੀਕ ਹੈ, ਹੁਣ ਤੁਸੀਂ ਫਰੀडम ਆਫ ਪ੍ਰੈਸ ਦੇ ਮੁੱਦੇ ਦੇ ਉੱਤੇ ਸਾਰੇ ਜਣੇ ਇਕੱਠੇ ਹੋਏ। ਇਕੱਠੇ ਕਿੱਥੇ ਹੋਏ ਸਰ? ਇਕੱਠੇ ਹੋਏ ਅਸੀਂ ਅਜੀਤ ਦੇ ਪਲੇਟਫਾਰਮ ਤੇ, ਆਡੀਟੋਰੀਅਮ ਦੇ ਵਿੱਚ। ਪ੍ਰੈਸ ਦੀ ਗੱਲ ਹੋ ਰਹੀ ਸੀ, ਪ੍ਰੈਸ ਕਲੱਬ ਤੋਂ ਨਹੀਂ ਹੋਣੀ ਚਾਹੀਦੀ ਸੀ? ਮੈਂ ਕਹਿੰਦਾ ਜੀ ਅਗਲੀ ਵਾਰੀ ਸਾਨੂੰ ਲਿਸਟ ਭੇਜ ਦਿਓ ਵੀ ਅਸੀਂ ਕਿੱਥੋਂ ਕਰੀਏ, ਅਸੀਂ ਉੱਥੇ ਕਰ ਲਾਂਗੇ। ਸੌਰੀ ਸਰ, ਨਹੀਂ ਖੜਿਆਲ ਸਾਹਿਬ ਐਦਾਂ ਗੱਲ ਘੁਮਾਓ ਨਾ। ਦੇਖੋ ਗੱਲ ਇਹ ਆ, ਪ੍ਰੈਸ ਦੀ ਗੱਲ ਪ੍ਰੈਸ ਕਲੱਬ ਤੋਂ ਹੋਣੀ ਚਾਹੀਦੀ ਸੀ ਨਾ। ਗੱਲ ਇਸ ਤਰ੍ਹਾਂ ਹੈ, ਇੱਥੇ ਸਭ ਤੋਂ ਵੱਡਾ ਇਸ਼ੂ ਕੀ ਹਾਈਲਾਈਟ ਕਰ ਰਹੇ ਆ? ਅਜੀਤ ਦਾ ਹਾਈਲਾਈਟ ਕਰ ਰਹੇ ਆ ਨਾ, ਹਮਦਰਦ ਸਾਹਿਬ ਦਾ ਹਾਈਲਾਈਟ ਕਰ ਰਹੇ ਆ ਨਾ।
ਹਮਦਰਦ ਸਾਹਿਬ ਨੇ ਔਨ ਰਿਕਾਰਡ ਆ ਕੇ ਸਾਰੀਆਂ ਗੱਲਾਂ ਦੱਸੀਆਂ। ਮੈਂ ਕਹਿੰਦਾ ਜਿੱਥੇ ਕਹੋਗੇ ਉੱਥੇ ਆਵਾਂਗੇ। ਤੁਸੀਂ ਐ ਕਹਿੰਦਾ, ਮੈਂ ਕਹਿੰਦਾ ਧਾਲੀਵਾਲ ਸਾਹਿਬ ਤੁਸੀਂ ਕਰੋ ਐਕਸਪੋਜ਼ੇ ਜ਼ਰਾ, ਦੱਸੋ ਆਮ ਆਦਮੀ ਪਾਰਟੀ ਤੁਹਾਨੂੰ ਕੀ ਕਹਿੰਦੀ, ਕੀ ਨਾ ਕਰਨ ਨੂੰ ਕਹਿੰਦੀ ਹੈ, ਤੇ ਤੁਹਾਡੇ ਇੱਥੇ ਰੋਜ਼ਾਨਾ ਸਪੋਕਸਮੈਨ ਚ ਆ ਕੇ ਤੇ ਸਾਰੀਆਂ ਪਾਰਟੀਆਂ ਵੀ ਬੁਲਾਵਾਂਗੇ, ਸਾਰੇ ਇੰਸਟੀਟਿਊਸ਼ਨ ਬੁਲਾਵਾਂਗੇ, ਸਾਰੇ ਇਕਜੁੱਟ ਹੋ ਕੇ ਇਹਨਾਂ ਦੇ ਧੱਕੇ ਦੇ ਖਿਲਾਫ ਲੜਾਂਗੇ। ਹੋਰ ਦੱਸੋ। ਦੂਜੀ ਗੱਲ, ਅਸੀਂ ਇਹ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਥੋੜੀ ਬਹੁਤ ਵੀ ਨੈਤਿਕਤਾ ਹੈ। ਜਿਹੜਾ ਇਹ ਸਵਾਲ ਸਾਡੇ ਤੇ ਖੜਾ ਕਰ ਰਿਹਾ, ਦੂਜੀ ਪਾਰਟੀ ਤੇ ਸਵਾਲ ਖੜਾ ਕਰ ਰਹੇ ਸੀਗੇ ਵੀ ਸਿੱਧੂ ਸਾਹਿਬ, ਜਾਖੜ ਸਾਹਿਬ ਆਏ, ਮਜੀਠੀਆ ਸਾਹਿਬ ਚੱਲ ਰਹੇ ਸੀਗੇ। ਫਿਰ ਜੇ ਏਡੀ ਗੱਲ ਹੈ, ਇਸ਼ੂਜ਼ ਤੁਹਾਡੇ ਲਈ ਏਡੇ ਇੰਪੋਰਟੈਂਟ ਹੈ ਵੀ ਨਹੀਂ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ, ਇਸ਼ੂ ਨੂੰ ਇਸ਼ੂ ਰੱਖਣਾ ਚਾਹੀਦਾ, ਪ੍ਰਮੁੱਖ ਰੱਖਣਾ ਚਾਹੀਦਾ, ਫਿਰ ਕਾਂਗਰਸ ਨਾਲ ਕਿਉਂ ਤੁਸੀਂ ਇਹ ਚੀਜ਼ ਨਹੀਂ ਕਰ ਰਹੇ? ਕਿਉਂ ਕਾਂਗਰਸ ਨੂੰ ਕਹਿ ਰਹੇ ਹੋ ਵੀ ਇਸ਼ੂਜ਼ ਪਰੇ ਕਰਕੇ ਤੇ ਸਾਨੂੰ ਸਪੋਰਟ ਕਰ ਦਿਓ, ਤੇ ਇੱਕ ਪਾਸੇ ਕਹਿ ਰਹੇ ਹੋ ਵੀ ਤੁਸੀਂ ਕਰਪਸ਼ਨ ਕਰਦੇ ਹੋ, ਤੇ ਦੂਜੇ ਪਾਸੇ ਕਹਿ ਰਹੇ ਹੋ ਅਸੀਂ ਜ਼ੀਰੋ ਟੋਲਰੈਂਸ ਦਿਖਾਉਣੇ ਆ, ਤੇ ਆਪਦੇ ਆਪ ਨੂੰ ਹੀ ਕੰਟਰਡਿਕਟ ਕਰ ਲੈਂਦੇ ਹੋ। ਇਹ ਤੋਂ ਵੱਡਾ ਡਬਲ ਸਟੈਂਡਰਡ ਕੋਈ ਹੋ ਨਹੀਂ ਸਕਦਾ। ਗਰੇਵਾਲ ਸਾਹਿਬ, ਪ੍ਰਿੰਸੀਪਲ ਤੁਸੀਂ ਆਰਡੀਨੈਂਸ ਦੇ ਖਿਲਾਫ ਆ ਜਾਓ ਜੀ। ਜੇ ਜ਼ੀਰੋ ਟੋਲਰੈਂਸ ਕਹਿੰਦੇ ਹੋ ਮਤਲਬ ਅਸੀਂ ਜਰਨੀ ਨਹੀਂ ਹੈ, ਫਿਰ ਤੁਸੀਂ ਉਹ ਬੰਦੇ ਦੇ ਨਾਲ, ਪਾਰਟੀ ਦੇ ਨਾਲ ਖੜ ਹੀ ਨਹੀਂ ਸਕਦੇ। ਗੱਲ ਧਾਲੀਵਾਲ ਸਾਹਿਬ ਇਹ ਹੈ ਕਿ ਕਾਂਗਰਸ ਕਰਪਟ ਨਹੀਂ ਹੈ, ਆਮ ਆਦਮੀ ਪਾਰਟੀ ਕਰਪਟ ਹੈ, ਇੱਥੋਂ ਪਤਾ ਲੱਗਦਾ ਹੈ। ਲਾਸਟ ਪੁਆਇੰਟ ਮੇਰਾ, ਬੀਜੇਪੀ ਨੇ ਜਿਹੜੀ ਗੋਸ਼ਾ ਸਾਹਿਬ ਨੇ ਗੱਲ ਕੀ ਚਲੇ ਗਏ ਹੈ, ਉਹ ਕਹਿ ਰਹੀ ਸੀ ਪਾਸਟ ਜੋ ਹੋਇਆ ਉਹਦੇ ਨਾਲ ਆਪ ਨੂੰ ਲਾਇਸੈਂਸ ਨਹੀਂ ਮਿਲਦਾ। ਪ੍ਰੈਜ਼ੈਂਟ ਦੇ ਵਿੱਚ ਵੀ ਜੋ ਬੀਜੇਪੀ ਕਰ ਰਹੀ ਹੈ ਤੇ ਆਪ ਕਰ ਰਹੀ ਹੈ, ਦੋਵਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਕਿਉਂਕਿ ਆਮ ਆਦਮੀ ਪਾਰਟੀ ਨੂੰ ਜੇ ਲੱਗੇ ਵੀ ਇਹ ਕੋਰਟ ਕਰ ਦੇਣਗੇ ਜੀ ਪ੍ਰੀਵੀਅਸ ਇਨਸੀਡੈਂਟ, ਕੋਈ ਵੀ ਆਹ ਪਾਰਟੀ ਐ ਕਰ ਗਈ ਸੀ ਜੀ, ਇਹਦੇ ਨਾਲ ਮੀਡੀਆ ਚੈਨਲ ਆਇਆ ਹੋਇਆ, ਤੇ ਅਸੀਂ ਉਹਨੂੰ ਐਜ਼ ਸ਼ੀਲਡ ਬਣਾ ਕੇ ਤੇ ਜੋ ਮਰਜ਼ੀ ਕਰੀ ਚੱਲਾਂਗੇ, ਇਹ ਗਰੇਵਾਲ ਸਾਹਿਬ ਨਹੀਂ ਹੋਊਗਾ। ਤੇ ਫੈਡਰਲ ਢਾਂਚੇ ਦੀ ਦੋਹਰੇ ਮਾਪਦੰਡ ਇੰਨੇ ਕਿ ਆਮ ਆਦਮੀ ਪਾਰਟੀ ਦੇ ਧਾਲੀਵਾਲ ਸਾਹਿਬ ਇਹ ਫੈਡਰਲ ਢਾਂਚੇ ਦੀ ਗੱਲ ਕੀਤੀ ਗਰੇਵਾਲ ਸਾਹਿਬ ਨੇ, ਇੱਕ ਬਿਆਨ ਸੀ ਇਹਨਾਂ ਦਾ। ਇਹ ਜਦੋਂ 370 ਇਨਆਪਰੇਸ਼ਨਲਾਈਜ਼ ਹੋਇਆ ਜੰਮੂ ਕਸ਼ਮੀਰ 'ਚ, ਆਮ ਆਦਮੀ ਪਾਰਟੀ ਨੇ ਬਿਆਨ ਨਹੀਂ ਦਿੱਤਾ, ਜੰਮੂ ਕਸ਼ਮੀਰ ਦੇ ਨਾਲ ਨਹੀਂ ਖੜੇ ਹੋਏ, ਸਟੈਂਡ ਨਹੀਂ ਲਿਆ। ਸੋ ਆਪ ਦੇ ਦੋਹਰੇ ਮਾਪਦੰਡ, ਆਮ ਆਦਮੀ ਪਾਰਟੀ ਦਾ ਅਬਿਊਜ਼ ਆਫ ਪਾਵਰ, ਧੱਕੇਸ਼ਾਹੀ ਦੀ ਰਾਜਨੀਤੀ, ਫਰੀडम ਆਫ ਪ੍ਰੈਸ ਨੂੰ ਖਤਮ ਕਰਨਾ, ਪੋਲੀਟੀਕਲ ਪਾਰਟੀਆਂ ਤੇ ਵੈਂਡੇਟਾ ਕਰਨਾ, ਇਹ ਹੁਣ ਬੇਸਿਕਲੀ ਰੋਜ਼ਾਨਾ ਦੀ ਪ੍ਰੈਕਟਿਸ ਹੋ ਗਈ ਹੈ। ਰੋਜ਼ਾਨਾ ਕਹਿ ਰਹੇ ਨੇ। ਲਾਸਟ ਜਵਾਬ ਦੇ ਦਿਓ ਜੀ, ਸਮਾਂ ਬਹੁਤ ਹੈ। ਲਾਸਟ ਜਵਾਬ ਇਹ ਹੈ ਕਿ 370 ਦਾ ਅਸੀਂ ਸਮਰਥਨ ਕੀਤਾ, ਕਿਉਂਕਿ ਅਸੀਂ ਇਹ ਨਹੀਂ ਜਰਦੇ ਕਿ ਇੱਕ ਸਟੇਟ ਦੇ ਵਿੱਚ ਦੋ ਝੰਡੇ ਹੋਣ, ਪਹਿਲੀ ਗੱਲ। ਦੂਜੀ ਗੱਲ, ਜੋ ਅੱਜ ਮਕਸਦ ਸੀ ਸਰ, ਅੱਜ ਕਾਂਗਰਸ ਅਖੀਰ 'ਚ ਇੱਕ ਲਾਈਨ ਜੇ ਬੀਜੇਪੀ ਬਾਰੇ ਬੋਲ ਗਈ, ਧੰਨਵਾਦੀ ਹਾਂ। ਅੱਜ ਜੋ ਮਕਸਦ ਸੀ, ਬਾਦਲ ਸਾਹਿਬ ਤੇ ਬੀਜੇਪੀ ਦੇ ਪ੍ਰਧਾਨ ਸਾਹਿਬ ਇਕੱਠੇ ਹੋ ਗਏ, ਮਜੀਠੀਆ ਸਾਹਿਬ ਤੇ ਆਪਣੇ ਜਾਖੜ ਸਾਹਿਬ ਇਕੱਠੇ ਹੋ ਗਏ। ਜੋ ਮਕਸਦ ਸੀਗਾ, ਅਫਸੋਸ ਦੀ ਗੱਲ ਇਹ ਹੈ ਸਾਡੇ 'ਚ ਕਮੀ ਹੈ ਜੀ, ਜਮ ਕੱਢੋ, ਏਜੰਡੇ ਨਾਲ ਕੱਢੋ, ਪਹਿਲੀ ਗੱਲ। ਦੂਜੀ ਗੱਲ, ਜੋ ਅੱਜ ਹੋ ਰਿਹਾ ਉਹਦੇ ਬਾਰੇ ਇੱਕ ਅੱਖਰ ਨਹੀਂ ਨਿਕਲਿਆ ਮੂੰਹ ਚੋਂ। ਅਸੀਂ ਕਹਿੰਦੇ ਆ ਜੀ ਵੀ ਆਰ ਨਾਟ ਪਰਫੈਕਟ, ਫਾਲਸ ਹੋ ਸਕਦੇ ਆ, ਪਰ ਅਸੀਂ ਪ੍ਰੈਸ ਫਰੀडम ਨੂੰ ਲੈ ਕੇ ਵਚਨਬੱਧ ਹਾਂ। ਅਸੀਂ ਦੇਸ਼ 'ਚ ਇਸ ਤਰੀਕੇ ਦੀ ਜਿਹੜੀ ਤਾਨਾਸ਼ਾਹੀ ਹੈ ਕਿ ਚੈਨਲ ਹੀ ਖਰੀਦ ਲਓ, ਬੰਦ ਹੀ ਕਰਾ ਦਿਓ, ਇਸ ਚੀਜ਼ ਦੇ ਖਿਲਾਫ ਆ। ਐਂਡ ਅਸੀਂ ਜਿੱਥੇ ਤੱਕ ਲੋੜ ਪਊਗੀ ਇਹ ਲੜਾਈ ਲੜਾਂਗੇ। ਤੇ ਉਸੇ ਦੀ ਚਰਮ ਸੀਮਾ ਅੱਜ ਉਹ ਸਟੇਜ ਤੋਂ ਨਜ਼ਰ ਆਉਂਦੀ ਹੈ। ਜਾਂਦੇ ਸਟੇਜ ਦੀ ਫੋਟੋ ਦਿਖਾ ਦਿਓ। ਇੱਕ ਲਾਈਨ ਓਨਲੀ ਧਾਲੀਵਾਲ ਸਾਹਿਬ, ਇਹਨਾਂ ਨੇ ਕਿਹਾ ਜਾਖੜ ਸਾਹਿਬ ਤੇ ਮਜੀਠੀਆ ਸਾਹਿਬ ਇਕੱਠੇ ਹੋਏ, ਜਾਖੜ ਸਾਹਿਬ ਤੇ ਮਜੀਠੀਆ ਸਾਹਿਬ ਇਕੱਠੇ ਹੋਏ, ਗਰੇਵਾਲ ਸਾਹਿਬ ਬਹੁਤ ਤਕਲੀਫ ਹੋਈ, ਓਕੇ ਪਰਫੈਕਟ। ਫਿਰ ਕਿਉਂ ਕੇਜਰੀਵਾਲ ਸਾਹਿਬ ਰਾਹੁਲ ਗਾਂਧੀ ਜੀ ਤੋਂ, ਖਾੜਗੇ ਸਾਹਿਬ ਤੋਂ ਟਾਈਮ ਮੰਗ ਰਹੇ ਹੋ? ਕਿਉਂ ਸੁਪਰੀਮੋ ਤੁਹਾਡੇ ਕੇਜਰੀਵਾਲ ਸਾਹਿਬ ਰਾਹੁਲ ਗਾਂਧੀ ਜੀ ਤੋਂ, ਖਾੜਗੇ ਸਾਹਿਬ ਤੋਂ ਟਾਈਮ ਮੰਗ ਰਹੇ ਜੀ? ਇੱਥੋਂ ਵੱਡੇ ਡਬਲ ਸਟੈਂਡਰਡ ਕੀ ਹੋ ਸਕਦੇ ਆ ਧਾਲੀਵਾਲ ਸਾਹਿਬ? ਐਕਸਪੋਜ਼ ਹੋ ਗਈ ਆਮ ਆਦਮੀ ਪਾਰਟੀ ਅੱਜ। ਉਹ ਇਸ ਲਈ ਟਾਈਮ ਮੰਗ ਰਹੇ ਆ ਕਿ ਬੀਜੇਪੀ ਇੱਕ ਫੈਡਰਲਿਜ਼ਮ ਦਾ ਘਾਣ ਕਰ ਰਹੀ ਹੈ। ਬੀਜੇਪੀ ਤੁਸੀਂ ਵੀ ਤਾਂ ਕਰ ਰਹੇ ਹੋ, ਤੁਸੀਂ ਵੀ ਪੰਜਾਬ 'ਚ ਘਾਣ ਕਰ ਰਹੇ ਹੋ ਮੀਡੀਆ ਦਾ। ਚਲੋ ਉਹਨਾਂ ਗੱਲ ਰੱਖ ਲੈਣ ਦਿਓ। ਮੇਰੇ ਟਾਈਮ 'ਚ ਬੋਲੇ ਸੀ ਗਰੇਵਾਲ ਸਾਹਿਬ, ਮੇਰੇ ਟਾਈਮ 'ਚ ਬੋਲੇ ਸੀ ਤਾਂ ਬੋਲਿਆ ਹੈ। ਬੋਲੇ ਹੋ, ਬਿਲਕੁਲ ਬੋਲੇ। ਤੁਹਾਨੂੰ 1.5 ਮਿੰਟ ਦਿੱਤਾ ਬਾਈ, ਤਾਂ ਤੁਸੀਂ 10 ਮੈਂ ਕਹਿੰਦਾ 1.5 ਮਿੰਟ ਦਾ ਧੰਨਵਾਦ ਮੀਡੀਆ ਨੂੰ ਵੀ ਦੇ ਦਿਆ ਕਰੋ। ਹੁਣ ਸੁਣੋ ਸਿੰਪਲ ਜੀ ਗੱਲ ਹੈ, ਤੁਸੀਂ ਨਹੀਂ ਸਾਥ ਦੇਣਾ, ਬਿਲਕੁਲ ਨਾ ਦਿਓ। ਤੁਸੀਂ ਕਹਿੰਦੇ ਸੀ ਸਾਡੀ ਕੋਈ ਔਕਾਤ ਨਹੀਂ, ਸਾਡੇ ਕੋਲ ਤਾਂ ਇੱਕ MP ਹੈ। ਤੁਸੀਂ ਕਹਿੰਦੇ ਸੀ ਨਾ ਅਸੀਂ ਤਾਂ ਬਹੁਤ ਛੋਟੇ ਤੁੱਛ ਪ੍ਰਾਣੀ। ਤੁਸੀਂ ਵੱਡੇ ਬੰਦੇ, ਤੁਸੀਂ ਵੱਡੀ ਆਪੋਜੀਸ਼ਨ, ਤੁਸੀਂ ਸਾਰੇ ਦੇਸ਼ ਵਿਆਪੀ 175 ਸਾਲ ਪੁਰਾਣੀ ਪਾਰਟੀ। ਇੱਕ ਵਾਰੀ ਮਾੜੇ ਮੂੰਹ ਬੀਜੇਪੀ ਨੂੰ ਸਵਾਲ ਤਾਂ ਪੁੱਛ ਲਓ ਬਾਈ, ਜਿੰਨਾ ਚਿਰ ਪੁੱਛ ਕੇ ਤਾਂ ਹਟਿਆ। ਪਹਿਲਾ ਬਿਆਨ ਹੀ ਇਹ ਸੀ ਬੀਜੇਪੀ ਸੈਂਟਰ ਕਰ ਰਹੀ ਹੈ। ਅੱਛਾ ਗਰੇਵਾਲ ਸਾਹਿਬ ਆਖਰੀ ਸਵਾਲ ਦਾ ਜਵਾਬ ਦੇ ਦਿਓ। ਜੋ ਸਾਰਿਆਂ ਦਾ ਸਾਹਿਬ ਇਹਨਾਂ ਨੂੰ ਇੱਕ ਲਾਈਨ ਦੱਸ ਦਿਓ। ਮੈਂ ਪਹਿਲੀ ਗੱਲ ਹੀ ਇਹ ਕਹੀ ਸੀ ਬੀਜੇਪੀ ਕੇਂਦਰ 'ਚ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਸਟੇਟ 'ਚ ਕਰ ਰਹੀ ਹੈ। ਇਹਨਾਂ ਨੂੰ ਦੱਸ ਦਿਓ, ਸੁਣਿਆ ਨਹੀਂ ਸ਼ਾਇਦ ਇਹਨਾਂ। ਮੈਂ ਤਾਂ ਬਹੁਤ ਵਾਰੀ ਕਹਿਤਾ
ਗੱਲ ਇਹ ਆ ਖੜਿਆਲ ਸਾਹਿਬ, ਤੁਸੀਂ ਮੇਰੇ ਭਾਂਡੇ ਖੰਡਿਆਉਣ ਨੂੰ ਫਿਰਦੇ ਹੋ, ਮੇਰੇ ਤੋਂ ਕਹਾਈ ਜਾਂਦੇ ਲੋਕ। ਆਪ ਪਾਰਟੀਆਂ ਕਹਿੰਦੀਆਂ ਨਹੀਂ ਹੈਗੀਆਂ। ਗੱਲ ਇਹ ਹੈ, ਮੈਂ ਤਾਂ ਕਹਿ ਦੇਣਾ, ਮੈਂ ਤਾਂ ਨਿੱਜਰ ਸਾਹਿਬ ਵਾਲਾ ਵੀ ਸਵਾਲ ਪਾਇਆ, ਦੱਸੋ ਨਹੀਂ ਪਾਇਆ। ਮੈਂ ਜ਼ਾਤੀ ਤੌਰ ਤੇ ਕਦੇ ਨਹੀਂ ਰੁਕ ਸਕਦਾ ਕਹਿਣ ਤੋਂ, ਮੇਰਾ ਸੁਭਾਅ ਹੈ ਇਦਾਂ ਦਾ। ਠੀਕ ਹੈ ਗਰੇਵਾਲ ਸਾਹਿਬ, ਗੱਲ ਇਹ ਆ ਕਿ ਸਾਰੀਆਂ ਪਾਰਟੀਆਂ, ਮੈਂ ਪਹਿਲਾਂ ਵੀ ਸਵਾਲ ਪੁੱਛਿਆ ਸੀ, ਜੇ ਇਕੱਠੀਆਂ ਹੋਈਆਂ ਕੋਈ ਗੱਲ ਤਾਂ ਹੈ। ਤੇ ਦੂਜੀ ਗੱਲ ਜਿਹੜੀ ਇੰਪੋਰਟੈਂਟ ਗੱਲ ਹੈ ਕਿ ਅਜੀਤ ਦੇ ਦਫ਼ਤਰ 'ਚ ਇਕੱਠੀਆਂ ਹੋਈਆਂ ਨੇ, ਅਜੀਤ ਨਾਲ ਇੰਨਾ ਧੱਕਾ ਸਰਕਾਰ ਕਿਉਂ ਕਰ ਰਹੀ ਆ? ਅਜੀਤ ਅਧਾਰੇ ਨਾਲ ਸਾਡਾ ਕਿਸੇ ਤਰੀਕੇ ਦਾ ਕੋਈ ਵੀ ਮਤਭੇਦ ਜਾਂ ਕੋਈ ਝਗੜਾ ਨਹੀਂ ਹੈ। ਆਫ ਕੋਰਸ ਹਮਦਰਦ ਸਾਹਿਬ ਨੂੰ ਜੇ ਇੱਕ ਕੁਐਸਚਨੇਅਰ ਗਿਆ, ਹਮਦਰਦ ਸਾਹਿਬ ਉਹਦਾ ਜਵਾਬ ਦੇ ਦੇਣ। ਸੀਨੀਅਰ ਬੰਦੇ ਨੇ, ਜੇ ਉਹਨੂੰ ਇੱਕ ਈਗੋ ਹੈਸਲ ਬਣਾ ਕੇ ਇਹ ਸ਼ੋਅ ਕਰਨਾ ਕਿ ਅਸੀਂ ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰਕੇ ਇਹ ਸ਼ੋਅ ਕਰਾਂ ਬੀਜੇਪੀ ਜੋ ਕੇਂਦਰ 'ਚ ਕਰ ਰਹੀ ਹੈ ਆਪ, ਇਹ ਏਜੰਡਾ ਸੀ। ਇੱਕ ਏਜੰਡਾ ਪੋਲੀਟੀਕਲ ਪਲੱਸ ਪਰਸਨਲ ਏਜੰਡਾ ਦੇ ਤਹਿਤ ਇਹ ਇਕੱਠੇ ਹੋਏ ਨੇ। ਉਸ ਏਜੰਡੇ ਦੇ ਤਹਿਤ ਗੱਲਾਂ ਕੀਤੀਆਂ ਗਈਆਂ ਨੇ ਤੇ ਜਿਹੜੇ ਬੰਦੇ ਆ ਕੇ ਜੋ ਬਿਆਨ ਦੇ ਰਹੇ ਸੀ, ਉੱਥੋਂ ਏਜੰਡਾ ਕਲੀਅਰ ਹੋ ਗਿਆ ਕਿ ਝੂਠ ਤੁਹਾਨ ਬੋਲੋ। ਤੁਹਾਡੀ ਬਿਲਕੁਲ ਸਵਾਲ ਸੀ ਕਿ ਪ੍ਰੈਸ ਕਲੱਬ 'ਚ ਮਿਲ ਲੈਂਦੇ, ਇੱਕ ਏਜੰਡਾ ਭੁਗਤਾਉਣਾ ਸੀ, ਭੁਗਤਾ ਲਿਆ। ਲੋਕਾਂ ਨੂੰ ਪਤਾ ਲੱਗਦਾ ਅੱਜ ਗੱਲ ਮੁੱਕਣ ਵਾਲੀ ਨਹੀਂ। ਭੁੱਲਰ ਸਾਹਿਬ ਕੁਝ ਕਹਿ ਰਹੇ। ਹਾਂਜੀ ਭੁੱਲਰ ਸਾਹਿਬ, ਹੁਣ ਆਖਰੀ ਹੈ ਬਸ। ਧਾਰੀਵਾਲ ਸਾਹਿਬ, ਮੇਰਾ ਤਾਂ ਸਿਰਫ ਇੱਕੋ ਗੱਲ ਕਹਿਣੀ ਹੈ ਕਿ ਜੇ ਇਕੱਠੀਆਂ ਹੋਈਆਂ ਤੇ ਨਾ ਸੇਕਾ ਕਿਉਂ ਲੱਗ ਰਿਹਾ। ਦੂਜੀ ਗੱਲ ਜਿਹੜੀ ਹੈ, ਠੀਕ ਹੈ, ਕੁਐਸਚਨਰ ਤੇ ਆਪਾਂ ਬੜੇ ਲੋਕਾਂ ਨੂੰ ਦੇ ਤੇ ਔਰ ਬਾਅਦ ਚ ਉਹਨਾਂ ਨੂੰ ਜੇਲ੍ਹਾਂ 'ਚ ਹੀ ਭੇਜ ਲਿਆ। ਉਹਨਾਂ 'ਚੋਂ ਨਿਕਲਿਆ ਕੀ ਹੈ? ਅੱਜ ਤੱਕ ਸਰਕਾਰ ਨੇ 1.5 ਸਾਲ ਦੇ ਵਿੱਚ ਉਹਨਾਂ ਸਾਰੀਆਂ ਚੀਜ਼ਾਂ 'ਚ ਜਿਹੜੇ ਕੁਐਸਚਨ ਦਿੱਤੇ, ਜਿਹੜੇ ਉਸ ਤੋਂ ਬਾਅਦ ਜੇਲ੍ਹਾਂ 'ਚ ਵੀ ਭੇਜੇ, ਸਭ ਕੁਝ ਕਰ ਲਿਆ, ਕੁਝ ਨਿਕਲਿਆ ਉਹ 'ਚੋਂ? ਜਿਹਦੇ ਕੁਝ ਕੱਢਿਆ ਇਹਨਾਂ ਨੇ ਫਿਰ ਤੇ ਦੱਸਣ, ਤੇ ਜੇ ਨਹੀਂ ਕੱਢਿਆ ਤੇ ਫਿਰ ਇਹ ਡਰਾਮੇ ਬੰਦ ਕਰ ਦੇਣ। ਹੁਣ ਬਿਲਕੁਲ ਇਹ ਸਰਕਾਰ ਚਲਾਉਣ, ਪੰਜਾਬ ਦੇ ਲੋਕਾਂ ਦੇ ਵਾਸਤੇ ਜਿਹੜੀ ਗੱਲ ਲੈ ਕੇ ਆਏ ਸੀ, ਜਿਹੜਾ ਵਾਅਦਾ ਕਰਕੇ ਆਏ ਸੀ, ਉਸ ਵਾਅਦੇ ਨੂੰ ਨਿਬੇੜਦਾ। ਮੈਂ ਹੁਣ ਕੇਕ ਕੱਟ ਕੇ ਭੰਗੜੇ ਨਾ ਪਾਓ। ਨਹੀਂ, ਗੱਲ ਇਹ ਆ, ਜੇ ਤਾਂ ਪੁਰਾਣੀਆਂ ਵਾਹੀਆਂ ਹੋਈਆਂ ਲੀਹਾਂ ਤੇ ਹੀ ਚੱਲੋਗੇ, ਅੱਜ ਇਹਦੇ ਨਾਲ, ਕੱਲ ਉਹਦੇ ਨਾਲ, ਪਰਸੋਂ ਫਲਾਣੇ ਨਾਲ, ਧਮਕਾਣੇ ਨਾਲ, ਜੇਕਰ ਸਰਕਾਰ ਦੀ ਧੱਕੇਸ਼ਾਹੀ ਤੇ ਜ਼ਿਆਦਤੀ ਜਾਰੀ ਰਹੀ ਤੇ ਬਹੁਤਾ ਚਿਰ ਚੱਲ ਨਹੀਂ ਸਕਦੀ। ਲੋਕਤੰਤਰ ਦੇ ਵਿੱਚ ਭਾਵੇਂ ਜਿੰਨਾ ਮਰਜ਼ੀ ਡੰਡਾ ਤੰਤਰ ਆ ਗਿਆ ਹੋਵੇ, ਪਰ ਅੱਜ ਵੀ ਲੋਕਾਂ ਦੀ ਸ਼ਕਤੀ ਵੱਧ ਹੈ। ਲੋਕ ਕਿਵੇਂ ਨਾ ਕਿਵੇਂ ਗਾਹੇ ਬਗਾਹੇ ਸਿੱਟ ਹੀ ਲੈਂਦੇ ਆ। ਗਦਾਫੀ ਵਰਗਿਆਂ ਨੂੰ ਵੀ ਸਿੱਟ ਲਿਆ ਸੀਗਾ। ਤੇ ਅਗਲੀ ਗੱਲ ਇਹ ਹੈ ਕਿ ਵਿਰੋਧੀ ਧਿਰਾਂ ਵੀ, ਮੈਂ ਗੱਲ ਕਹਿਣ ਤੋਂ ਕੋਈ ਗਰੇਜ਼ ਨਹੀਂ ਕਰੂੰਗਾ ਕਿ ਵਿਰੋਧ ਸਿਰਫ ਤੇ ਸਿਰਫ ਕਿਸੇ ਫਾਰਮੂਲੇ ਤਹਿਤ ਪਿਕ ਐਂਡ ਚੂਜ਼ ਦੀ ਪਾਲਿਸੀ ਤੇ ਚੱਲ ਕੇ ਨਾ ਕੀਤਾ ਜਾਵੇ। ਸਾਰਿਆਂ ਦੇ ਨਾਲ ਖੜਿਆ ਜਾਵੇ, ਇੱਕੋ ਅੱਖ ਨਾਲ ਖੜਿਆ ਜਾਵੇ। ਅੱਜ ਜੇ ਕਿਸੇ ਨਾਲ ਧੱਕਾ ਹੋ ਰਿਹਾ, ਅਸੀਂ ਹਮਾਇਤ ਕਰਦੇ ਹਾਂ ਕਿ ਧੱਕਾ ਨਹੀਂ ਹੋਣਾ ਚਾਹੀਦਾ, ਪਰ ਸਰਕਾਰ ਨੂੰ ਵੀ ਇਹ ਗੱਲ ਦਾ ਇਲਮ ਹੋ ਜਾਣਾ ਚਾਹੀਦਾ ਕਿ ਸਾਰੇ ਕਿਤੇ ਧੱਕਾ ਨਹੀਂ ਚੱਲ ਸਕਦਾ। ਜੇ ਧੱਕਾ ਚੱਲ ਰਿਹਾ ਤਾਂ ਇਸ ਨੂੰ ਜਲਦੀ ਤੋਂ ਜਲਦੀ ਲਗਾਮ ਖਿੱਚ ਲਈ ਜਾਵੇ, ਕਿਤੇ ਰੇੜਿਓਂ ਘੋੜਾ ਨਿਕਲ ਕੇ ਬਾਜ਼ਾਰ ਦੇ ਵਿੱਚ ਖਲਾਰਾ ਨਾ ਪਾ ਦੇ ਤੇ ਮੁੜ ਕੇ ਉਹ ਸਾਂਭਣਾ ਜਿਹੜਾ ਹੈ ਔਖਾ ਹੋ ਜਾਵੇ। ਇੰਨੇ ਸ਼ਬਦਾਂ ਦੇ ਨਾਲ ਤੁਹਾਡਾ ਸਭ ਦਾ ਮਸ਼ਕੂਰ ਹਾਂ, ਧੰਨਵਾਦ ਕਰਦਾ ਤੁਸੀਂ ਸਮਾਂ ਕੱਢਿਆ ਸਾਡੇ ਵਿਹੜੇ ਆਏ। ਸਤਿ ਸ਼੍ਰੀ ਅਕਾਲ ਜੀ। ਪ੍ਰੈਸ ਦੀ ਆਜ਼ਾਦੀ ਦੀ ਸਮੇਂ-ਸਮੇਂ ਤੇ ਬਹੁਤ ਗੱਲ ਹੋਈ, ਪਰ ਪ੍ਰੈਸ ਨੂੰ ਆਜ਼ਾਦੀ ਦਿੰਦਾ ਕੌਣ ਹੈ, ਇੱਕ ਵੱਡਾ ਸਵਾਲ ਹੈ। ਪੱਤਰਕਾਰਾਂ ਨਾਲ ਕਦੋਂ ਨਿਆਂ ਨਹੀਂ ਹੋਇਆ, ਕਦੋਂ ਧੱਕਾ ਨਹੀਂ ਹੋਇਆ, ਇਹ ਦੁਨੀਆ ਜਾਣਦੀ ਹੈ। ਇਤਿਹਾਸ ਇਸ ਚੀਜ਼ ਦੀ ਗਵਾਹ ਹੈ। ਅੱਜ ਦੀ ਚਰਚਾ ਦੇ ਵਿੱਚ ਇੰਨਾ ਹੀ। ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਨਵਜੋਤ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।